करिए गोरख साहब शुरू। हाँ जी 10 मिनट हो गए। हाँ जी हाँ जी। ਅੱਜ ਆਪਾਂ ਆਸਾ ਰਾਗ ਦੇ ਵਿੱਚ ਜਿਹੜੇ ਹੈਗੇ ਰਵਿਦਾਸ ਭਗਤ ਜੀ ਦੀ ਬਾਣੀ ਲੈ ਰਹੇ ਹਾਂ ਜੀ। ਔਰ ਇਸ ਤੋਂ ਪਹਿਲਾਂ ਆਪਾਂ ਨੇ ਨਾਮਦੇਵ ਜੀ ਦੀ ਬਾਣੀ ਲਈ ਸੀਗੀ, 5 ਸ਼ਬਦ ਨਾਮਦੇਵ ਜੀ ਦੇ ਸੀਗੇ ਆਸਾ ਰਾਗ ਦੇ ਵਿੱਚ। ਉਸ ਤੋਂ ਪਹਿਲਾਂ ਕਬੀਰ ਜੀ ਦੀ ਬਾਣੀ ਲਈ ਸੀਗੀ, ਉਹ ਤਾਂ ਕਾਫੀ ਸ਼ਬਦ ਸੀਗੇ ਕਬੀਰ ਜੀ ਦੇ, ਉਹਨਾਂ ਨੇ ਤਾਂ ਹਾੜੀ ਲਿਆਤਾ ਸੀਗਾ। ਤੇ ਹੁਣ ਜਿਹੜੇ ਹੈਗੇ ਆਪਾਂ ਰਵਿਦਾਸ ਜੀ ਜਿਹੜੇ ਹੈਗੇ ਆ ਉਹਨਾਂ ਦਾ ਗਿਆਨ ਲਈਏ, ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਵੀ ਬਈ ਤਾਂ ਜੀ ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀਗੇ। ਜੁੱਤੀਆਂ ਗੰਢਣ ਦਾ ਕੰਮ ਤਾਂ ਜਿਹੜਾ ਹੈਗਾ ਸੌਖਾ ਕੰਮ ਹੈਗਾ, ਬੈਠ ਕੇ ਕਰਨਾ ਪੈਂਦਾ ਹੈ। ਪਰ ਭਾਈ ਉਹਦੇ ਵਾਸਤੇ ਜਿਹੜਾ ਹੈਗਾ ਚਮੜਾ ਜਿਹੜਾ ਹੈਗਾ ਇਹ ਕੰਮ ਹੈਗਾ। ਜਾਨਵਰ ਜਿਹੜੇ ਮਰ ਜਾਂਦੇ ਸੀਗੇ ਹੱਡਾ ਰੂੜੀ ਤੇ ਚੱਕ ਕੇ ਉਹਨਾਂ ਨੂੰ ਗੱਡੇ 'ਚ ਲੈ ਕੇ ਜਾਣਾ, ਲੱਦ ਕੇ ਫਿਰ ਉਹਦਾ ਚੰਮ ਲਾਉਣਾ, ਫਿਰ ਉਹਨੂੰ ਸੁਕਾਉਣਾ, ਉਹ ਸਾਰਾ ਪ੍ਰੋਸੈਸ ਕਰਨੀ। ਫਿਰ ਉਹਦੇ ਜਿਹੜੇ ਹੈਗੇ ਤਪਲੇ ਵੀ ਬਣਦੇ ਸੀਗੇ, ਹੋਰ ਵੀ ਚੰਮ ਦੀ ਜਿਹੜੇ ਹੈਗੇ ਸਮਾਨ ਬਣਦਾ ਸੀ, ਬੈਗ ਵੀ ਬਣਦੇ ਸੀਗੇ, ਤੇ ਥੱਲੇ ਵਿਛਾਉਣ ਵਾਲੇ ਵੀ ਬਣਦੇ ਸੀ, ਉਹ ਸਾਰੇ ਜਿਹੜੇ ਹੈਗੇ, ਤੇ ਜੁੱਤੀਆਂ ਵੀ ਬਣਦੀਆਂ ਸੀਗੀਆਂ। ਇੰਨਾ ਕੰਮ ਸੀਗਾ। ਦੇਖ ਲਓ ਭਾਈ ਕਿਵੇਂ ਜਿਹੜਾ ਹੈਗਾ ਕੋਈ ਜਿਹੜਾ ਹੈਗਾ ਜਾਨਵਰ ਮਰ ਗਿਆ ਹੈ ਉਹਦੀ ਕਿੰਨਾ ਹੈਵੀ ਹੈ, ਕਿਵੇਂ ਚੱਕਣਾ ਹੈ, ਕੀ ਕਰਨਾ ਹੈ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਉਹਨਾਂ ਦਾ ਗਿਆਨ ਹੈਗਾ, ਉਹਨਾਂ ਦਾ ਆਪਾਂ ਗਿਆਨ ਲਈਏ। ਔਰ ਕਿੱਥੇ ਦੇਖ ਲਓ ਕਿਹੜੀ ਯੂਨੀਵਰਸਿਟੀ ਸੀਗੀ, ਔਰ ਗਿਆਨ ਉਹਨਾਂ ਦਾ ਹੈਗਾ ਕਿ ਇਹਦਾ ਤਾਂ ਮੁਕਾਬਲਾ ਹੀ ਨਹੀਂ ਹੋ ਸਕਦਾ। ਆਸਾ ਬਾਣੀ श्री रविदास जियो की एक ओंकार सतगुर प्रसाद। 5वीं पातशाही लिख रही है, देखो ऊपर उन्होंने दर्ज की थी आसा बाणी श्री रविदास जियो की एक ओंकार सतगुर प्रसाद। मृग मीन प्रिंग पतंग कुंचर एक दोख विनाश। रविदास जी कह रहे हैं देख देख मित्रा, और अपना मन हैगा मित्र ਤਾਂ अपना, कहते देख ला ਜਿਹੜਾ ਮਿਰਗ ਹੈਗਾ ਹਿਰਨ, ਮੀਨ ਮਤਲਬ ਮੱਛੀ, ਪ੍ਰਿੰਗ ਮਤਲਬ ਭੌਰਾ, ਪਤੰਗ ਮਤਲਬ ਜਿਹੜਾ ਪਤੰਗਾ ਹੈ, ਜਿਹੜਾ ਲਾਟੂ ਦੇ ਦੀਪਕ ਦੇ ਜਿਹੜੇ ਚਾਰ ਚਪੇਰੇ ਘੁੰਮਦਾ ਹੈ, ਔਰ ਜਿਹੜਾ ਹੈਗਾ ਉਹਦੇ ਖੰਭ ਸੜ ਜਾਂਦੇ, ਔਰ ਫਿਰ ਪੁੱਠਾ ਲਟਕ ਕੇ ਜਿਹੜਾ ਹੈਗਾ ਉਹ ਲੱਤਾਂ ਜਿਹੀਆਂ ਹਿਲਾਉਂਦਾ ਰਹਿੰਦਾ, ਵਿਚਾਰਾ ਤੜਫਦਾ ਰਹਿੰਦਾ। ਮ੍ਰਿਗ ਮੀਨ ਮੱਛੀ ਜਿਹੜੀ ਹੈਗੀ ਚੋਗੇ ਦੇ ਵਿੱਚ ਜਿਹੜਾ ਹੈਗਾ ਕੁੰਡੇ ਦੇ ਵਿੱਚ ਜਿਹੜੀ ਫਸ ਜਾਂਦੇ ਆ, ਉਹਦੇ ਕਾਂਟਾ। ਮ੍ਰਿਗ ਜਿਹੜਾ ਹੁੰਦਾ ਇਹਨੂੰ ਉਹ ਕੰਡਾ ਹੇੜੀ ਜਿਹੜੀ ਹੈਗੀ ਆ, ਉਹ ਘੜਾ ਜਿਹੜਾ ਉਹਦੇ ਉੱਤੇ ਜਿਹੜੀ ਹੈਗੀ ਤੰਦ ਹੁੰਦੀ ਆ, ਉਹਦੇ ਚਿੱਪੀ ਮਾਰਦੇ ਆ ਤੇ ਉਹਦੇ ਵਿੱਚੋਂ ਜਿਹੜੀ ਆ ਗੜਮ ਗੜਮ ਦੀ ਆਵਾਜ਼ ਨਿਕਲਦੀ ਆ, ਮ੍ਰਿਗ ਉਸ 'ਤੇ ਲੱਟੂ ਹੋ ਜਾਂਦਾ। ਸਨਮੁਖ ਸਹਿ ਬਾਣ, ਸਨਮੁਖ ਜਾ ਕੇ ਜਿਹੜਾ ਹੈਗਾ ਸ਼ਿਕਾਰੀ ਦਾ ਬਾਣ ਸਹਿ ਲੈਂਦਾ, ਉਹ ਆਵਾਜ਼ ਦੇ ਨਾਲ ਐਸਾ ਮੋਇਆ ਜਾਂਦਾ। ਸਨਮੁਖ ਸਹਿ ਬਾਣ ਹੈ ਮਿਰਗ ਅਰਪੇ ਮੰਤਨ ਪ੍ਰਾਣ ਹੈ, ਆਪਣੇ ਪ੍ਰਾਣ ਹੀ ਅਰਪਣ ਕਰ ਦਿੰਦਾ। ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਕਹਿੰਦੇ ਹਾਥੀ ਨੂੰ ਕਾਮ ਰੋਗ ਹੁੰਦਾ ਹੈ। ਭੌਰਾ ਜਿਹੜਾ ਹੈਗਾ, ਭੌਰਾ ਜਾ ਕੇ ਜਿਹੜਾ ਹੈਗਾ ਫੁੱਲ ਦਾ ਪਰਾਗ ਲੈਂਦਾ ਹੈ, ਕਮਲ ਦੇ ਵਿੱਚ ਬੰਨਿਆ ਜਾਂਦਾ ਹੈ, ਕਮਲ ਬੰਦ ਹੋ ਜਾਂਦਾ ਹੈ ਸ਼ਾਮ ਨੂੰ ਜਾਂ ਸੂਰਜ ਜਾਂਦਾ, ਉੱਥੇ ਹੀ ਮਰ ਜਾਂਦਾ ਹੈ। ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਕਹਿੰਦੇ ਇਹਨਾਂ ਦੇ ਵਿੱਚ ਇੱਕੋ ਹੀ ਡਿਫੈਕਟ ਸੀਗਾ, ਇੱਕੋ ਹੀ ਔਗੁਣ ਸੀਗਾ, ਜਿਹਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ। ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ। ਕਹਿੰਦੇ ਇਨਸਾਨ ਜਿਹੜਾ ਹੈਗਾ, ਇਹ ਮੇਰੇ ਮਨਾ ਤੇਰੇ ਅੰਦਰ ਤਾਂ 5 ਆ, 1 ਨਹੀਂ 2 ਨਹੀਂ 3 ਨਹੀਂ 4 ਨਹੀਂ 5, ਕਾਮ ਕ੍ਰੋਧ ਲੋਭ ਮੋਹ ਹੰਕਾਰ, ਤੇਰੇ ਅੰਦਰ ਤਾਂ 5 ਦੋਖ ਹੈਗੇ। ਇੱਕ ਦੋਖ ਵਾਲਾ ਮਾਰਿਆ ਜਾ ਰਿਹਾ ਹੈ ਤੇ ਤੂੰ 5 ਦੋਖਾਂ ਵਾਲਾ ਜਿਹੜਾ ਹੈਗਾ ਤੂੰ ਬਚ ਜਾਏਗਾ। ਹੈ ਕਦੀ ਸੋਚਿਆ ਇਸ? ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ, ਕਹਿੰਦੇ ਸਾਧੇ ਹੀ ਨਹੀਂ ਜਾ ਸਕਦੇ। ਅਸਾਧ ਹੈਗੇ ਦੋਖ,
ਜੇ ਕਹੀਏ ਨਾ ਆਪਾਂ ਜਿਹੜੇ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਕੰਟਰੋਲ ਕਰ ਲਾਂਗੇ, ਬਸ ਅੱਜ ਤੋਂ ਬਾਅਦ ਜਿਹੜਾ ਹੈਗਾ ਮੈਂ ਲੋਭ ਨਹੀਂ ਕਰਨਾ, ਅੱਜ ਤੋਂ ਬਾਅਦ ਮੈਂ ਕਾਮ ਸੰਯਮ ਚ ਕਰਨਾ, ਅੱਜ ਤੋਂ ਮੈਂ ਬਾਅਦ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਮੋਹ ਤੇ ਕੰਟਰੋਲ ਕਰਨਾ ਹੈ, ਹਉਮੈ ਨਹੀਂ ਕਰਨੀ। ਬਸ 2 ਦਿਨ 3 ਦਿਨ ਜਿਹੜਾ ਹੈਗਾ ਉਹ ਬਾਅਦ ਵਿੱਚ ਜਿਹੜਾ ਹੈਗਾ ਪੂਰਾ ਦਾ ਪੂਰਾ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਬੰਨ ਟੁੱਟ ਜਾਂਦਾ ਹੈ। ਇਹ ਜਿਹੜਾ ਹੈਗਾ ਆਪਾਂ ਡਾਇਰੈਕਟਲੀ ਜਿਹੜਾ ਹੈਗਾ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ। ਪੰਚ ਦੋਖ ਅਸਾਧ, ਤਾਂ ਇਹਨਾਂ ਨੂੰ ਕਹਿੰਦੇ ਆ ਅਸਾਧ ਭਾਈ, ਸਾਧੇ ਨਹੀਂ ਜਾਂਦੇ। ਪੰਚ ਦੋਖ ਅਸਾਧ ਜਾਮੈ ਜਿਹਦੇ ਅੰਦਰ ਤਾਕੀ ਕੇਤਕ ਆਸ, ਕਹਿੰਦੇ ਉਹਦੀ ਕਿੰਨੀ ਕੁ ਆਸ ਹੋ ਸਕਦੀ ਆ ਭਾਈ, ਉਹਦਾ ਕੀ ਹੋ ਸਕਦਾ, ਉਹਦਾ ਕੀ ਸੋਚਿਆ ਜਾ ਸਕਦਾ ਉਹਦੇ ਬਾਰੇ, ਉਹਦਾ ਹੈ ਕਿਸੇ ਤਰੀਕੇ ਦੇ ਨਾਲ ਉਹਦਾ ਜਿਹੜਾ ਹੈਗਾ ਕਿਤੇ ਉਧਾਰ ਜਿਹੜਾ ਹੈ ਕਿਤੇ ਉਹ ਬਚ ਸਕਦਾ ਹੈ। ਉਹ ਕਹਿੰਦੇ ਕਿਉਂ ਹੋ ਰਿਹਾ ਇਸ ਤਰ੍ਹਾਂ, ਕੀ ਪ੍ਰੋਬਲਮ ਹੈਗੀ ਆ। ਮਾਧੋ ਅਵਿਦਿਆ ਹਿਤ ਕੀਨ, ਕਹਿੰਦੇ ਪ੍ਰੋਬਲਮ ਆ ਭਾਈ, हे ਮੇਰੇ ਮਾਲਕਾ ਪ੍ਰੋਬਲਮ ਆ ਹੈਗੀ ਕਿ ਇਨਸਾਨ ਜਿਹੜਾ ਹੈਗਾ ਕਹਿੰਦੇ ਅਵਿਦਿਆ ਲੈਂਦਾ ਹੈ, ਮਾੜੀ ਵਿਦਿਆ ਲੈਂਦਾ ਹੈ। ਵਿਦਿਆ ਨਹੀਂ ਹੈਗੀ, ਗਿਆਨ ਨਹੀਂ ਹੈਗਾ। ਇਹਦਾ ਗਿਆਨ ਦਾ ਦੀਵਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਬੁਝਿਆ ਪਿਆ ਹੈ, ਗਿਆਨ ਵਾਲਾ ਦੀਵਾ ਵਰਤਦਾ ਨਹੀਂ ਹੈਗਾ। ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਓ, ਕਹਿੰਦੇ ਜਾਂ ਗਿਆਨ ਦਾ ਦੀਵਾ ਜਿਹੜਾ ਹੈਗਾ ਇਹ ਰਵਿਦਾਸ ਜੀ ਕਹਿੰਦੇ ਮਲੀਨ ਹੋਇਆ ਪਿਆ ਹੈ, ਉਹ ਮਲੀਨ, ਉਹਦੇ ਚੋਂ ਪ੍ਰਕਾਸ਼ ਹੀ ਨਹੀਂ ਆ ਰਿਹਾ ਬਾਹਰ, ਉਹ ਦੀਵੇ ਚੋਂ ਪ੍ਰਕਾਸ਼ ਹੀ ਨਹੀਂ ਆ ਰਿਹਾ, ਉਹਦੇ ਉੱਤੇ ਜਿਹੜਾ ਮੈਲਾ ਹੋਇਆ ਪਿਆ ਦੀਵਾ, ਵਿਵੇਕ ਦਾ ਦੀਵਾ, ਬੁੱਧੀ ਦਾ ਦੀਵਾ। ਬੁੱਧੀ ਨਹੀਂ ਯੂਜ਼ ਕਰਦਾ, ਭਾਵਨਾ ਨੂੰ ਯੂਜ਼ ਕਰਦਾ ਹੈ। ਭਾਵਨਾ ਜਿਹੜੀ ਹੁੰਦੀ ਇਨਸਾਨ ਦੀ ਭਾਵਨਾ ਜਿਹੜੀ ਹੈਗੀ, ਭਾਵਨਾ ਤਾਂ ਹੈ ਕਿ ਮਨ ਹੈਗਾ, ਮਨ ਦੇ ਵਿੱਚ ਆਇਆ, ਮਨ ਨੇ ਦੇਖਿਆ ਕੋਈ ਵੀ ਸਵਾਦ ਚੋਗਾ ਦ੍ਰਿਸ਼ ਜੋ ਵੀ ਦੇਖਿਆ, ਕਹਿੰਦੇ ਮੈਂ ਤਾਂ ਆਹ ਦੇਖਣਾ ਹੈ, ਆਹ ਕਿੰਨਾ ਸੋਹਣਾ ਹੈਗਾ, ਕਿੰਨੀ ਸੋਹਣੀ ਹੈਗੀ, ਆਹ ਜਿਹੜਾ ਹੈਗਾ ਕਿੰਨਾ ਵਧੀਆ ਭੋਜਨ ਹੈਗਾ, ਕਿੰਨਾ ਵਧੀਆ ਜਿਹੜਾ ਹੈਗਾ ਨਾਟਕ ਚੱਲ ਰਿਹਾ, ਕਿੰਨਾ ਸਾਰਾ। ਮਨ ਨੇ ਤਾਂ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਮਨ ਦੇ ਵਿੱਚ ਜਿਹੜੇ ਹੈਗੇ ਆ ਮਨ ਦੇ ਵਿੱਚ ਮਲੀਨਤਾ ਆਉਣੀ ਹੈ, ਕਿਉਂਕਿ ਭਾਵਨਾ ਦੇ ਨਾਲ ਚੱਲਦਾ ਹੈ। ਵਿਵੇਕ ਤਾਂ ਹੈ ਹੀ ਨਹੀਂ, ਬੁੱਧੀ ਹੈ ਨਹੀਂ ਗੀ, ਬੁੱਧੀ ਲੈਂਦਾ ਹੀ ਨਹੀਂ ਹੈ ਇਨਸਾਨ, ਬੁੱਧੀ ਯੂਜ਼ ਹੀ ਨਹੀਂ ਕਰਦਾ, ਭਾਵਨਾ ਨੂੰ ਯੂਜ਼ ਕਰਦਾ ਹੈ। ਬਸ ਵੀ ਫਲਾਣੇ ਨੇ ਇਸ ਤਰ੍ਹਾਂ ਕਹਿਤਾ, ਉਸੇ ਵੇਲੇ ਜਿਹੜਾ ਹੈਗਾ ਉਹਨੇ ਉਹਦਾ ਜਵਾਬ ਦੇਣਾ ਹੈ, ਕਹਿੰਦੇ ਮੈਨੂੰ ਚੰਗੀ ਤਰ੍ਹਾਂ ਮੱਤ ਦੇਣਾ ਹੈ, ਉਹਨੇ ਉਸੇ ਵੇਲੇ ਜਿਹੜਾ ਹੈਗਾ ਲੱਗ ਜਾਣਾ ਹੈ ਬਸ ਜਿਹੜਾ ਹੈਗਾ। ਔਰ ਉਹਦੇ ਨਾਲ ਕੀ ਹੋਣਾ, ਅਗਲੇ ਨੇ ਕੋਈ ਗੱਲ ਕਹੀ ਆ, ਚਲੋ ਆਪਾਂ ਨੂੰ ਜਿਹੜਾ ਹੈਗਾ ਦਿਲ ਦੁੱਖ ਰਿਹਾ ਆਪਣਾ, ਆਪਾਂ ਜਿਹੜੇ ਹੈਗੇ ਉਹਨੂੰ 10 ਗੁਣਾ ਫੋਰਸ ਦੇ ਨਾਲ ਜਿਹੜਾ ਕਰਾਂਗੇ ਤੇ ਉਹਦੇ ਨਾਲ ਆਪਾਂ ਸੁਖੀ ਹੋ ਜਾਵਾਂਗੇ। ਉਹ ਦੁਖੀ ਹੋਊਗਾ, ਉਹਨੂੰ ਦੁਖੀ ਕਰਕੇ ਲੜਾਈ ਝਗੜਾ ਕਰਕੇ ਜਾਂ ਹੋਰ ਉਹਦੇ ਨਾਲ ਬਣੀ ਬਣਾਈ ਜਿਹੜੀ ਦੋਸਤੀ ਜਿਹੜੀ ਹੈ ਤੋੜ ਕੇ ਕੀ ਆਪਾਂ ਖੁਸ਼ ਹੋ ਸਕਦੇ ਹਾਂ। ਕਦੀ ਵੀ ਦੇਖ ਲਓ ਕਿ ਲੜਾਈ ਦੇ ਨਾਲ, ਕ੍ਰੋਧ ਦੇ ਨਾਲ ਕੀ ਆਪਾਂ ਨੂੰ ਖੁਸ਼ੀ ਆਉਂਦੀ ਹੈ ਜਾਂ ਦੁੱਖ ਹੋਰ ਜ਼ਿਆਦਾ ਵੱਧ ਜਾਂਦਾ ਹੈ। ਮਾਧਵ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਓ। ਬਸ ਇੱਥੇ ਤੱਕ ਹੀ ਲੈਂਦੇ ਹਾਂ, ਕਿਉਂਕਿ ਇੱਕ ਦੇ ਜਿਹੜੇ ਹੈਗੇ ਬਹੁਤ ਹੀ ਗਹਿਰਾ ਜਿਹੜਾ ਹੈਗਾ ਇਹਦਾ ਨੌਲੇਜ ਹੈਗਾ ਜੀ। ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ ਤਾਕੀ ਕਿਤ ਆਕਾਸ। ਹਾਂਜੀ ਗੁਰਕੀ ਸਾਹਿਬ। ਹਾਂਜੀ ਸਾਧ ਸੰਗਤ ਜੀ, ਅੱਜ ਆਪਾਂ ਦੇਖੋ ਰਵਿਦਾਸ ਜੀ ਦੀ ਬਾਣੀ ਨੂੰ ਪੜ੍ਹ ਰਹੇ ਹਾਂ ਔਰ ਵਿਚਾਰ ਕਰਦੇ ਹਾਂ। ਬਾਣੀ ਪੜ੍ਹ ਜਾਣੀ ਕੋਈ ਛੜਾਕੇ ਦਾ ਮੀਂਹ ਆ, ਕੁਛ ਵੀ ਨਹੀਂ ਲੱਭਣਾ ਤੁਹਾਨੂੰ, ਨਾ ਹੀ ਕੁਝ ਪ੍ਰਾਪਤੀ ਹੈ। ਇਹ ਬਾਣੀ ਨਹੀਂ ਹੈਗੀ, ਇਹ ਤੇ ਮੈਸੇਜ ਹੈਗੇ, ਇਹਨਾਂ ਨੂੰ ਪੜ੍ਹਨਾ ਹੈ। ਇਹਨੂੰ ਬਾਰ-ਬਾਰ ਪੜ੍ਹਨ ਦੇ ਨਾਲ ਕੀ ਹੋਊਗਾ? ਇਸੇ ਕਰਕੇ ਬਾਣੀ 'ਚ ਖਾਸ ਕਰਕੇ ਸਮਝਾਇਆ ਗਿਆ ਕਿ ਪੜ੍ਹੇ ਲਿਖੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੇ ਬਾਰੰਬਾਰਾ। ਤੂੰ ਪੜ੍ਹੀ ਜਾਂਦਾ, ਤੈਨੂੰ ਪਤਾ ਉਹ ਕੀ ਲਿਖਿਆ ਉਹਦੇ ਅੰਦਰ, ਕੀ ਕਹਿਣਾ ਚਾਹੁੰਦੇ ਨੇ ਰਵਿਦਾਸ ਜੀ। ਆ ਦੇਖੋ, ਹੁਣ ਉਹ ਕਹਿੰਦੇ ਨੇ ਸਾਡੀ ਸਧਾਰਨ ਬੁੱਧੀ ਹੈ, ਬਿਲਕੁਲ ਸਧਾਰਨ ਗਿਆਨ ਸਾਡੇ ਸਾਹਮਣੇ ਰੱਖ ਰਿਹਾ। ਉਹ ਕਹਿੰਦੇ ਇੱਕ ਮ੍ਰਿਗ ਆ, ਇੱਕ ਮੀਨ ਆ, ਇੱਕ ਭ੍ਰਿੰਗ ਆ, ਇੱਕ ਪਤੰਗ ਆ, ਇੱਕ ਕੁੱਚਰ ਆ। ਹੁਣ ਜਿਹੜੇ ਇਹ ਕੁੱਚਰ ਆ ਕਹਿੰਦੇ ਹਾਥੀ ਆ। ਹਾਥੀ ਤੁਹਾਨੂੰ ਪਤਾ ਹਾਥੀ ਚ ਕੌਗਣ, ਕਾਮ ਇੰਦਰੀ ਦੇ ਵਿੱਚ ਉਹਦਾ ਦਿਮਾਗ,
ਮਿਰਗ ਕਿਹੜਾ ਵਾ ਹਿਰਨ ਆ, ਉਹਦੇ ਅੰਦਰ ਵੀ ਇਹ ਹਿਰਨ ਦੇ ਵਿੱਚ ਕੀ ਐਬ ਹੁੰਦਾ ਨਿੱਜਰ ਸਾਹਿਬ? ਇਹਨੂੰ ਜਿਹੜਾ ਹੈ ਨਾ ਇਹਦੇ ਅੰਦਰ ਸੁਣਨ ਦਾ ਐਬ ਹੁੰਦਾ ਹੈ। ਇਹ ਘੜਾ ਹੁੰਦਾ ਹੈ, ਇੱਕ ਘੜਾ, ਔਰ ਘੜੇ ਦੇ ਉੱਤੇ ਨਾ ਇੱਕ ਤੰਦ ਲਾ ਦਿੰਦੇ ਆ, ਇੱਕ ਜਿਹੜੀ ਤੰਦ ਲਾ ਕੇ ਘੜੇ ਦੇ ਉੱਤੇ ਤੇ ਇੱਕ ਚਿੱਪੀ ਮਾਰਦੇ ਆ ਤੰਦ ਨੂੰ, ਤੇ ਘੜੇ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਉਹਦੇ ਚੋਂ ਕੰਡਾ ਜਿਹੜੀ ਕਹਿੰਦੇ ਆ ਉਹ ਆਵਾਜ਼ ਦੇ ਉੱਤੇ ਮਿਰਗ ਜਿਹੜਾ ਕਮਲਾ ਹੋ ਜਾਂਦਾ ਪੂਰਾ। ਹਾਂ, ਇਹ ਦੇਖੋਗੇ ਉਹਦਾ ਵੀ ਇੱਕ ਔਗਣ ਹੈ। ਜਿੱਦਾਂ ਇੱਕ ਸ਼ਿਕਾਰੀ ਕਿਸੇ ਮਿਰਗ ਨੂੰ ਫੜਨਾ ਚਾਹੁੰਦਾ ਹੈ, ਜਾਂ ਬਾਂਦਰ ਨੂੰ ਫੜਨਾ ਚਾਹੁੰਦਾ ਹੈ, ਜਾਂ ਹਾਥੀ ਨੂੰ ਫੜਨਾ ਚਾਹੁੰਦਾ ਹੈ, ਕਿਸੇ ਵੀ ਤਰੀਕੇ ਨਾਲ ਤੁਸੀਂ ਦੇਖੋ ਕਿਸੇ ਜਾਨਵਰ ਨੂੰ ਜਾਂ ਮੱਛੀ ਨੂੰ ਫੜਨਾ, ਫੜੇ ਦੇ ਲਈ ਕੀ ਚਾਹੀਦਾ? ਚਾਰਾ। ਬਿਲਕੁਲ, ਚਾਰਾ ਚਾਹੀਦਾ ਹੈ। ਹੁਣ ਉਹਦਾ ਵੀਕ ਪੁਆਇੰਟ ਚਾਹੀਦਾ ਹੈ। ਹੁਣ ਨਿੱਜਰ ਸਾਹਿਬ ਦਾ ਕੋਈ ਵੀਕ ਪੁਆਇੰਟ ਹੋਊਗਾ, ਮੇਰੇ 50 ਵੀਕ ਪੁਆਇੰਟ ਹੋਣ। ਹੁਣ ਮੈਨੂੰ ਫੜਨਾ ਹੈ ਤੇ ਮੈਨੂੰ ਤੁਸੀਂ ਉਹ ਚੀਜ਼ ਦਿਓ। ਬਿਲਕੁਲ, ਜਿਹੜਾ ਮੇਰਾ ਭੋਗ ਹੈ, ਜਿੱਥੇ ਮੈਨੂੰ ਰਸ ਆਉਂਦਾ ਹੈ, ਤੇ ਤੁਸੀਂ ਮੈਨੂੰ ਦੇ ਦਿਓ। ਹੁਣ ਸ਼ਰਾਬੀ ਬੰਦਾ ਤੁਸੀਂ ਵੇਖਿਆ ਇਲੈਕਸ਼ਨਾਂ ਦੇ ਉੱਤੇ ਸਾਰਾ ਦਿਨ ਉਹ ਖਪਦਾ ਰਹਿੰਦਾ। ਕਿਉਂ ਖਪਦਾ ਹੈ? ਨਾਲ ਤੁਰਿਆ ਫਿਰਦਾ ਸ਼ਰਾਬੀ ਬੰਦਾ ਕਿ ਇਲੈਕਸ਼ਨ ਦੇ ਉੱਤੇ ਉਹਨਾਂ ਦੀ ਗੱਪਾਂ ਸੁਣੀ ਜਾਂਦਾ ਹੈ, ਤਾਲੀਆਂ ਵੀ ਮਾਰਦਾ, ਧੁੱਪੇ ਬੈਠਾ ਰਹਿੰਦਾ ਹੈ। ਕੇਵਲ ਉਹਨੂੰ ਇੱਕ ਬੋਤਲ ਸ਼ਰਾਬ ਦੀ ਚਾਹੀਦੀ, ਉਹਦੇ ਲਈ ਉਹ ਬਹੁਤ ਵੱਡੀ ਗੱਲ ਹੈ। ਇਸੇ ਤਰ੍ਹਾਂ ਹੀ ਦੁਨੀਆ ਕੰਮ ਕਰ ਰਹੀ ਹੈ। ਤੋ ਇੱਥੇ ਕਬੀਰ ਜੀ ਜੋ ਸਾਨੂੰ ਰਵਿਦਾਸ ਜੀ ਜੋ ਸਾਨੂੰ ਸਮਝਾ ਰਹੇ ਨੇ, ਬੜਾ ਸਰਲ ਗਿਆਨ ਕਰ ਰਹੇ ਨੇ। ਉਹ ਕਹਿੰਦੇ ਕਿ ਇਹ ਮਿਰਗ ਦਾ ਆਪਣਾ ਇੱਕ ਔਗਣ ਹੈ, ਔਰ ਮੱਛੀ ਦਾ ਔਗਣ ਤੁਹਾਨੂੰ ਪਤਾ ਹੀ ਹੈ, ਜ਼ਬਾਨ। ਤੇ ਉਸ ਤੋਂ ਬਾਅਦ ਜਿਹੜਾ ਭ੍ਰਿੰਗ ਆ, ਭ੍ਰਿੰਗ ਦਾ ਮਤਲਬ ਹੈ, ਭ੍ਰਿੰਗ ਦਾ ਮਤਲਬ ਭੌਰਾ, ਕਮਲ ਦੇ ਉੱਤੇ ਜਾਂਦਾ। ਹਾਂ, ਭ੍ਰਿੰਗ ਦਾ ਮਤਲਬ ਉਹ ਜਿਹੜਾ ਭਵਰਾ ਹੁੰਦਾ ਹੈ। ਹਾਂ, ਉਹਨੇ ਰਸ ਚੂਸਣਾ ਹੁੰਦਾ ਹੈ, ਕਮਲ ਦਾ ਰਸ ਚੂਸਣਾ ਹੁੰਦਾ ਹੈ, ਤੇ ਉੱਥੇ ਬੈਠਾ ਰਹਿੰਦਾ, ਪਤਾ ਹੀ ਨਹੀਂ ਲੱਗਦਾ। ਕਮਲ ਸਵੇਰੇ ਜਿਹੜਾ ਖਿੜਦਾ ਹੈ ਔਰ ਸੂਰਜ ਛੁਪਦਾ ਹੈ ਤੇ ਕਮਲ ਬੰਦ ਹੋ ਜਾਂਦਾ ਹੈ, ਭੌਰਾ ਵਿੱਚ ਹੀ ਬੰਦ ਹੀ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ ਕਦੋਂ ਉਹਦਾ ਜਿਹੜਾ ਹਨੇਰਾ ਹੋ ਗਿਆ। ਹੁਣ ਆੜੇ ਔਗਣ ਆ ਸਾਰੇ ਆਪਣੇ ਚ ਹੈਗੇ ਜੇ, ਤੇ ਕੁੰਚਰ ਉਹ ਹਾਥੀ ਵਾਲਾ ਉਹ ਵੀ ਆਪਾਂ ਹੈਗੇ। ਉਹ ਕਹਿੰਦੇ ਆ ਕਿ ਉਹਨਾਂ ਦੀ ਮੌਤ ਦਾ ਕਾਰਨ ਹੈ ਕੇਵਲ ਇੱਕ ਔਗਣ। ਸਮੁੰਦਰ ਦੀ ਰਾਣੀ ਹੈ ਮੱਛੀ, ਉਹਨੂੰ ਕੋਈ ਫੜ ਨਹੀਂ ਸਕਦਾ। ਬਿਲਕੁਲ। ਪਰ ਜਦੋਂ ਉਹ ਗੰਡੋਆ ਦੇਖਦੀ ਹੈ, ਚਾਰਾ ਦੇਖਦੀ ਹੈ, ਔਰ ਉਹ ਕੀ ਕਰਦੀ ਆ, ਉਹ ਹੁੱਕ ਨੂੰ ਖਾ ਲੈਂਦੀ ਆ। ਉਹ ਮੀਟ ਦੇ ਵਿੱਚ ਉਹਨਾਂ ਨੇ ਲਾਇਆ ਹੁੰਦਾ ਨਾ ਖਾਣ ਵਾਸਤੇ, ਹੁੱਕ ਲਾਈ ਹੁੰਦੀ ਆ। ਬਿਲਕੁਲ। ਤੇ ਉਹਦੀ ਜ਼ੁਬਾਨ ਦਾ ਰਸ ਉਹਨੂੰ ਮੌਤ ਦੇ ਮੂੰਹ ਚ ਲੈ ਜਾਂਦਾ, ਔਰ ਕਿੰਨੀ ਵੱਡੀ ਕੀਮਤ। ਹੁਣ ਇੱਥੇ ਦੇਖੋ, ਇਸ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਇਹ ਜਿਹੜੀ ਪ੍ਰਕਿਰਤੀ ਕੀ ਹੈ, ਪ੍ਰਕਿਰਤੀ ਦੇਖੋ ਕੀ ਹੈ, ਪ੍ਰਤੀਕਿਰਿਆ। ਇਹਨੂੰ ਆਪ ਅੰਡਰਸਟੈਂਡ ਕਰੋ, ਕਿਉਂਕਿ ਤੁਸੀਂ ਬ੍ਰਹਮ ਵਿਦਿਆ ਪ੍ਰਾਪਤ ਕਰ ਰਹੇ ਜੋ, ਤੁਹਾਡਾ ਗਿਆਨ ਬੜਾ ਉੱਚ ਕੋਟੀ ਦਾ ਚਾਹੀਦਾ ਹੈ। ਸਧਾਰਨ ਗਿਆਨ ਦਾ ਕੋਈ ਵੈਲਿਊ ਨਹੀਂ ਹੈਗੀ, ਇੱਥੇ ਬਹੁਤ ਸੂਖਮ ਗਿਆਨ ਚਾਹੀਦਾ। ਪਰ ਪ੍ਰਤੀਕਿਰਿਆ, ਜਿੱਦਾਂ ਉਹ ਕਹਿੰਦੇ ਆ ਨਾ, ਐਵਰੀ ਐਕਸ਼ਨ ਇਜ਼ ਇਕੁਅਲ ਰਿਐਕਸ਼ਨ। ਇਹ ਧਰਤੀ ਤੇ ਤੁਸੀਂ ਜਿਹੜਾ ਵੀ ਕੰਮ ਕਰਦੇ ਜੋ ਨਾ, ਜਿੱਦਾਂ ਤੁਸੀਂ ਲਾਸਟਿਕ ਨੂੰ ਆਪਣੇ ਤੋਂ ਦੂਰ ਭੇਜਿਆ, ਉਹ ਵਾਪਸ ਆਉਂਦੀ ਆ। ਤੁਸੀਂ ਤੀਰ ਲਾਇਆ, ਤੀਰ ਨੂੰ ਜ਼ੋਰ ਲਾਇਆ, ਤੇ ਉਹ ਤੀਰ ਕਮਾਨ ਤੋਂ ਦੂਰ ਚਲਾ ਗਿਆ। ਆਪਾਂ ਜਿਹੜਾ ਵੀ ਕੰਮ ਕਰਦੇ ਆ ਨਾ, ਆਪਾਂ ਉਹਦਾ ਉਹ ਘੁੰਮ ਕੇ ਵਾਪਸ ਉਹਦਾ ਐਕਸ਼ਨ ਹੁੰਦਾ ਹੈ। ਹੁਣ ਤੁਸੀਂ ਰੇਸ ਘਮਾਉਂਦੇ ਜੋ ਨਾ, ਸਕੂਟਰੀ ਦੀ ਜਾਂ ਕਾਰ ਦੀ ਨੱਪਦੇ ਜੋ, ਤੇ ਉਹ ਕੀ ਗੱਡੀ ਭੱਜਦੀ ਆ। ਜੇ ਤੁਸੀਂ ਨਹੀਂ ਕੁਛ ਕਰੋਗੇ, ਕੁਛ ਨਹੀਂ ਹੋਣਾ ਉੱਥੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ। ਇੱਥੇ ਆਪਾਂ ਜਿਹੜਾ ਵੀ ਕਰਮ ਕਰਦੇ ਆ, ਪ੍ਰਕਿਰਤੀ ਕੀ ਆ? ਪ੍ਰਕਿਰਤੀ ਕੁਛ ਵੀ ਨਹੀਂ ਕਰਦੀ। ਪ੍ਰਕਿਰਤੀ ਕੀ ਕਰਦੀ ਆ? ਪ੍ਰਤੀਕਿਰਿਆ ਕਰਦੀ ਆ। ਆਪਾਂ ਜਿਹੜੀ ਚੀਜ਼ ਬੀਜਦੇ ਆ ਧਰਤੀ 'ਚ, ਉਹੀ ਉੱਗਦੀ ਆ ਨਿੱਜਰ ਸਾਹਿਬ, ਕਿ ਦੂਜੀ ਧਰਤੀ ਬਦਲ ਦਿੰਦੀ ਆ? ਨਾ, ਉਹੀ ਉੱਗਦੀ ਆ। ਹਾਂ, ਆਪ ਸਾਧ ਸੰਗਤ ਜੀ, ਇਸ ਚੀਜ਼ ਨੂੰ ਆਪ ਸਮਝਦੇ ਜੋ, ਸਾਰੇ ਪੜ੍ਹੇ ਲਿਖੇ ਜੋ। ਕਣਕ ਬੀਜੀ ਤੇ ਕਣਕ ਉੱਗੀ, ਝੋਨਾ ਬੀਜਿਆ ਤੇ ਝੋਨਾ ਉੱਗਿਆ। ਇਹ ਥੋੜੀ ਹੁਣ ਤੂੰ ਕਣਕ ਬੀਜੀ ਹੈ ਤੇ ਅਗਲੇ ਦਿਨ ਝੋਨਾ ਉੱਗ ਗਿਆ। ਆਪ ਸਮਝਦੇ ਨਾ, ਪ੍ਰਕਿਰਤੀ ਦਾ ਨਿਯਮ ਪੱਕਾ ਹੈ, ਧਰਮ ਆ। ਉਹ ਕਹਿੰਦੀ ਆ, ਤੂੰ ਜੋ ਵੀ ਬੀਜਦਾ ਮੈਂ ਉਹਨੂੰ ਪ੍ਰਗਟ ਕਰ ਦਾਂਗੀ, ਉਹਨੂੰ ਮਲਟੀਪਲਾਈ ਕਰਾਂਗੀ, ਵਧਾ ਕੇ ਤੈਨੂੰ ਦੇ ਦਾਂਗੀ। ਹੁਣ ਤੂੰ ਕੀ ਬੀਜਣਾ ਇਹ ਤੇਰਾ ਫੈਸਲਾ ਹੈ। ਹੁਣ ਜੀਵ ਕੋ ਕੀ ਹੈਗਾ ਹੈ? ਜੀਵ ਕਰਮ ਬੀਜਦਾ ਨਿੱਜਰ ਸਾਹਿਬ। ਔਰ ਜਿਹੜਾ ਵੀ ਕਰਮ ਬੀਜਾਂਗੇ ਉਹਨੇ ਉਗਣਾ ਵਾ। ਬਿਲਕੁਲ।
ਪ੍ਰਤੀਕਿਰਿਆ ਆ ਤੁਸੀਂ ਕਿਹੜਾ ਵੀ ਕਰਮ ਕਰਦੇ ਜੋ ਤੁਸੀਂ ਮਾਰ ਕੇ ਠੱਗੀ ਦੇਖ ਲਿਓ ਕਿਸੇ ਨਾਲ, ਉਹ ਠੱਗੀ ਜਿਹੜੀ ਆ ਉਹ ਫਲੀਭੂਤ ਹੋਣੀ ਆ। ਇਹ ਪ੍ਰਕਿਰਤੀ ਇਸੇ ਤਰ੍ਹਾਂ ਹੀ ਚੱਲ ਰਹੀ ਹੈ। ਉਹ ਜੀਵ ਫਸਿਆ, ਜੀਵ ਮਰਨ ਜੰਮਣ ਦੇ ਗੇਟ 'ਚ ਕਿਉਂ ਘੁੰਮ ਰਿਹਾ? ਕਿਉਂਕਿ ਜੀਵ ਕਰਮ ਕਰ ਰਿਹਾ। ਜਿਹੜੇ ਵੀ ਕਰਮ ਕਰਾਂਗੇ ਉਹਨਾਂ ਨੂੰ ਫਲ ਲੱਗਣੇ ਨੇ, ਉਹ ਫਲ ਇਹਨੇ ਫਿਰ ਭੋਗਣੇ ਆ। ਆਪ ਇੱਕ ਚੀਜ਼ ਨੂੰ ਦੇਖੋ, ਜਿਹੜਾ ਵੀ ਬੰਦਾ ਜੋ ਕਰਮ ਕਰ ਰਿਹਾ ਨਾ, ਉਹਨੇ ਉਸ ਚੀਜ਼ ਨੂੰ ਜ਼ਰੂਰ ਭੋਗਣਾ ਹੈ। ਇਹ ਮਨ ਚੋਂ ਵਰਕਾ ਪਾੜ ਦਈਏ ਕਿ ਹਾਂ ਬਈ ਆਪਾਂ ਹੁਣ ਜੇ ਇੱਥੇ ਬੰਦਗੀ ਕੋਈ ਨਾ ਕੀਤੀ, ਆਪਾਂ ਕਰਮ ਕਰੀ ਜਾਂਦੇ ਆ ਔਰ ਕੱਲ ਨੂੰ ਸਾਨੂੰ ਕਿਸੇ ਨੇ ਪੁੱਛਣਾ ਕਿਛਣਾ ਨਹੀਂ। ਆਪ ਨੇ ਆਪਣੇ ਚਿੱਤ ਦੇ ਵਿੱਚ ਜਿਹੜਾ ਵੀ ਕੰਮ ਕੀਤਾ ਹੈ ਉਹ ਤੁਹਾਡੇ ਕਾਰਨ ਸਰੀਰ ਦੇ ਵਿੱਚ ਨੋਟਡ ਹੋ ਜਾਣਾ। ਤੁਸੀਂ ਸਰੀਰ ਦਾ ਤਿਆਗ ਕੀਤਾ, ਤੁਸੀਂ ਆਟੋਮੈਟਿਕਲੀ ਹੀ ਉਹਨਾਂ ਕਰਮਾਂ ਨੂੰ ਭੋਗਣ ਵਾਲੀ ਲਾਈਨ 'ਚ ਲੱਗ ਜਾਣਾ। ਬਿਲਕੁਲ ਕਲੀਅਰ ਹੈ। ਇਹਦੇ ਵਿੱਚ ਕੋਈ ਕੁਛ ਨਹੀਂ ਕਰ ਸਕਦਾ। ਹੁਣ ਤੁਸੀਂ ਧਰਤੀ 'ਚ ਬੀਜ ਬੀਜਿਆ, ਉਹਨੇ ਉਗਣਾ ਵਾ। ਹਾਂ ਬਿਲਕੁਲ ਗੋਰਖੀ ਸਾਹਿਬ, ਇਹ ਕਰਮਾਂ ਦਾ ਬੀਜ ਜਿਹੜਾ ਹੈ ਨਾ, ਇਹ ਤਾਂ ਜਨਮਾਂ ਤੱਕ ਚੱਲਦਾ ਹੈ। ਜਨਮਾਂ ਤੱਕ ਇਨਸਾਨ ਮਰ ਜਾਂਦਾ ਹੈ, ਉਸ ਤੇ ਅਗਲੇ ਬਰਥ 'ਚ ਇਹੀ ਬੀਜ ਨੇ ਚੱਲਣਾ ਹੈ ਅੱਗੇ। ਹਾਂ ਤੁਸੀਂ ਵੇਖ ਲਓ ਪ੍ਰਕਿਰਤੀ ਕੀ ਕਰਦੀ ਹੈ। ਹੁਣ ਤੁਸੀਂ ਬਹੁਤਾ ਜ਼ਿਆਦਾ ਗੜਬੜ ਕਰਦੀ ਆ ਤੇ ਪ੍ਰਕਿਰਤੀ ਕੀ ਕਰਦੀ ਆ? ਪ੍ਰਕਿਰਤੀ ਕੋ ਆਪਸ਼ਨ ਹੁੰਦੇ ਆ, ਕਿਉਂਕਿ ਇੱਕਦਮ ਬੰਦੇ ਨੂੰ ਮਾਰਨਾ ਨਹੀਂ ਚਾਹੁੰਦੀ ਉਹ। ਫਿਰ ਵੇਖੋ, ਉਹ ਕਈਆਂ ਨੂੰ ਵੇਖਿਆ, ਕਈਆਂ ਦੇ ਜੀਵਨ 'ਚ ਬੜਾ ਦੁੱਖ ਹੁੰਦਾ ਹੈ, ਨੋਟਿਸ ਕੀਤਾ ਹੀ? ਉਹ ਜੰਮਦੇ ਹੀ ਦੁੱਖ 'ਚ ਅੰਤ ਤੱਕ ਦੁੱਖ ਭੋਗੀ ਜਾਂਦੇ। ਇਹਦੇ ਵੇਖਿਆ, ਨੋਟਿਸ ਕੀਤਾ? ਬਿਲਕੁਲ। ਕਈ ਬੰਦੇ ਵੇਖੋ ਜੰਮਦੇ ਸੁਖੀ, ਆਖਰ ਤੱਕ ਸੁਖੀ ਰਹਿੰਦੇ। ਕਰਮਾਂ ਦਾ ਹਿਸਾਬ ਉਹਨੇ ਕੀਤਾ। ਕੀ ਬੀਜਤਾ? ਉਹਨੇ ਅੰਗੂਰਾਂ ਦੀ ਵੇਲ ਵਾਂਗੂ ਐਸਾ ਰੁੱਖ ਲਾਏ ਨੇ, ਉਹ ਫਿਰ ਉਹੋ ਜਿਹੇ ਨੂੰ ਉਹਦੇ ਫਲ ਮਿਲ ਰਹੇ ਨੇ। ਹੁਣ ਇੱਕ ਤੇ ਕਣਕ ਬੀਜੀ, ਹੁਣੇ ਬੀਜੀ ਤੇ ਉੱਗ ਕੇ ਜਿਹੜੇ 10-20 ਉਹਨੂੰ ਦਾਣੇ ਲੱਗੇ, 50 ਦਾਣੇ ਲੱਗੇ, ਮੈਂ ਖਾ ਲਏ, ਗੱਲ ਖਤਮ ਹੋ ਗਈ। ਜੇ ਮੈਂ ਅੰਗੂਰਾਂ ਦੀ ਵੇਲ ਬੀਜਤੀ, ਹੁਣ ਕੀਤਾ ਮੈਂ ਕਿੱਦਾਂ ਦਾ ਕਰਮ ਕੀਤਾ? ਉਹਨੂੰ ਫਲ ਲੱਗੀ ਜਾਣਾ ਤੇ ਫਲ ਲਿਆ। ਹਾਂ ਗੋਰਖੀ ਸਾਹਿਬ, ਜੇ ਅੰਗੂਰਾਂ ਦੀ ਵੇਲ ਬੀਜੀ ਹੋਈ ਆ ਤੇ ਭੜੋਲਾ ਤਾਂ ਖਾਲੀ ਹੋ ਹੀ ਜਾਣਾ ਫਿਰ ਵੀ। ਜੇ ਪਿਛਲਾ ਜਿਹੜਾ ਹੈਗਾ ਸਟਾਕ ਜੇ ਨਹੀਂ ਹੋਰ ਉਹਦੇ 'ਚ ਐਡ ਕੀਤਾ ਤੇ ਉਹ ਤਾਂ ਖਤਮ ਹੋ ਜਾਣਾ ਫਿਰ। ਹਾਂ ਪਰ ਨਿੱਜਰ ਸਾਹਿਬ, ਉਹ ਤੇ ਖਾਲੀ ਤਾਂ ਹੋਊਗਾ ਜੇ ਆਪਾਂ ਹੁਣ ਬੰਦ ਕਰਾਂਗੇ। ਹੁਣ ਜਿਹੜਾ ਭੜੋਲਾ ਤੁਹਾਡੇ ਦਾਣਿਆਂ ਦਾ ਵਾ, ਹੁਣ ਤੁਸੀਂ ਉਹ ਤੋਂ ਨਵੀਆਂ ਮੇਰੇ ਵਾਂਗੂ 2 ਬੋਰੀਆਂ ਕੱਢ ਕੇ 4 ਹੋਰ ਪਾ ਲਓਗੇ, ਉਹ ਨਹੀਂ ਜੇ ਭੜੋਲਾ ਖਾਲੀ ਹੋਣਾ। ਇਹ ਚੀਜ਼ ਨੂੰ ਆਪ ਥੋੜਾ ਅੰਡਰਸਟੈਂਡ ਕਰੀਏ ਕਿ ਇਹ ਜਿਹੜਾ ਕਰਮ ਆ, ਕਰਮ ਇੱਕ ਐਸੀ ਚੀਜ਼ ਆ, ਇੱਕ ਕੁੰਡੀ ਆ। ਹੁਣ ਜਦ ਤੱਕ ਅਸੀਂ ਮਨ ਤੇ ਬੁੱਧੀ ਦੇ ਨਾਲ ਇਹ ਕਰਮ ਕਰਦੇ ਆ, ਆਹ ਵੇਖੋ, ਆਪ ਦੇਖੋ, ਜੀਵ ਨੂੰ ਤਾਂ ਫੜ ਨਹੀਂ ਸਕਦੀ ਪ੍ਰਕਿਰਤੀ, ਕਿੱਥੋਂ ਫੜੂਗੀ ਦੱਸੋ? ਇੱਕ ਮਸ਼ੀਨ ਤੁਸੀਂ ਫੜ ਸਕਦੇ ਜੋ ਬਿਨਾਂ ਕੁੰਡੀ ਤੋਂ? ਇਸੇ ਲਈ ਜੀਵ ਨੂੰ ਫੜਨ ਦੇ ਲਈ ਕੁੰਡੀ ਚਾਹੀਦੀ। ਹੁਣ ਜਦੋਂ ਆਪਾਂ ਬੰਦਗੀ ਕੀਤੀ ਨਾ, ਅੱਗੇ ਆਪਾਂ ਫਿਰ ਉਹਦੀ ਮੈਂ ਵਿਆਖਿਆ ਕਰੂੰਗਾ ਹੋਰ ਖੋਲ ਕੇ। ਬੰਦਗੀ ਕਰਨ ਦੇ ਨਾਲ ਕੀ ਹੁੰਦਾ ਕਿ ਜਿਹੜਾ ਜੀਵ ਹੈ ਨਾ, ਉਹ ਅਕਰਮ ਅਵਸਥਾ 'ਚ ਚਲ ਜਾਂਦਾ ਹੈ। ਔਰ ਜਿਵੇਂ ਜਿਵੇਂ ਤੁਸੀਂ ਅਕਰਮ 'ਚ ਜਾਂਦੇ ਗਏ, ਤਿਵੇਂ ਤੁਸੀਂ ਆ ਜੜ ਪ੍ਰਕਿਰਤੀ ਤੋਂ ਮੁਕਤ ਹੋ ਜਾਣਾ ਜੀ। ਔਰ ਇੱਕ ਸਮਾਂ ਆਊਗਾ ਤੁਹਾਡੀ ਆਤਮਾ ਹੀ ਰਹਿ ਜਾਏਗੀ। ਆਤਮਾ ਜਿਹੜੀ ਆ ਉਹ ਸ਼ੁੱਧ ਤੇ ਅਸ਼ੁੱਧ ਦੋਨੋਂ ਤੋਂ ਮੁਕਤ ਹੁੰਦੀ ਆ। ਉਹ ਨਾ ਤੇ ਉਹ ਕਰਮ ਕਰਦੀ ਆ, ਇਸ ਕਰਕੇ ਨਾ ਹੀ ਉਹ ਫਲਾਂ ਨੂੰ ਭੋਗਦੀ ਆ। ਕਿਉਂਕਿ ਹਉਮੈ ਦੇ ਵਿੱਚ ਆਪਾਂ ਜਿਹੜਾ ਵੀ ਕੰਮ ਕਰਦੇ ਨਾ, ਚਾਹੇ ਚੰਗਾ ਤੇ ਚਾਹੇ ਬੁਰਾ, ਉਹਨੂੰ ਫਲ ਜ਼ਰੂਰ ਲੱਗੇਗਾ, ਪੱਕਾ ਲੱਗੇਗਾ। ਇਹ ਪ੍ਰਕਿਰਤੀ ਦਾ ਨਿਯਮ ਹੈ। ਇਸ ਨਿਯਮ ਨੂੰ ਪਰਮਾਤਮਾ ਵੀ ਚੈਲੰਜ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਉਹਦਾ ਪ੍ਰਕਿਰਤੀ ਚੱਲ ਹੀ ਨਹੀਂ ਸਕਦੀ। ਉਹਦੀ ਖੇੜੀ ਜਿਹੜੀ ਹੈਗੀ, ਖੇੜੀ ਬੰਦ ਹੋ ਜਾਏਗੀ ਫਿਰ ਜੇ ਚੈਲੰਜ ਕਰਤਾ ਤੇ। ਹਾਂ ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ, ਕਿਉਂਕਿ ਇਹ ਅਧਿਆਤਮਿਕ ਮਾਰਗ ਆ। ਇੱਥੇ ਗਲਤੀ ਦੀ ਗੁੰਜਾਇਸ਼ ਨਹੀਂ ਹੈ, ਬਿਲਕੁਲ ਨਹੀਂ ਗੁੰਜਾਇਸ਼ ਹੈ। ਤੁਸੀਂ ਗਲਤੀ ਕਰੋਗੇ, ਤੁਸੀਂ ਕਾਰ ਨੂੰ ਕੰਧ 'ਚ ਮਾਰੋਗੇ, ਕਾਰ ਨਹੀਂ ਟੁੱਟੂਗੀ। ਨੁਕਸਾਨ ਤੇ ਹੋਣਾ ਹੀ ਹੋਣਾ। ਜਿੱਥੇ ਆਪਾਂ ਗਲਤੀ ਕੀਤੀ, ਗਲਤ ਗੱਡੀ ਚਲਾਈ, ਉੱਥੇ ਡੈਮੇਜ ਹੋਣਾ। ਹਾਂਜੀ ਨਿੱਜਰ ਸਾਹਿਬ, ਆਪ ਪਹਿਲੇ ਇਹ ਕਹਿੰਦੇ ਮਿਰਗ, ਮੀਨ, ਭਿੰਗ, ਪਤੰਗ, ਪੁੱਚਰ, ਏਕ ਦੋਖ, ਵਿਨਾਸ਼, ਇਹਨਾਂ 'ਚ ਕਹਿੰਦੇ ਇੱਕ ਉਗਣੇ ਆ। ਉਹਦੇ ਕਰਕੇ ਵੇਖ ਲਓ ਫਸ ਜਾਂਦੇ ਨੇ ਔਰ ਆਪਣੇ ਜੀਵਨ ਤੋਂ ਹੱਥ ਧੋ ਕੇ ਬਹਿ ਜਾਂਦੇ ਨੇ। ਪਰ ਸਾਡੇ 'ਚ ਕਿੰਨੇ ਉਗਣ ਨੇ? 5। ਹਾਂ ਤੇ 5 ਆ ਤੇ ਤੁਸੀਂ ਹਿਸਾਬ ਲਾ ਲਓ ਸਾਨੂੰ ਕਿੰਨਾ ਚੁਕੰਨਾ ਹੋਣ ਦੀ ਲੋੜ ਹੈ। ਸਾਨੂੰ ਕੈਸੀ ਸੰਗਤ ਚਾਹੀਦੀ ਆ ਜਿਹੜੀ ਸਾਡੀ ਅਧਿਆਤਮਿਕ ਯਾਤਰਾ ਦੇ ਵਿੱਚ ਸਾਡੀ ਮਦਦ ਕਰੇ। ਨਹੀਂ ਤੇ ਸਾਨੂੰ ਪਤਾ ਨਹੀਂ ਲੱਗਦਾ ਜੀਵਨ ਕਿੱਦਾਂ ਜੀਉਣਾ। ਕਿੱਥੇ ਪਤਾ ਲੱਗਦਾ ਬੰਦੇ ਨੂੰ? ਬੰਦਾ ਤੇ ਸੋਚਦਾ ਇੱਕ ਧਾਰਮਿਕ ਸਥਾਨ ਤੇ ਮੱਥਾ ਟੇਕਿਆ, ਉੱਥੇ ਕੜਾਹ ਖਾਧਾ ਤੇ ਘਰ ਆ ਗਏ, ਮੈਂ ਧਾਰਮਿਕ ਹੋ ਗਿਆ। ਮੁੜ ਕੇ ਇੱਥੇ ਆ ਕੇ ਦੁਕਾਨ ਤੇ ਪਤਾ ਨਹੀਂ ਕੀ ਕਰੀ ਜਾਂਦਾ ਹੈ, ਤੇ ਠੱਗੀਆਂ ਮਾਰੀ ਜਾਂਦਾ ਹੈ,
ਤੇ ਉਲਟੇ ਪੁਲਟੇ ਕੰਮ ਕਰਦਾ ਹੈ, ਪਰ ਉੱਥੇ ਬਾਣੀ ਨੂੰ ਪੜ੍ਹਨਾ, ਉਹਨੂੰ ਵਿਚਾਰ ਕਰਨਾ ਹੈ, ਨਾ ਕਿ ਉੱਥੇ ਗੁਰਦੁਆਰੇ 'ਚ ਜਾ ਕੇ ਆਪਾਂ ਦਵਾ ਦਵ ਬਾਬਾ ਆਪਣਾ ਪਾਠ ਪੜ੍ਹੀ ਜਾਂਦਾ, ਉਧਰੋਂ ਕੀਰਤਨੀਆਂ ਬੋਲੀ ਜਾਂਦਾ ਹੈ, ਉੱਥੇ ਲੋਕਾਂ ਨੇ ਆਪ ਆਪਣੇ ਗੁੜਕੇ ਫੜੇ ਆ। ਉਹ ਕੋਈ ਰੇਸ਼ ਨਹੀਂ ਹੈਗੀ, ਇਹ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਇਹ ਬੜਾ ਸਹਿਜ ਮਾਰਗ ਆ, ਇੱਥੇ ਬਿਲਕੁਲ ਹੀ ਪੋਚ ਕੇ ਪੈਰ ਰੱਖਣੇ ਨੇ। ਤੁਸੀਂ ਇੱਕ ਦੋ ਲਾਈਨ ਹੀ ਪੜ ਜਾਓਗੇ ਨਾ ਤੇ ਤੁਹਾਡਾ ਜੀਵਨ ਸੌਰ ਜਾਣਾ। ਸਹੀ ਹੈ ਸਾਹਿਬ? ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਹਾਂ, ਜਿੰਨੀ ਕੁ ਅਵਸਥਾ ਆਪਾਂ ਉਹਨਾਂ ਆਪਾਂ ਦੇਖੀ, ਮੇਰਾ ਮੈਦਾ ਹੈਗਾ ਵਾ 2 ਰੋਟੀਆਂ ਦਾ, ਤੇ ਮੈਂ 2 ਖਾਵਾਂ। ਜੇ ਮੈਂ 40-50 ਰੋਟੀਆਂ ਖਾਊਂਗਾ ਤੇ ਨਾ ਤੇ ਮੇਰੇ ਅੰਦਰ ਚੁੰਨੀਆਂ ਜਾਣੀਆਂ ਤੇ ਨਾ ਮੈਨੂੰ ਹਜਮ ਹੋਣੀ। ਹਾਂਜੀ ਨਿੱਜਰ ਸਾਹਿਬ, ਆਪ ਲਈ ਤੁਕ ਬੋਲੋ। ਮੈਂ ਤਾਂ ਕਹਿੰਦਾ ਗੋਰਖੀ ਸਾਹਿਬ, ਦੇਖੋ ਆ ਜਿਹੜਾ ਹੈਗਾ ਰਵਿਦਾਸ ਜੀ ਦਾ ਇੱਕੋ ਹੀ ਸ਼ਬਦ ਲੈ ਲਈਏ, ਜੀਵਨ ਬਲ ਜਾਏਗਾ। ਇੱਕੋ ਹੀ ਸ਼ਬਦ ਦੇ ਨਾਲ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਸੰਸਾਰ ਸਮੁੰਦਰ ਨੂੰ ਤਰ ਜਾਏਗਾ, ਜੇ ਇਹਦਾ ਹੀ ਗਿਆਨ ਲੈ ਲਈਏ ਆਪਾਂ। ਨਿੱਜਰ ਸਾਹਿਬ, ਕਿਸੇ ਵੀ ਬ੍ਰਹਮ ਗਿਆਨੀ ਦੀ ਇੱਕ ਸ਼ਬਦ ਪੜ ਲਓ, ਤੁਹਾਡਾ ਜੀਵਨ ਉਦਾਂ ਹੀ ਤਰ ਜਾਣਾ ਵਾ। ਬਿਲਕੁਲ ਸਹੀ ਹੈ। ਇੱਕ ਸ਼ਬਦ ਕਹਿੰਦੀ ਆ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੋੜ ਜਨਮ ਨਾ ਵਾ। ਹਾਂ, ਇੱਕ ਸ਼ਬਦ ਤੁਹਾਡੇ ਪ੍ਰਾਣਾਂ 'ਚ ਵਸ ਜੇ ਤੇ ਹੋਰ ਕੀ ਚਾਹੀਦਾ? ਹਾਂ, ਹਾਂਜੀ ਤੁਕ ਬੋਲੋ ਜੀ। ਪੰਚ ਦੋ ਕਾ ਸਾਧ ਜਾਮੈ ਤਾਂ ਕੀ ਕੇਤਕ ਆਸ ਤੇ ਮਾਧੋ ਅਵਿਦਿਆ ਹਿਤ ਕੀਨ। ਕਹਿੰਦੇ ਪ੍ਰੋਬਲਮ ਕੀ ਹੈਗੀ, ਕਿਉਂ ਨਹੀਂ ਇਨਸਾਨ ਜਿਹੜਾ ਹੈ ਨਿਕਲ ਪਾ ਰਿਹਾ ਪਾਏ? ਕਹਿੰਦੇ 5 ਕੀ ਹੈ? ਕਹਿੰਦੇ 10 ਵੀ ਹੋਣਗੇ, ਜੇ ਵਿਦਿਆ ਹੋਊਗੀ ਉਹਦੇ ਕੋਲ, ਨਿਕਲਣ ਦਾ ਨੁਕਤਾ ਹੋਊਗਾ, ਨਿਕਲਣ ਦਾ ਗਿਆਨ ਹੋਊਗਾ, ਉਹਦੇ ਕੋਲ ਜਿਹੜਾ ਹੈਗਾ ਗਿਆਨ ਦਾ ਦੀਵਾ ਜਗਿਆ ਹੋਊਗਾ, ਤੇ ਆਰਾਮ ਨਾਲ ਜਿਹੜਾ ਹੈਗਾ ਜਿੱਥੇ ਚਾਨਣ ਹੈਗਾ ਆਪਾਂ ਨੂੰ ਪਤਾ ਨਾ, ਆਪਾਂ ਰਸਤਾ ਦਰਵਾਜ਼ਾ ਨਹੀਂ ਲੱਭਦਾ, ਆਪਾਂ ਨੂੰ ਆਰਾਮ ਨਾਲ ਦਰਵਾਜ਼ਾ ਖੋਲ ਕੇ ਚਲੇ ਜਾਂਦੇ ਆਪਾਂ। ਜੇ ਹੁਣ ਹਨੇਰਾ ਹੈਗਾ, ਹਨੇਰੇ 'ਚ ਦਰਵਾਜ਼ਾ ਕਿੱਥੋਂ ਲੱਭ ਲਾਂਗੇ ਆਪਾਂ? ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਕਹਿੰਦੇ ਜਿਹੜਾ ਦੀਪਕ ਹੈਗਾ ਵਿਵੇਕ ਦਾ, ਗਿਆਨ ਦਾ, ਕਹਿੰਦੇ ਉਹ ਤਾਂ ਮਲੀਨ ਹੋਇਆ ਪਿਆ ਭਾਈ, ਉਹ ਤਾਂ ਮੈਲਾ ਹੋਇਆ ਪਿਆ, ਉਹਦੇ 'ਚ ਲਾਈਟ ਹੀ ਨਹੀਂ ਆ ਰਹੀ ਬਾਹਰ। ਹਾਂਜੀ ਗੋਰਖੀ ਸਾਹਿਬ ਰਹਾਓ। ਹਾਂਜੀ ਠੀਕ ਹੈ। ਉਹ ਕਹਿੰਦੇ ਆ ਤੇਰੇ ਕੋਲ ਟਾਰਚ ਹੈਗੀ। ਹੁਣ ਟਾਰਚ ਦੇ ਅਗਲੇ ਬੰਨੇ ਗੰਦਮੰਦ ਲੱਗਿਆ ਹੈ। ਬੇਸ਼ੱਕ ਟਾਰਚ ਅੰਦਰ ਆ, ਸੈੱਲ ਹੈਗੇ ਨੇ, ਬਲਬ ਹੈਗਾ, ਸਭ ਕੁਝ ਹੈਗਾ, ਉਹ ਤੁਹਾਡੀ ਮਦਦ ਨਹੀਂ ਉਹਨੇ ਕਰਨੀ। ਕਿਉਂ ਨਹੀਂ ਕਰਨੀ? ਕਿ ਜਿੱਥੋਂ ਲੈਂਜ ਚੋਂ ਲਾਈਟ ਬਾਹਰ ਆਉਣੀ ਹੈ ਨਾ, ਉਹ ਸ਼ੀਸ਼ਾ ਗੰਦਾ ਹੋਇਆ। ਇਸੇ ਤਰ੍ਹਾਂ ਸਾਡਾ ਵੀ ਹਿਸਾਬ ਕਿਤਾਬ ਆ, ਸਾਡੀ ਜਿਹੜੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਕਿਉਂ ਹੋ ਗਈ ਆ? ਕਿਉਂਕਿ ਹੁਣ ਜਿੱਦਾਂ ਦੀਆਂ ਇੰਦਰੀਆਂ ਦੇ ਰਸ ਆਪਾਂ ਉਹਨਾਂ ਨੂੰ ਭੋਗਿਆ ਵਾ। ਭੋਗ ਕੇ ਕੀ ਹੁੰਦਾ ਕਿ ਅੰਦਰ ਨਾ ਜਿਹੜੇ ਸਾਡੀ ਅੰਦਰ ਜਿਹੜਾ ਵਿਵੇਕ ਹੈ ਨਾ, ਉਹਦਾ ਪ੍ਰਕਾਸ਼ ਜਿਹੜਾ ਵਾ, ਉਹਦੀ ਪਾਵਰ ਘਟ ਜਾਂਦੀ। ਜਿਹੜਾ ਮਨ ਜਿਹੜਾ ਹੈਗਾ, ਭਾਵਨਾ ਮਨ ਦੀ ਜਿਹੜੀ ਹੈਗੀ ਆ, ਇਹ ਪੂਰੀ ਛਾ ਜਾਂਦੀ ਆ ਮਨ ਦੀ ਭਾਵਨਾ। ਆ ਬੁੱਧੀ ਤਾਂ ਬੋਲਦੀ ਆ ਅੰਦਰ, ਆਤਮਾ ਬੋਲਦੀ ਆ ਆਪਣੀ ਵੀ ਆਹ ਮਾੜਾ ਕੰਮ ਆ ਭਾਈ ਨਾ ਕਰ। ਉਹ ਕਿਹੜਾ ਸੁਣਦਾ ਉਹਦੀ? ਉਹ ਤਾਂ ਬਿਲਕੁਲ ਉਹਨੂੰ ਬੰਦ ਹੀ ਕਰ ਦਿੰਦੇ। ਹਾਂਜੀ ਵੀਰ ਜੀ। ਤੁਸੀਂ ਕਿਸੇ ਨੂੰ, ਤੁਸੀਂ ਆਪਣੇ ਆਪ ਨੂੰ ਕੀ ਸਮਝਾਉਣਾ? ਤੁਸੀਂ ਆਪਣੇ ਆਪ ਨੂੰ ਛੱਡੋ, ਕਿਸੇ ਨੂੰ ਕਹਿ ਕੇ ਵੇਖੋ ਵੀਰ ਇਹ ਆ ਮਿੱਠਾ ਨਾ ਖਾ, ਕਿੰਨੀ ਚੰਗਾ ਨਹੀਂ ਹੈ, ਉਹ ਹੋਗਾ ਤੈਨੂੰ ਜ਼ਿਆਦਾ ਪਤਾ ਹੈ। ਉਹਨੇ ਕਹਿਣਾ ਤੂੰ ਕੌਣ ਹੁੰਦਾ ਮੈਨੂੰ ਦੱਸਣ ਵਾਲਾ? ਆਪਾਂ ਜਸਟ ਕੁਝ ਉਹਨੂੰ ਘਸਾਉਂਦੇ ਆ। ਤੂੰ ਕਹਿਣ ਤੋਂ ਭਾਵ ਆ ਇਹਦੇ ਕਿ ਅਵਿਦਿਆ ਹੁੰਦਾ ਵਾ ਆਪਾਂ ਅਗਿਆਨ। ਅਗਿਆਨ ਮਤਲਬ ਜਿਹੜੀ ਚੀਜ਼ ਖਾਣੀ ਆ ਉਹ ਨਹੀਂ ਖਾਣੀ, ਉਹ ਚੀਜ਼ ਖਾਣੀ ਆ ਜਿਹਨੂੰ ਖਾਣ ਦੇ ਨਾਲ ਸਾਨੂੰ ਕਈ ਸਰੀਰਕ ਦੁੱਖ ਲੱਗ ਜਾਂਦੇ ਆ। ਜਿਹੜਾ ਬੋਲਣਾ ਵਾ ਉਹ ਨਹੀਂ ਬੋਲਣਾ, ਜਿਹੜਾ ਨਹੀਂ ਬੋਲਣਾ ਵਾ ਉਹ ਬੋਲਣਾ ਵਾ। ਜਿਹੜਾ ਕਰਨਾ ਵਾ ਉਹ ਨਹੀਂ ਕਰਨਾ, ਜਿਹੜਾ ਨਹੀਂ ਕਰਨਾ ਉਹ ਕਰਨਾ। ਇਹ ਜਿਹੜੇ ਆਪਣੇ ਇੰਦਰੀ ਆ, ਜਿਹੜੇ ਜਿੱਦਾਂ ਮਤਲਬ ਦੇਖੋ, ਆਪਾਂ ਮਰਿਆਦਾ ਦਾ ਮਤਲਬ ਕੀ ਹੁੰਦਾ ਹੈ ਕਿ ਆਪਾਂ ਸੜਕ ਦੇ ਵਿਚਕਾਰ ਗੱਡੀ ਚਲਾਈਏ, ਇਹ ਮਰਿਆਦਾ ਵਾ। ਆਪਾਂ ਇਹ ਤੇ ਨਹੀਂ ਨਾ ਹੋ ਸਕਦਾ ਕਿ ਸੜਕ ਤੋਂ ਬਾਹਰ ਗੱਡੀ ਚਲਾ ਸਕਦੇ ਹਾਂ। ਸੜਕ ਜਿੱਥੇ ਨਹੀਂ ਹੈਗੀ ਉੱਥੇ ਰੋਕ ਰੱਖਿਆ, ਟੋਏ ਆ, ਚੁੱਪੇ, ਉੱਥੇ ਚਲਾਉਣੀ ਚਾਹੀਦੀ ਗੱਡੀ ਆਪਾਂ ਨੂੰ ਨਾ। ਹਾਂ, ਵਿਦਿਆ ਦਾ ਮਤਲਬ ਬਿਲਕੁਲ ਸਹੀ ਤਰੀਕੇ ਨਾਲ ਆਪਣੇ ਜੀਵਨ ਰੂਪੀ ਗੱਡੀ ਨੂੰ ਚਲਾਉਣਾ ਹੈ। ਇੱਧਰ ਖੱਡੀਆਂ 'ਚ ਨਹੀਂ ਮਾਰਨੀ। ਔਰ ਜਿਹੜਾ ਬੰਦਾ ਖੱਡੀਆਂ 'ਚ ਗੱਡੀ ਮਾਰਦਾ ਹੈ ਉਹਦਾ ਰਿਜ਼ਲਟ ਪੱਕਾ ਨੂੰ ਮਿਲਦਾ। ਹਾਂਜੀ ਨਿੱਜਰ ਸਰ। ਤੇ ਰਹਾਓ ਅੱਗੇ ਕਹਿ ਰਹੇ ਤ੍ਰਿਗਦ ਜੋਨ ਅਚੇਤ ਸੰਭਵ ਪੁੰਨ ਪਾਪ ਅਸੋਚ। ਰਵਿਦਾਸ ਜੀ ਕਹਿੰਦੇ ਕਿ ਤ੍ਰਿਗਦ ਕਹਿੰਦੇ ਆ, ਜਿਹੜੀਆਂ ਟੇਢੀਆਂ ਮੇਢੀਆਂ ਜਿਹੜੀਆਂ ਹੈਗੀਆਂ ਜਾਨਵਰਾਂ ਦੀਆਂ ਜੂਨਾਂ ਜਿਹੜੀਆਂ ਹੈਗੀਆਂ, ਇਨਸਾਨ ਨੂੰ ਛੱਡ ਕੇ ਤ੍ਰਿਗਦ ਜੋਨ ਅਚੇਤ, ਕਹਿੰਦੇ ਚੇਤਨਾ ਨਹੀਂ ਹੈਗੀ ਇਹਨਾਂ ਦੇ ਵਿੱਚ, ਬਹੁਤ ਘੱਟ ਚੇਤਨਾ ਹੈਗੀ ਆ। ਤੇ ਸੰਭਵ ਹੈਗਾ, ਕਹਿੰਦੇ ਪੋਸੀਬਲ ਹੈ ਬਈ ਪੁੰਨ ਪਾਪ ਅਸੋਚ। ਕਹਿੰਦੇ ਪੁੰਨ ਪਾਪ ਦੀ ਤਾਂ ਉਹਨਾਂ ਨੂੰ ਹੈ ਹੀ ਨਹੀਂ ਸਮਝ।
ਜਾਨਵਰ ਜਿਹੜੇ ਹੈਗੇ ਇਹਨਾਂ ਤੇ ਮੈਂ ਮੰਨ ਸਕਦਾ ਹਾਂ ਵੀ ਇਹ ਜਿਹੜੇ ਹੈਗੇ ਇਹ ਤਾਂ ਅਚੇਤ ਹੈਗੇ ਵਿਚਾਰੇ, ਸੰਭਵ ਹੈ ਵੀ ਇਹ ਜਿਹੜੇ ਹੈਗੇ ਗਲਤ ਜਿਹੜਾ ਕੁਝ ਗਲਤ ਕਰ ਸਕਦੇ ਆ, ਪੁੰਨ ਪਾਪ ਦੇ ਬਾਰੇ ਪਤਾ ਨਹੀਂ ਇਹਨਾਂ ਨੂੰ, ਤਾਂ ਪਤਾ ਨਹੀਂ ਹੈ ਪੁੰਨ ਪਾਪ ਦੇ ਬਾਰੇ। ਮਾਨੁਖਾ ਅਵਤਾਰ ਦੁਰਲਭ ਤੇਹੀ ਸੰਗਤ ਪੋਚ। ਉਹ ਮੇਰੇ ਮਨਾ, ਤੈਨੂੰ ਤਾਂ ਮਨੁੱਖ ਦਾ ਸਰੀਰ ਮਿਲਿਆ ਹੋਇਆ, ਤੂੰ ਤਾਂ ਮਨੁੱਖ ਦੇ ਅਵਤਾਰ ਦੇ ਵਿੱਚ ਆਇਆ ਹੈ, ਤੂੰ ਇਨਸਾਨ ਦਾ ਜੂਨ ਜਾਮੇ ਦੇ ਵਿੱਚ ਹੈਗਾ। ਇੰਨੀ ਬੁੱਧੀ ਤੇਰੇ ਕੋਲ ਦਿੱਤੀ ਆ ਮਾਲਕ ਪਰਮਾਤਮਾ ਨੇ, ਤੇਰੀ ਸੁਰਤ ਮਤ ਮਨ ਬੁੱਧ, ਤੈਨੂੰ ਇੰਨੀ ਸ਼ਾਰਪ ਬੁੱਧੀ ਦਿੱਤੀ ਹੋਈ ਆ, ਤੇ ਫੇਰ ਵੀ ਤੇਰੀ ਸੰਗਤ ਜਿਹੜੀ ਹੈ ਇੰਨੀ ਮਾੜੀ ਹੈਗੀ ਆ। ਮਾਨੁਖਾ ਅਵਤਾਰ ਦੁਰਲਭ, ਔਰ ਇੰਨਾ ਦੁਰਲਭ ਰੇਅਰ ਤੈਨੂੰ ਮਨੁੱਖਾ ਸਰੀਰ ਲੱਭਿਆ ਹੋਇਆ ਹੈ 84 ਲੱਖ ਜੂਨਾਂ ਤੋਂ ਉੱਪਰ। ਮਾਨੁਖਾ ਅਵਤਾਰ ਦੁਰਲਭ ਤੇਹੀ ਸੰਗਤ ਪੋਚ, ਫਿਰ ਉਹਦੇ ਨਾਲ ਵੀ ਉਹ ਮਨੁੱਖ ਦਾ ਸਰੀਰ ਲੈ ਕੇ ਵੀ ਤੂੰ ਮਾੜੀ ਸੰਗਤ ਕਰ ਰਿਹਾ ਹੈ, ਕਮਾਲ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਦੇਖੋ ਰਵਿਦਾਸ ਜੀ ਸਾਨੂੰ ਫੇਰ ਸਮਝਾਉਂਦੇ ਨੇ, ਕਹਿੰਦੇ ਕਿ ਕਿਤੇ ਜਾਨਵਰ ਆ, ਕੁੱਤੇ ਦਾ ਸੁਭਾਅ ਆ ਜੋ ਉਹਨੇ ਉਸੇ ਹੀ ਤਰੀਕੇ ਨਾਲ ਜੀਵਨ ਬਤੀਤ ਕਰਨਾ ਹੈ। ਮੱਝ ਦਾ ਸੁਭਾਅ ਆ ਉਹਨੇ ਉਸੇ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਹੈ। ਸ਼ੇਰ ਦਾ ਜਿਹੜਾ ਸੁਭਾਅ ਆ ਉਹਨੇ ਉਸੇ ਹੀ ਚੀਜ਼ ਨੂੰ ਖਾਣਾ ਹੈ ਜਿਹੜਾ ਉਹਦਾ ਸੁਭਾਅ ਹੈ। ਠੀਕ ਹੈ। ਉਹ ਕਹਿੰਦੇ ਤੇਰੇ ਅੰਦਰ ਵਿਵੇਕ ਹੈਗਾ, ਕਾਫੀ ਵੱਡੀ ਚੇਤਨਾ ਤੇਰੇ ਅੰਦਰ ਹੈ। ਹੁਣ ਪੱਥਰਾਂ 'ਚ ਬਹੁਤ ਘੱਟ ਚੇਤਨਾ ਹੈ। ਠੀਕ ਹੈ। ਹੁਣ ਕੀੜਿਆਂ ਵਿਚਾਰਿਆਂ 'ਚ ਉਨੀ ਕੁ ਚੇਤਨਾ ਹੈ, ਬਸ ਖਾਣਾ ਪੀਣਾ, ਉੱਥੇ ਰਹਿਣਾ। ਉਹਨਾਂ ਤੱਕ ਉਹਦੀ ਦੀ ਚੇਤਨਾ ਇੰਨੀ ਹੈ ਕਿ ਅੰਨ ਨੂੰ ਲੱਭਣਾ ਹੈ ਤੇ ਖਾਣਾ ਹੈ, ਪੀਣਾ ਹੈ ਤੇ ਸੌਣਾ ਹੈ। ਤੁਸੀਂ ਦੋ ਵੀ ਜਾਨਵਰ ਦੇਖੋ, ਪੰਛੀ ਦੇਖੋ, ਉਹਨਾਂ ਦਾ ਜੀਵਨ ਇੰਨਾ ਹੈ, ਖਾਣਾ ਪੀਣਾ ਤੇ ਸੌਣਾ, ਬਸ ਇਸੇ ਦੇ ਵਿੱਚ ਉਹਨਾਂ ਦਾ ਜੀਵਨ ਬਤੀਤ ਕਰਦਾ ਹੈ। ਹੁਣ ਪੰਛੀ ਸਵੇਰੇ ਉੱਠਦੇ ਨੇ, ਵੇਖੋ ਉਹ ਅੰਨ ਦੀ ਭਾਲ 'ਚ ਨਿਕਲਦੇ ਨੇ, ਜਦੋਂ ਉਹਨਾਂ ਨੂੰ ਅੰਨ ਪ੍ਰਾਪਤ ਹੋ ਜਾਂਦਾ ਤੇ ਵਾਪਸ ਆ ਜਾਂਦੇ। ਹਰ ਕੋਈ ਜਿਹੜਾ ਜੀਵ ਆ ਉਹ ਅੰਨ ਦੀ ਰਿਜ਼ਕ ਦੀ ਭਾਲ 'ਚ ਬੈਠਾ ਹੈ। ਪਰ ਇੱਕ ਗੱਲ ਯਾਦ ਰੱਖਣੀ, ਜਿਹੜਾ ਸ਼ੇਰ ਆ ਨਾ, ਉਹਦਾ ਜਦੋਂ ਪੇਟ ਭਰ ਜਾਂਦਾ ਹੈ ਨਾ, ਉਸ ਤੋਂ ਵੱਧ ਸ਼ਿਕਾਰ ਨਹੀਂ ਜੋ ਕਰਦਾ। ਇਹ ਚੀਜ਼ ਨੋਟਿਸ ਕਰੋ, ਸਾਡੇ ਤੋਂ ਜ਼ਿਆਦਾ ਸਿਆਣੇ ਨੇ। ਪ੍ਰਕਿਰਤੀ ਨੇ ਨਿਯਮ ਬਣਾਇਆ, ਹੁਣ ਸ਼ੇਰ ਜੇ ਹਟੇ ਹੀ ਨਾ ਤੇ ਜੰਗਲ ਸਾਰਾ ਖਤਮ ਕਰ ਦੇ। ਆਪਾਂ ਜਿਹੜੇ ਹੈਗੇ ਗੋਰਖੀ ਸਾਹਿਬ, ਇਨਸਾਨ ਜਿਹੜਾ ਹੈਗਾ ਬਿਲਕੁਲ ਹਟਦਾ ਹੀ ਨਹੀਂ ਹੈਗਾ। ਉਹ ਤਾਂ ਜਿਹੜਾ ਪੇਟ ਨੂੰ ਤਾਂ ਇੱਕ 5% ਜਿੰਨੀ ਕੁ ਆਪਾਂ ਨੇ ਹੁਣ ਤੱਕ ਸੋਚ ਕੇ ਦੇਖ ਲਈ ਹੈ, ਜਿੰਨੀ ਕੁ ਆਪਾਂ ਨੇ ਕਮਾਈ ਕੀਤੀ ਆ, ਉਹਦੇ ਚੋਂ 5% ਦੀ ਵੀ ਆਪਾਂ ਨੂੰ ਜਿਹੜੀ ਹੈਗੀ ਜ਼ਰੂਰਤ ਨਹੀਂ ਹੈ, ਨੀਡ ਨਹੀਂ ਹੈਗੀ। ਹਾਂਜੀ ਗੋਰਖੀ ਸਾਹਿਬ। ਹਾਂ ਬਿਲਕੁਲ ਠੀਕ ਹੈ। ਔਰ ਇਹ ਪਤਾ ਕੀ ਹੁੰਦਾ, ਬੰਦੇ ਦੇ ਅੰਦਰ ਜਿਹੜਾ ਅਗਿਆਨ ਆ, ਅਵਿਦਿਆ ਹੈ, ਔਰ ਵਿਚਾਰੇ ਨੂੰ ਪਤਾ ਨਹੀਂ ਲੱਗਦਾ ਕਿ ਮੇਰਾ ਮਨ ਬਿਮਾਰ ਆ, ਨਾ ਉਹ ਮੰਨਦਾ। ਹੁਣ ਇੱਕ ਬੰਦਾ ਬਿਮਾਰ ਹੋਵੇ, ਉਹਦਾ ਇਲਾਜ ਕਰ ਦਈਏ, ਲਿਆਓ ਵੀ ਇਹਦਾ ਇਲਾਜ ਕਰੀਏ, ਕਹਿੰਦਾ ਖੁਦ ਆ ਗਿਆ ਸਾਡੇ ਕੋਲ ਕਲੀਨਿਕ 'ਚ। ਜਿਹੜਾ ਬੰਦਾ ਆਉਂਦਾ ਹੀ ਨਹੀਂ ਕਲੀਨਿਕ, ਉਹਨੇ ਰੋਗ ਨੂੰ ਹੀ ਬੜਾ ਵਧੀਆ ਸਮਝਿਆ, ਉਹ ਤੇ ਬੜਾ ਖੁਸ਼ ਹੈ। ਤੁਸੀਂ ਆਮ ਬੰਦਾ ਜਿਹੜਾ ਠੱਗੀਆਂ ਰਿਸ਼ਵਤਾਂ ਲੈਂਦਾ ਹੈ, ਚੋਰੀਆਂ ਕਰਦਾ ਹੈ, ਡਾਕੇ ਮਾਰਦਾ ਹੈ, ਉਹ ਕਹਿੰਦਾ ਬੜਾ ਵਧੀਆ। ਆਹ ਵੇਖੋ ਮੈਂ ਠੱਗੀ ਮਾਰੀ, ਰੁਪਈਆ 40-50 ਲੱਖ ਲੁੱਟ ਲਿਆ। ਲੋਕੀ ਤੇ ਵੇਖੋ ਕਿਹੋ ਜਿਹੇ ਬੰਦੇ ਨੇ, ਛੋਟੇ ਬੱਚੇ ਚੋਰੀ ਕਰਕੇ ਲੋਕੀ ਵੇਚ ਆਉਂਦੇ ਨੇ 40-50 ਹਜ਼ਾਰ ਰੁਪਏ ਬਦਲੇ। ਇਹ ਦੇਖੋ ਕਿੱਦਾਂ ਦੀ ਲੋਕ ਦੀ ਸੋਚ ਹੈ, ਕਿੱਦਾਂ ਦੇ ਲੋਕ ਨੇ। ਇਹ ਬਾਣੀ ਦੇ ਵਿੱਚ ਲਿਖਿਆ ਤਾਈਓ, ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੱਢ ਹੱਤਿਆ ਕਮਾਈ। ਅਸੰਖ ਨੇ ਇੱਦਾਂ ਦੇ ਲੋਕ ਜਿਹੜੇ ਗਲ ਵੱਢਦੇ ਨੇ, ਹੱਤਿਆ ਕਮਾਉਂਦੇ ਨੇ, ਜੋ ਚੋਰੀਆਂ ਕਰਦੇ ਨੇ। ਮਤਲਬ ਇਹ ਦੇਖੋ ਇੱਦਾਂ ਦੇ ਜੀ ਹੈ, ਉਹ ਬੰਦੇ ਨੇ ਕੱਪੜੇ ਬੰਦੇ ਵਰਗੇ, ਪਰ ਅੰਦਰ ਵੇਖੋ ਜੀਵ ਉਹਨਾਂ ਦਾ ਕਿੰਨਾ ਮਲੀਨ ਹੈ। ਉਹਨੂੰ ਆਪਣੀ ਮਿਹਨਤ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਉਹਨੂੰ ਪਤਾ ਹੀ ਨਹੀਂ ਕਿ ਇਹ ਜਿਹੜਾ ਮੈਂ ਕੰਮ ਕਰ ਰਿਹਾ ਤਾਂ ਮੈਨੂੰ ਸੁੱਖ ਮਿਲ ਰਿਹਾ ਜਾਂ ਦੁੱਖ ਮਿਲ ਰਿਹਾ। ਉਹਦੇ ਅੰਦਰ ਵਿਵੇਕ ਨਹੀਂ ਹੈਗਾ। ਪਰ ਆਪ ਜਸਟ ਸੋਚੋ, ਜਿਹੜੀ ਚੀਜ਼ ਮੇਰੀ ਨਹੀਂ ਆ, ਮੈਂ ਚੋਰੀ ਕਰਕੇ ਲੈ ਆਇਆ, ਕੀ ਮੈਨੂੰ ਸੁੱਖ ਦੇਵੇਗੀ? ਨਹੀਂ ਦੇ ਸਕਦੀ। ਉਹਦੇ ਪ੍ਰਕਿਰਤੀ ਦੇ ਉਲਟ ਹੈ। ਆਪ ਜਸਟ ਸੋਚੋ, ਹੁਣ ਕਿਸੇ ਦੇ ਘਰ ਪੱਖਾ ਲੱਗਾ ਵਾ, ਉਹਨਾਂ ਦਾ ਪੱਖਾ ਲਾ ਕੇ ਮੈਂ ਆਪਣੇ ਘਰ ਲਾ ਲਿਆ, ਨਿੱਜਾ ਸਾਹਿਬ ਉਹਦੀ ਹਵਾ ਮੈਨੂੰ ਸੁੱਖ ਦਊਗੀ? ਦੱਸੋ। ਬਿਲਕੁਲ ਨਹੀਂ। ਨਹੀਂ, ਤੁਹਾਡਾ ਮਨ ਮੰਨਦਾ ਵਾ ਕੋਈ ਸੁੱਖ ਮਿਲੂਗਾ ਮੈਨੂੰ ਬੜਾ ਵਧੀਆ, ਇਹਦੇ ਘਰ ਏਸੀ ਲੱਗਾ ਹੈ, ਮੈਂ ਚੋਰੀ ਕਰਕੇ ਲੈ ਆਇਆ, ਇੱਥੇ ਲਾ ਲਿਆ ਆਪਣੇ ਘਰੇ, ਦਊਗਾ ਮੈਨੂੰ ਸੁੱਖ? ਮਨ ਨੇ ਤਾਂ ਅੰਦਰੋਂ ਬੋਲੀ ਜਾਣਾ ਹੈ ਭਾਈ, ਦੂਜੇ ਦਾ ਹੈ। ਹਾਂ, ਤੁਸੀਂ ਚੋਰੀ ਦੀ ਗੱਡੀ ਲੈ ਆਓ, ਸਾਰਾ ਕੁਝ ਤੁਹਾਡੇ ਨਾਂ ਤੇ ਲਾਤਾ, ਤੁਸੀਂ ਚਲਾਓਗੇ, ਪਰ ਜਿਵੇਂ ਹੀ ਤੁਸੀਂ ਗੱਡੀ 'ਚ ਬੈਠੇ ਤੁਹਾਨੂੰ ਪਤਾ ਹੈ ਗੱਡੀ ਚੋਰੀ ਦੀ ਹੈ, ਕੀ ਕਰ ਲਓਗੇ? ਕਿਹਨੂੰ? ਕਿਉਂਕਿ ਤੁਹਾਡੇ ਅੰਦਰ ਆਤਮਾ ਬੈਠੀ ਹੈ,
ਉਹਨੇ ਤੇ ਕਹਿਣਾ ਹੈ ਚੋਰੀ ਦੀ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂ, ਉਹਨੇ ਫਟਕਾਰਾਂ ਪਾਉਣੀਆਂ ਤਾਂ ਕਿ ਨਹੀਂ ਇਹ ਤੇਰਾ ਨਹੀਂ, ਤੁਸੀਂ ਮਾੜਾ ਕੰਮ ਕਰਕੇ ਵੇਖੋ। ਉਹ ਤੇ ਰੌਲਾ ਪਾਉਂਦੀ ਹੈ ਕਾਹਨੂੰ ਕਰ ਰਿਹਾ। ਪਰ ਇਹ ਗੱਲ ਹੈਗੀ ਜੇ, ਮੈਂ ਨਾ ਸਵੇਰੇ ਘਰੋਂ ਬਾਹਰ ਨਿਕਲਿਆ ਤੇ ਪਹਿਲਾਂ ਮੈਂ ਵਰਜਿਸ਼ ਕਰਕੇ ਆਇਆ, ਅੱਧਾ ਘੰਟਾ ਬੜਾ ਮਜ਼ਾ ਆਇਆ। ਫਿਰ ਮੈਂ ਬੂਹੇ ਗੜੀ ਵੇਖਿਆ ਤੇ ਨਾ ਸਾਡੇ ਘਰ ਤੋਂ ਨਾ ਅਗਲੇ ਬੰਨੇ ਇੱਕ ਪਲਾਟ ਆ, ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਏਦਾਂ ਕਰੋ ਤੇ ਤੁਸੀਂ ਆਂਟੀ ਕੰਧ ਕਰ ਦਿਓ ਨਾ। ਕੰਧ ਕਰਤੀ। ਚਲੋ ਇੱਥੇ ਲੋਕੀ ਕੰਧ ਬੜਾ ਤੋੜਦੇ। ਹੁਣ ਉੱਥੇ ਲਿਫਾਫੇ ਪਏ ਸੀ ਨਿੱਜਰ ਸਾਹਿਬ, ਕਿੰਨੇ ਛੋਟੇ ਛੋਟੇ ਲਿਫਾਫੇ ਗੰਦੇ ਮੰਦੇ ਵਾਹਵਾ ਚਿਰਦੇ। ਹੁਣ ਜੇ ਨਾ ਚੁੱਕੀਏ ਤੇ ਉਹ ਚੁੱਕਣੇ ਨਹੀਂ ਕਿਸੇ ਨੇ। ਮੈਂ ਉਹਨਾਂ ਨੂੰ ਚੁੱਕਿਆ, ਦੋਵਾਂ ਲਿਫਾਫਿਆਂ ਚ ਪਾਇਆ, ਵਾਹਵਾ ਹੀ 40-50 ਛੋਟੇ ਛੋਟੇ ਲਿਫਾਫੇ ਮੈਂ ਚੁੱਕਿਆ। ਤੇ ਨਿੱਜਰ ਸਾਹਿਬ ਇੰਨੀ ਮੈਨੂੰ ਸ਼ਾਂਤੀ ਮਿਲੀ ਨਾ, ਚੰਗਾ ਲੱਗਾ ਮੈਨੂੰ। ਦੇਖੋ ਆਪ ਚੰਗਾ ਕੰਮ ਕਰਕੇ ਦੇਖੋ, ਤੁਹਾਨੂੰ ਤੁਹਾਡੀ ਆਤਮਾ ਨੇ ਆਸ਼ੀਰਵਾਦ ਦੇ ਦੇਣਾ ਹੈ, ਤੁਹਾਨੂੰ ਉਹਨੇ ਡੋਪਾਮਾਈਨ ਦੇਣਾ ਹੈ। ਬਹੁਤ ਵਧੀਆ ਕੰਮ। ਹੁਣ ਕਿਸੇ ਨੇ ਵੇਖਿਆ ਥੋੜੀ ਮੈਨੂੰ ਤੇ ਚੁੱਕਦੇ ਨੂੰ, ਪਰ ਮੈਂ ਜਿਹੜਾ ਚੁੱਕਿਆ, ਪਰ ਮੇਰੇ ਅੰਦਰ ਜਿਹੜਾ ਜੀਵ ਦੇ ਅੰਦਰ ਜਿਹੜਾ ਚੇਤਨਾ ਬੈਠੀ, ਆਤਮਾ ਬੈਠੀ ਆ, ਉਹਨੂੰ ਤਾਂ ਪਤਾ ਨਾ ਕਿ ਕਰਨਜੀਤ ਨੇ ਵਧੀਆ ਕੰਮ ਕੀਤਾ, ਧਰਤੀ ਦੀ ਸਫਾਈ ਕੀਤੀ ਹੈ। ਕਮ ਸੇ ਕਮ ਜ਼ਿਆਦਾ ਤਾਂ ਨਹੀਂ ਆਪਣਾ ਬੋਝ ਸਾਫ਼ ਕਰ ਲਿਆ। ਆਪਾਂ ਜਿਹੜਾ ਵੀ ਚੰਗਾ ਕੰਮ ਕਰਦੇ ਆ, ਆਤਮਾ ਸਾਨੂੰ ਬਹੁਤ ਲਾਈਕ ਕਰਦੀ ਹੈ। ਜੇ ਆਪਾਂ ਬੁਰਾ ਕੰਮ ਕਰਦੇ ਆ ਤੇ ਉਹ ਰੌਲਾ ਪਾਉਂਦੀ ਹੈ ਅੱਗੋਂ, ਕਿਉਂਕਿ ਜੇ ਉਹ ਨਾ ਦੱਸੂ ਤੇ ਕੌਣ ਦੱਸੇਗਾ। ਪਰ ਬੰਦਾ ਬਹੁਤ ਬੇਸ਼ਰਮ ਹੈ, ਇਹ ਸ਼ਰਾਬ ਪੀ ਲੈਂਦਾ ਹੈ ਉਸ ਆਵਾਜ਼ ਨੂੰ ਚੁੱਪ ਕਰਾਉਣ ਦੇ, ਕਿਉਂਕਿ ਉਹਦਾ ਆਵਾਜ਼ ਚੁੱਪ ਨਹੀਂ ਹੁੰਦੀ, ਉਹਦਾ ਨੀਂਦ ਨਹੀਂ ਆਉਣੀ। ਹਾਂਜੀ ਨਿੱਜਰ ਸਾਹਿਬ, ਫਿਰ ਕੀ ਕਹਿ ਰਹੇ ਨੇ? ਕਿ ਉਹ ਕਹਿੰਦੇ ਆ ਕਿ ਜਿਹੜੇ ਹੈਗੇ, ਕਹਿੰਦੇ ਮਨੁੱਖ ਦਾ ਅਵਤਾਰ ਹੈਗਾ, ਰੇਅਰ ਹੈਗਾ, ਦੁਰਲਭ, ਤੇ ਹੀ ਸੰਗਤ ਪਹੁੰਚ ਕਿ ਉਹਦੇ ਵਿੱਚ ਵੀ ਆ ਕੇ ਫਿਰ ਮਾੜੀ ਸੰਗਤ ਆ ਭਾਈ। ਹਾਂ, ਉਹ ਕਹਿੰਦੇ ਆ ਕਿ ਇੱਕ ਮੂਰਖ ਹੋਵੇ, ਤੁਸੀਂ ਉਹਨੂੰ ਸਮਝਾ ਸਕਦੇ, ਕਿੱਦਾਂ ਸਮਝਾਓਗੇ ਤੇ ਮੂਰਖ ਹੈ। ਪਰ ਤੇਰੇ ਅੰਦਰ ਤੇ ਚੇਤਨਾ ਹੈ, ਤੇਰੇ ਅੰਦਰ ਵਿਵੇਕ ਹੈ, ਤੂੰ ਇਨਸਾਨ ਹੈ, ਤੈਨੂੰ ਸਾਰਾ ਪਤਾ ਹੈ ਕੀ ਬੋਲਣਾ ਹੈ ਕੀ ਨਹੀਂ ਬੋਲਣਾ, ਕੀ ਖਾਣਾ ਨਹੀਂ ਖਾਣਾ। ਪਰ ਇਹਦੇ ਬਾਵਜੂਦ ਵੀ ਜਦੋਂ ਉਲਟੇ ਪੁਲਟੇ ਕੰਮ ਕਰੇਗਾ, ਐਸੇ ਕਰਮ ਕਰੇਗਾ, ਕਰਮ ਦਾ ਮਤਲਬ ਤੁਸੀਂ ਬੀਜ, ਤੁਸੀਂ ਆਪਣੇ ਚੇਤਨ ਚ, ਆਪਣੇ ਕਾਰਨ ਚ ਬੀਜ ਇਕੱਠੇ ਕਰ ਰਹੇ ਹੋ। ਉਹ ਜਿਹੜੇ ਬੀਜ ਤੁਹਾਡੇ ਨਾਲ ਜਾਣੇ ਆ, ਜਦ ਤੱਕ ਬੀਜ ਨੇ ਤਦ ਤੱਕ ਜੀਵ ਗਤੀ ਕਰੇਗਾ। ਉਹਨਾਂ ਨੂੰ ਭੋਗਣਾ ਕਿੰਨੇ ਹੈ? ਹੁਣ ਮੈਂ ਭੜੋਲਾ ਭਰ ਕੇ ਲੈ ਕੇ ਜਾਊਂਗਾ ਤੇ ਪਰਮਾਤਮਾ ਕਹੂਗਾ ਕਿ ਹਾਂ ਵੀ ਚਰਨਜੀਤ ਲਿਆ ਭੜੋਲਾ ਸਾਨੂੰ ਦੇ ਜਾ, ਤੇ ਉਹਦਾ ਤੂੰ ਮੁਕਤ ਆ। ਉਹ ਭੜੋਲਾ ਮੈਨੂੰ ਖਾਲੀ ਕਰਕੇ ਜਾਣਾ ਪਊਗਾ। ਹੁਣ ਤੁਸੀਂ ਵੇਖਿਆ ਨੀ ਬ੍ਰਹਮ ਗਿਆਨੀ ਕਈ ਇੱਥੇ ਭੋਗ ਕੇ ਜਾਂਦੇ ਨੇ, ਕਈ ਏਦਾਂ ਦੇ ਕਰਮ ਇਹਨਾਂ ਨੂੰ ਭੋਗਣੇ ਪੈਣੇ ਆ। ਉਹ ਤਾਂ ਮੁਕਤੀ ਨਹੀਂ ਹੈਗੀ, ਫਿਰ ਉਹ ਭੋਗ ਜਾਂਦੇ ਨੇ ਤੇ ਉਹ ਜਿਹੜੀ ਚੀਜ਼ ਸ਼ਾਂਤ ਹੋ ਜਾਂਦੀ ਹੈ। ਵੇਖੋ, ਔਰ ਇਹੀ ਤੇ ਪ੍ਰਕਿਰਤੀ ਦਾ ਨਿਯਮ ਹੈ, ਜਿਹੜੀ ਚੀਜ਼ ਆਪਾਂ ਬੀਜਣੀ ਆ ਉਹਨੇ ਉਗਣਾ। ਹਾਂ, ਇੱਕ ਚੀਜ਼ ਹੋ ਰਿਹਾ, ਕੁਛ ਕਰਮ ਜਿਹੜੇ ਹੁੰਦੇ ਨੇ ਬੜੇ ਪਾਵਰਫੁਲ ਕਰਮ ਹੁੰਦੇ, ਉਹਨਾਂ ਨੂੰ ਭੋਗਣਾ ਜ਼ਰੂਰ ਪੈਂਦਾ ਹੈ। ਮੈਂ ਵੇਖਿਆ, ਮੈਂ ਨਿੱਜਰ ਸਾਹਿਬ ਇਹ ਸੱਚ ਹੈ, ਇਹ ਚੀਜ਼ ਮੈਂ ਕਹਾਂ। ਬਾਕੀ ਡਿਸਕਾਊਂਟ ਜਿਹੜਾ ਹੁੰਦਾ ਵਾ, ਤੁਹਾਡਾ ਉੱਪਰਲਾ ਜਿਹੜਾ ਵਿਆਜ ਪਿਆ ਉਹ ਮਾਫ ਹੋ ਜਾਂਦਾ, ਪਰ ਸੱਟ ਜਿਹੜੀ ਤੁਹਾਡੀ ਐਕਸ਼ਨ ਹੈ ਨਾ, ਉਹ ਤੁਹਾਨੂੰ ਭੋਗਣੇ ਪੈਣੇ। ਕਿਉਂਕਿ ਖਾਦੇ ਬਿਨਾਂ ਕਿੱਦਾਂ ਮੁੱਕਣਗੇ ਉਹ ਤੁਹਾਨੂੰ ਥੋੜਾ ਜਿਹਾ ਉਹਦਾ ਹਿੱਸਾ ਜ਼ਰੂਰ ਮਿਲੇਗਾ। ਇਹ ਪਲੀਜ਼ ਇਹ ਚੀਜ਼ ਨੂੰ ਧਿਆਨ ਰੱਖਿਓ। ਔਰ ਜਿਹੜਾ ਬੰਦਗੀ ਕਰਦਾ ਉਸ ਤੇ ਇਸੇ ਕਰਕੇ ਥੋੜੇ ਬਹੁਤੇ ਕਸ਼ਟ ਵੀ ਆਉਂਦੇ ਆ, ਕਿ ਪ੍ਰਕਿਰਤੀ ਨੇ ਹਿਸਾਬ ਜਿਹੜਾ ਨਾ ਬਰਾਬਰ ਕਰਨਾ ਹੁੰਦਾ ਹੈ। ਜਿਹੜੇ ਜੀਵ ਨੇ ਬੰਦਗੀ ਨਹੀਂ ਨਾ ਕਰਨੀ, ਉਸ ਤੇ ਪ੍ਰਕਿਰਤੀ ਦਾ ਕੋਈ ਇੰਟਰਸਟ ਨਹੀਂ ਹੁੰਦਾ, ਕਿਉਂਕਿ ਪ੍ਰਕਿਰਤੀ ਨੂੰ ਪਤਾ ਹੈ ਲੰਬੀਆਂ ਤਾਣ ਕੇ ਬੈਠਾ ਹੈ, ਇਹਨੇ 2-4 ਹਜ਼ਾਰ ਕਰੋੜ ਸਾਲ ਇੱਥੇ ਜਨਮ ਲੈਣਾ ਹੈ, ਉਹਨੂੰ ਕੋਈ ਕਾਹਲੀ ਨਹੀਂ ਹੈ। ਪਰ ਜਿਹਦੇ ਬੰਦੇ ਦੀ ਮੁਕਤੀ ਹੁੰਦੀ ਹੈ ਨਾ, ਉਹਦੇ ਤੇ ਕੀ ਹੁੰਦਾ ਕਿ ਉਹ ਚਾਹੁੰਦੀ ਹੈ ਕਿ ਛੇਤੀ ਛੇਤੀ ਜਿਹੜਾ ਬੈਲੈਂਸ ਇਹਦਾ ਕਲੀਅਰ ਕਰ ਦਿੱਤਾ ਜਾਵੇ, ਕਿਉਂਕਿ ਇਹਦਾ ਆਖਰੀ ਜਨਮ ਹੈ, ਇਹਨੇ ਦੁਬਾਰਾ ਨਹੀਂ ਆਉਣਾ। ਬਿਲਕੁਲ ਠੀਕ ਹੈ ਗੋਰਖੀ ਸਾਹਿਬ। ਨਾਲੇ ਇੱਕ ਹੋਰ ਚੀਜ਼ ਹੈ ਨਾ, ਜਦ ਆਪਾਂ ਧਿਆਨ ਸਿਮਰਨ ਕਰ ਰਹੇ ਹਾਂ ਤੇ ਉਹਦੀ ਪਾਵਰ ਇੰਨੀ ਜ਼ਿਆਦਾ ਹੈਗੀ ਕਿ ਇਹਦਾ ਇੰਪੈਕਟ ਜਿਹੜਾ ਹੈਗਾ ਇਹ ਘਟ ਜਾਂਦਾ ਹੈ। ਬੰਦੇ ਨੂੰ ਇੰਪੈਕਟ ਭਾਵਨਾ ਜਿਹੜੀ ਹੈਗੀ ਉਹ ਘਟ ਜਾਂਦੀ ਹੈ, ਇਹਦਾ ਪ੍ਰੈਸ਼ਰ ਜਿਹੜਾ ਹੈਗਾ ਜੋ ਨਹੀਂ। ਨਿੱਜਰ ਸਾਹਿਬ, ਉਹ ਪਤਾ ਕਿੰਦਾ, ਜਦੋਂ ਆਪਾਂ ਤਪ ਕਰਦੇ ਹਾਂ ਨਾ, ਤਪ ਦੇ ਨਾਲ ਕੀ ਹੁੰਦਾ ਕਿ ਤੁਹਾਡੇ ਤੇ ਨਾ ਉਹਦਾ ਪ੍ਰਭਾਵ ਨਹੀਂ ਪੈਣਾ। ਬਸ ਹੁਣ ਤੁਸੀਂ ਵੇਖੋ ਨਾ, ਆਮ ਬੰਦੇ ਨੂੰ ਗੋਲੀ ਮਾਰੋਗੇ ਤੇ ਵੱਜ ਜਾਂਦੀ ਹੈ। ਹੁਣ ਜਿੱਦੇ ਬੰਦੇ ਨੇ ਅੱਗੇ ਬੁਲਟ ਪ੍ਰੂਫ ਜੈਕਟ ਪਾਈ ਹੁੰਦੀ ਹੈ ਨਾ, ਉਹਦੇ ਤੇ ਉਹ ਗੋਲੀ ਦਾ ਪ੍ਰਭਾਵ ਨਹੀਂ ਹੁੰਦਾ। ਹੱਟ ਜ਼ਰੂਰ ਲੱਗਦੀ ਹੈ, ਪਰ ਉਹਨੂੰ ਨੁਕਸਾਨ ਨਹੀਂ ਕਰਦੀ। ਇਸੇ ਤਰ੍ਹਾਂ ਜਿਹੜਾ ਬੰਦਾ ਤਪ ਕਰਦਾ, ਤਪੱਸਿਆ ਕਰਦਾ ਹੈ, ਕਹਿਣ ਤੋਂ ਭਾਵ ਆ ਉਹਦੇ ਅੰਦਰ ਜਿਮ ਚ ਗਿਆ, ਹੁਣ ਬੰਦੇ ਨੇ ਐਕਸਰਸਾਈਜ਼ ਕੀਤੀ, ਉਹਦੇ ਮਸਲਾਂ ਚ ਬੜੀ ਜਾਨ ਆ ਗਈ ਆ। ਹੁਣ 10-20 ਕਿਲੋ 30 ਕਿਲੋ ਵਜਨ ਉਹਨੂੰ ਕੁਛ ਨਹੀਂ ਕਹਿੰਦਾ, ਕਿਉਂਕਿ ਉਹਨੇ ਆਪਣੇ ਆਪ ਨੂੰ ਉਹ ਕੈਪੇਬਲ ਬਣਾ ਲਿਆ, ਕੈਪੈਸਿਟੀ ਇਨਕਰੀਜ਼ ਕਰ ਲਈ ਹੈ। ਇਸੇ ਹੀ ਤਰ੍ਹਾਂ ਨਿੱਜਰ ਸਾਹਿਬ, ਜਦੋਂ ਆਪਾਂ ਬੰਦਗੀ ਕਰਦੇ ਹਾਂ, ਜਿਵੇਂ ਅਸੀਂ ਆਤਮਾ ਤੱਤ ਚ ਲੀਨ ਹੁੰਦੇ ਆ ਨਾ, ਤੇ ਸਾਨੂੰ ਜਿਹੜੇ ਦੁੱਖ ਪ੍ਰਭਾਵਿਤ ਘੱਟ ਕਰਦੇ ਆ। ਕਿਉਂ ਨਹੀਂ ਕਰਦੇ? ਕਿਉਂਕਿ ਸਾਡੀ ਜਿਹੜੀ ਅੰਦਰ ਹੀ ਚੇਤਨਾ ਹੈ,
ਉਹ ਆਪਣੇ ਰੂਪ ਪ੍ਰਗਟ ਹੋ ਚੁੱਕੀ ਹੈ। ਇਸ ਕਰਕੇ ਹਾਂਜੀ ਨਿਜਰ ਸਰ। ਹਾਂ, ਹੁਣ ਅੱਗੇ ਬਿਲਕੁਲ ਇਹੀ ਗੱਲ ਕਰ ਰਹੇ ਰਵਿਦਾਸ ਜੀ ਜੋ ਆਪਾਂ ਡਿਸਕਸ ਕੀਤੀ ਹੈ, ਕਰਮਾਂ ਵਾਲੀ ਗੱਲ। ਜੀ ਜੰਤ ਜਹਾਂ 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 ਲਗ ਕਰਮ ਕੇ ਬਸ ਜਾਏ। ਕਹਿੰਦੇ ਕਰਮਾਂ ਦੇ ਬਸ ਜਾਣਾ ਪੈਂਦਾ ਹੈ ਭਾਈ ਇਨਸਾਨ ਨੂੰ, ਸਾਰਿਆਂ ਨੂੰ ਜਾਣਾ ਪੈਂਦਾ ਹੈ। ਜਿੰਨੇ ਵੀ ਜੋ ਜੀ ਹੈ, ਇਨਸਾਨ ਹੈਗਾ, ਜਾਨਵਰ ਹੈਗੇ, ਸਾਰੇ ਆਪਣੇ ਕਰਮਾਂ ਦੇ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਜਾਣਾ ਪੈਂਦਾ ਹੈ। ਕਰਮਾਂ ਦੇ ਵਸ ਹੈ। ਜੀ ਜੰਤ ਜਹਾਂ ਜਹਾਂ ਲਗ, ਜੀ ਜੰਤ ਜਹਾਂ ਜਹਾਂ ਲਗ ਕਰਮ ਕੇ ਬਸ ਜਾਏ। ਕਾਲ ਫਾਸ ਅਬੱਧ ਲਾਗੇ ਕਛ ਨ ਚਲੇ ਉਪਾਏ। ਪਰ ਕੀ ਹੁੰਦਾ ਉਹਦੇ ਨਾਲ? ਕਹਿੰਦੇ ਕਾਲ ਦੀ ਫਾਹੀ ਜਿਹੜੀ ਹੈਗੀ ਆ, ਐਸੀ ਅਬੱਧ ਕਹਿੰਦੇ ਆ, ਐਸੇ ਬੰਧਨ ਜਿਹੜੇ ਹੈਗੇ ਲੱਗ ਜਾਂਦੇ ਆ। ਅਬੱਧ ਕਹਿੰਦੇ ਆ ਉਹ ਬੰਧਨ ਜਿਹੜੇ ਹੈਗੇ ਨਹੀਂ ਟੁੱਟ ਸਕਦੇ, ਅਬੱਧ ਹੈਗੇ ਉਹ ਬੰਧਨ ਨਹੀਂ ਆ ਇਨਸਾਨ ਜਿਹੜਾ ਹੈਗਾ ਉਹਨਾਂ ਨੂੰ ਖੋਲ ਸਕਦਾ, ਤੋੜ ਸਕਦਾ ਕਾਲ ਦੀ ਫਾਹੀ ਨੂੰ। ਕਛ ਨਾ ਚੱਲੇ ਉਪਾਏ, ਔਰ ਕੋਈ ਉਪਾਅ ਵੀ ਨਹੀਂ ਚੱਲਦਾ। ਤੇ ਲਾਸਟ ਲਾਈਨ ਵੀ ਆਪਾਂ ਲੈ ਲਈਏ ਤੇ ਰਵਿਦਾਸ ਜੀ ਹੁਣ ਉਪਾਅ ਦੇ ਰਹੇ ਆ। ਰਵਿਦਾਸ ਦਾਸ ਉਦਾਸ ਭਜ ਭ੍ਰਮ ਤਪਨ ਤਪ ਗੁਰ ਗਿਆਨ। ਰਵਿਦਾਸ ਦਾਸ ਉਦਾਸ ਭਜ ਭ੍ਰਮ ਤਪਨ ਤਪ ਗੁਰ ਗਿਆਨ। ਕਹਿੰਦੇ ਨਿਕਲਣ ਦਾ ਰਸਤਾ ਇੱਕੋ ਹੀ ਹੈ ਪਿਆਰਿਓ, ਉਹ ਹੈਗਾ ਤਪਾਂ ਦੇ ਸਿਰ ਤੇ ਤਪ। ਕੀ ਹੈ? ਗੁਰੂ ਦਾ ਗਿਆਨ ਲਓ। ਤਪਾਂ ਤੋਂ ਤਪ ਹੈ ਗੁਰੂ ਦਾ ਗਿਆਨ ਪਾਏ। ਜੋ ਗੁਰੂ ਕਹਿ ਰਿਹਾ, ਜੋ ਬ੍ਰਹਮ ਗਿਆਨੀ ਕਹਿ ਰਿਹਾ, ਜੋ ਬ੍ਰਹਮ ਗਿਆਨ ਕਹਿ ਰਿਹਾ ਹੈ, ਭਜਨ ਕਰੋ ਪਰਮਾਤਮਾ ਦਾ। ਰਵਿਦਾਸ ਦਾਸ ਉਦਾਸ ਭਜ ਭ੍ਰਮ, ਇਹਦੇ ਨਾਲ ਜਿਹੜਾ ਹੈਗਾ ਭ੍ਰਮ ਜਿਹੜਾ ਹੈਗਾ, ਇਹ ਮਾਇਆ ਜਿਹੜੀ ਹੈਗੀ, ਇਹ ਜਿਹੜਾ ਖੇਡ ਮਾਲਕ ਨੇ ਪਾਈ ਹੋਈ ਆ। ਤੇ ਇਹ ਕਹਿੰਦੇ ਆ ਇਹ ਭਰਮ ਜਿਹੜਾ ਨਹੀਂ ਦਿਸ ਰਿਹਾ ਆਪਾਂ ਨੂੰ, ਹਨੇਰਾ ਹੈਗਾ ਜਿਹੜਾ, ਇਹ ਜਿਹੜਾ ਹੈਗਾ ਗੁਰੂ ਦਾ ਗਿਆਨ ਹੀ ਦੀਪਕ ਹੈਗਾ। ਰਵਿਦਾਸ ਦਾਸ ਉਦਾਸ ਭਜ ਭ੍ਰਮ ਤਪਨ ਤਪ ਗੁਰ ਗਿਆਨ। ਭਗਤ ਜਨ ਭੈ ਹਰਨ ਪਰਮਾਨੰਦ ਕਰੋ ਨਿਦਾਨ। ਭਗਤ ਜਨ ਭੈ ਹਰਨ, ਕਹਿੰਦੇ ਭਗਤ ਜਨ ਜਿਹੜੇ ਹੁੰਦੇ ਆ ਉਹਨਾਂ ਦਾ ਭੈ ਜਿਹੜਾ ਹੈਗਾ ਉਹ ਦੂਰ ਕਰਨ ਵਾਲਾ ਉਹ ਮਾਲਕ ਪਰਮਾਤਮਾ ਹੈਗਾ। ਉਹਦੀ ਸ਼ਰਨ ਦੇ ਵਿੱਚ ਹੁੰਦੇ ਆ। ਉਹ ਪਰਮ ਆਨੰਦ ਦਾ ਸੋਮਾ ਮਾਲਕ ਪਰਮਾਤਮਾ, ਉਹ ਜਿਹੜਾ ਹੈਗਾ ਕਰੋ ਨਿਦਾਨ। ਉਹ ਜਿਹੜੇ ਹੈਗੇ ਆ ਆਪਣੇ ਆਪ ਨੂੰ ਜਿਹੜਾ ਹੈਗਾ ਮਾਲਕ ਦੇ ਸਮਰਪਣ ਕਰ ਦਿੰਦੇ ਆ ਤੇ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਮਿਹਰ ਕਰ ਦਿੰਦਾ ਹੈ ਭਾਈ, ਉਹਨਾਂ ਨੂੰ ਗਿਆਨ ਦੇ ਦਿੰਦਾ ਹੈ। ਔਰ ਗਿਆਨ ਦੇ ਦੁਆਰਾ ਜਿਹੜੇ ਹੈਗੇ ਆ ਵਿਵੇਕ ਬੁੱਧ ਜਿਹੜੀ ਹੈ ਉਹ ਦੀਪਕ ਜਗ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਔਰ ਜਿਹੜੇ ਆ ਉਹ ਸਹੀ ਮਾਰਗ ਦੇ ਉੱਤੇ ਉਹ ਬੰਦਗੀ ਕਰਕੇ ਜਿਹੜੇ ਹੈਗੇ ਨਿਕਲ ਜਾਂਦੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਰਵਿਦਾਸ ਜੀ ਆਪਾਂ ਨੂੰ ਸਮਝਾ ਰਹੇ ਨੇ, ਕਹਿੰਦੇ ਕਿ ਦਾਸ ਉਦਾਸ ਭਜ ਤਜ ਭਰਮ ਤਪਨ ਤਪ ਗੁਰ ਗਿਆਨ। ਹੁਣ ਕਹਿੰਦੇ ਕਿ ਗਿਆਨ ਹੀ ਏਦਾਂ ਦਾ ਵਾ ਕਿ ਜਦੋਂ ਆਪਾਂ ਨੂੰ ਸੰਗਤ ਚੋਂ ਪ੍ਰਾਪਤ ਹੁੰਦਾ ਹੈ। ਵੇਖੋ ਆਪਾਂ ਨੂੰ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਪ੍ਰਮਾਤਮਾ ਦੇ ਵਿਚਾਰ ਕਰਦੇ ਹਾਂ, ਤੇ ਸਾਡਾ ਜੀਵਨ ਪਹਿਲੇ ਵਰਗਾ ਥੋੜੀ ਰਹਿ ਗਿਆ, ਬਦਲ ਗਿਆ ਨਾ। ਬਿਲਕੁਲ। ਪਹਿਲਾਂ ਵੀ ਆਪਾਂ ਸੰਗਤ ਕਰਦੇ ਸਾਂ, ਕਿੰਨੀ ਜ਼ਿੰਦਗੀ ਲੰਘ ਗਈ ਹੈ। ਪਹਿਲਾਂ ਕਿਉਂ ਨਹੀਂ ਜੀਵਨ ਬਦਲਿਆ? ਹੁਣ ਬਦਲ ਰਿਹਾ, ਕੁਦਰਤੀ ਬਦਲ ਰਿਹਾ। ਸੰਗਤ ਦੇ ਵਿੱਚ ਬਹੁਤ ਰੰਗਤ ਆਉਣੀ। ਤੁਸੀਂ ਚੰਗੀ ਸੰਗਤ ਕਰੋਗੇ ਚੰਗਿਆਈ ਆ ਜਾਏਗੀ, ਬੁਰੀ ਸੰਗਤ ਕੀਤੀ ਬੁਰਾਈ ਆ ਜਾਏ। ਹੁਣ ਗਿਆਨ ਕਿਹੜਾ ਕਿੱਥੋਂ ਆਪਾਂ ਨੂੰ ਆਪਾਂ ਬਾਣੀ ਦਾ ਗਿਆਨ ਲੈ ਰਹੇ ਹਾਂ, ਗੁਰਮੁਖਾਂ ਦਾ ਗਿਆਨ ਪ੍ਰਾਪਤ ਕਰ ਰਹੇ ਹਾਂ ਔਰ ਉਹਦੇ ਨਾਲ ਸਾਡੇ ਜੀਵਨ 'ਚ ਇਨਕਲਾਬ ਹੋ ਰਿਹਾ। ਬਿਲਕੁਲ ਹੋ ਰਿਹਾ ਜੀ। ਹਾਂ ਹੁਣ ਦੇਖੋ ਕਿ ਭਗਤ ਜਨ ਭੈ ਹਰਨ। ਹੁਣ ਜਿਹੜੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਆ, ਆਪਾਂ ਜਦੋਂ ਉਹਨਾਂ ਦੀ ਬਾਣੀ ਪੜ੍ਹਦੇ ਆ ਨਾ, ਉਹਦੇ ਨਾਲ ਹੁੰਦਾ ਕਿ ਸਾਨੂੰ ਭੈ ਤੋਂ ਮੁਕਤੀ ਮਿਲਦੀ ਹੈ। ਭੈ ਦਾ ਮਤਲਬ ਲੋਕਾਂ ਵਹਿਮਾਂ ਭਰਮਾਂ 'ਚ ਪੈ ਜਾਂਦਾ ਨਾ ਤੁਹਾਨੂੰ, ਕਿ ਆਹ ਨਾ ਕਰੋ, ਆਹ ਨਾ ਕਰੋ, ਉਹ ਨਾ ਕਰੋ। ਹੁਣ ਤੁਸੀਂ ਦੇਖੋ, ਤੁਸੀਂ ਕਈ ਕਰਮਕਾਂਡ ਜਿਹੜੇ ਨੇ ਛੱਡ ਦਿੱਤੇ ਆ, ਤੁਹਾਨੂੰ ਕਿਹਨੇ ਕਿਹਾ ਥੋੜੀ ਆ ਛੱਡ ਦੋ। ਤੁਹਾਨੂੰ ਪਤਾ ਲੱਗ ਗਿਆ ਕਿ ਇਹ ਤੇ ਐਵੇਂ ਹੀ ਆ, ਮੈਂ ਵੀ ਕਰ ਰਿਹਾ ਸੀ, ਉਹਨਾਂ ਚੀਜ਼ਾਂ 'ਚ ਕੁਛ ਨਹੀਂ ਹੈਗਾ। ਉਹ ਤੇ ਇੱਕ ਫਾਲਤੂ ਕਰਮਕਾਂਡ ਨੇ। ਉਹ ਫਿਰ ਉੱਥੋਂ ਤੁਹਾਨੂੰ ਮੁਕਤੀ ਮਿਲ ਗਈ, ਅਗਿਆਨ ਤੋਂ ਮੁਕਤੀ ਮਿਲ ਗਈ, ਭੈ ਤੋਂ ਮੁਕਤੀ ਮਿਲ ਗਈ, ਗਿਆਨ ਪੈਦਾ ਹੋ ਗਿਆ। ਹੁਣ ਜਦੋਂ ਪ੍ਰਕਾਸ਼ ਜਗ ਗਿਆ, ਹਨੇਰੀ 'ਚ ਤੁਹਾਨੂੰ ਦਿਖਦਾ ਪਈਆਂ ਚੀਜ਼ਾਂ ਸਾਰੀਆਂ, ਤੇ ਤੁਸੀਂ ਕਿੱਦਾਂ ਗਲਤੀ ਕਰੋਗੇ? ਨਹੀਂ ਕਰ ਸਕਦੇ। ਹੁਣ ਹਨੇਰਾ ਸੀ ਤੇ ਅਗਿਆਨ ਸੀ ਤੇ ਭਰਮ ਸੀ। ਅਸੀਂ ਹੋ ਸਕਦਾ ਕੰਬਲ ਨੂੰ ਰਿਸ਼ਤ ਸਮਝ ਕੇ ਬਹਿ ਜਾਈਏ, ਰੱਸੀ ਨੂੰ ਸੱਪ ਸਮਝ ਲਿਆ ਸੀ, ਪਰ ਜਦੋਂ ਚਾਨਣ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ, ਬਾਣੀ ਨੇ ਤਸਦੀਕ ਕਰ ਦਿੱਤਾ ਹੈ ਕਿ ਆਹ ਸਹੀ ਹੋ ਤੇ ਆਹ ਗਲਤੀ, ਆਹ ਗਲਤੀ ਤੇ ਆਹ ਸਹੀ ਹੋ, ਤੇ ਫਿਰ ਸਾਡੇ ਮਨ ਨੂੰ ਮੰਨਣ 'ਚ ਕੋਈ ਪ੍ਰੋਬਲਮ ਨਹੀਂ ਹੈ।
ਸਹੀ ਹੈ ਨਿੱਕਰ ਸਾਹਿਬ? ਬਿਲਕੁਲ। ਹਾਂ, ਹੁਣ ਜਿਹੜਾ ਭੈ ਵਾ, ਭੈ ਤੋਂ ਮੁਕਤ ਹੋਣਾ ਜੀਵਨ ਦਾ ਬਹੁਤ ਵੱਡਾ ਇੱਕ ਲਕਸ਼ ਹੈ। ਲੋਕਾਂ ਨੇ ਭੈ ਦੇ ਵਿੱਚ ਵਾੜਿਆ ਦੁਨੀਆ 'ਚ, ਲੋਕਾਂ ਨੂੰ ਸਮਝਾਇਆ ਹੈ ਬਈ ਏਦਾਂ ਨਾ ਕਰਿਓ, ਆ ਫਲਾਣਾ ਦਿਨ ਜੇ, ਆ ਢਿੰਕਾ ਦਿਨ ਜੇ। ਇਹ ਤਾਂ ਲੋਕਾਂ ਨੂੰ ਵਹਿਮ ਪਾ ਪਾ ਕੇ ਲੋਕਾਂ ਨੂੰ ਇਹ ਕੀ ਕਰਦੇ ਆ ਕਿ ਗੁੰਮਰਾਹ ਕਰੀ ਜਾਂਦੇ ਨੇ। ਹੁਣ ਵੀ ਕੀ ਹੈ, ਬਾਣੀ ਦੇ ਵਿੱਚ ਜਿੰਨਾ ਭਰਮ ਦਾ ਖੰਡਨ ਕੀਤਾ ਗਿਆ ਨਾ, ਅਸਲ 'ਚ ਕੋਈ ਦੱਸਣਾ ਹੀ ਨਹੀਂ ਚਾਹੁੰਦਾ, ਕੋਈ ਵੀ ਨਹੀਂ ਦੱਸਣਾ ਚਾਹੁੰਦਾ। ਕਿਉਂ ਦੱਸਣਗੇ? ਕਿਉਂਕਿ ਉਹਨਾਂ ਨੇ ਆਪਣੀਆਂ ਦੁਕਾਨਾਂ ਥੋੜੀ ਬੰਦ ਕਰ ਹਾਂ, ਫਿਰ ਉਹਨਾਂ ਦੀ ਦੁਕਾਨ ਬੰਦ ਹੋ ਜਾਏਗੀ। ਹਾਂ, ਉਹ ਕਹਿਣਗੇ ਕਿ ਪ੍ਰਮਾਤਮਾ ਤੁਹਾਡੇ ਅੰਦਰ ਆ, ਫਿਰ ਉਹਨਾਂ ਨੇ ਕਹਿਣਾ ਤੁਹਾਡੇ ਕੋਲ ਹੀ ਕੀ ਲੈਣ ਆਉਣਾ। ਏਦਾਂ ਕਹੂਗਾ ਕੋਈ? ਹੈ, ਬਿਲਕੁਲ ਠੀਕ ਉਹ ਹੈ। ਕਹੂਗਾ? ਉਹ ਇਹ ਤੋਂ ਕੋ ਬੋਲਣਗੇ ਗੁਰਮੁਖ ਹੋਵੇ ਤੇ ਕਾਇਆ ਖੋਜੇ, ਹੋਰ ਸਭ ਭਰਮ ਭੁਲਾਏ। ਕਹਿਣਗੇ ਤੁਕ ਨਾ ਨਾ, ਉਹ ਕਹਿਣਗੇ ਕਿ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬੌੜ ਜਨਮ ਨਾਵਾਂ। ਉਹ ਕਹਿਣਗੇ ਕਿ ਤੁਸੀਂ ਆਪਣੇ ਘਰੇ ਇਸ਼ਨਾਨ ਕਰੋ, ਇੱਥੇ ਆਉਣ ਦੀ ਲੋੜ ਹੀ ਨਹੀਂ ਸਾਡੇ ਕੋਲ। ਕੋਈ ਕਹਿੰਦਾ ਹੈ? ਮਾਈ ਦਾ ਲਾਲ ਕਹੂਗਾ? ਪਰ ਰਵਿਦਾਸ ਜੀ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸਾਰੇ ਸੰਤ ਕਹਿੰਦੇ ਆ, ਜਿੰਨੇ ਵੀ ਬ੍ਰਹਮ ਗਿਆਨੀ ਆ ਉਹ ਤੇ ਕਹਿੰਦੇ ਆ ਵੀ ਘਰੋਂ ਚ ਬਾਹਰ ਨਾ ਨਿਕਲ, ਤੇਰੇ ਅੰਦਰ ਹੀ ਆ ਸਾਰਾ ਕੁਝ। ਬਾਹਰ ਨਿਕਲੇਗਾ ਤਾਂ ਭਰਮ ਭੁਲਾਏ, ਉਹ ਤੇ ਕਹਿੰਦੇ ਨੇ। ਪਰ ਤੁਹਾਨੂੰ ਇਹਨਾਂ ਦੇ ਇਹ ਨਹੀਂ ਕਹਿ ਸਕਦੇ ਤੁਹਾਨੂੰ, ਕਿਉਂਕਿ ਤੁਹਾਨੂੰ ਇੰਨਾ ਕਹਿਤਾ ਤੇ ਮੁਰਗੀ ਫਿਰ ਆਂਡੇ ਦੇਣ ਵਾਲੀ ਮੁਰਗੀ ਕਿੱਥੋਂ ਆਊਗੀ? ਫਿਰ ਆਂਡੇ ਕਿੱਥੋਂ ਖਾਣਗੇ ਉਹ? ਇਸ ਲਈ ਭਰਮ ਚ ਪਾ ਦਿੰਦੇ ਨੇ। ਇਹ ਜਿਹੜੀ ਬ੍ਰਹਮ ਗਿਆਨੀਆਂ ਦੀ ਬਾਣੀ ਹੈ, ਇਹ ਸਾਨੂੰ ਭਰਮਾਂ ਤੋਂ, ਵਹਿਮਾਂ ਤੋਂ ਮੁਕਤ ਕਰ। ਹਾਂਜੀ, ਇਹ ਫੇਰ ਕਹਿ ਰਹੇ ਨੇ ਕਿ ਜਦੋਂ ਤੁਸੀਂ ਸੰਗਤ ਕੀਤੀ, ਬਾਣੀ ਦੀ ਸੰਗਤ ਕੀਤੀ, ਤੇ ਤੁਹਾਡੇ ਅੰਦਰ ਜਿਹੜਾ ਨਾ ਉਹ ਜਿਹੜਾ ਭੈ ਵਾ ਨਾ ਉਹ ਖਤਮ ਹੋ ਜਾਏਗਾ। ਔਰ ਜਿਵੇਂ ਜਿਵੇਂ ਭੈ ਘਟ ਗਿਆ ਨਾ, ਤੇ ਤੁਹਾਡੀ ਚੇਤਨਾ ਦਾ ਜਿਹੜਾ ਦੀਪਕ ਹੈ ਨਾ, ਜਿਹੜਾ ਕਹਿੰਦੇ ਪਹਿਲਾਂ ਬੁਝ ਗਿਆ ਸੀ, ਮੱਧਮ ਪੈ ਗਿਆ ਸੀ, ਉਹ ਪ੍ਰਚੰਡ ਰੂਪ ਚ ਪ੍ਰਕਾਸ਼ਮਾਨ ਹੋ ਜਾਏਗਾ। ਅਗਿਆਨ ਜਿਹੜਾ ਖਤਮ ਹੋ ਜਾਏਗਾ, ਕਿਉਂਕਿ ਦੀਪਕ ਜਿਹੜਾ ਵਾ ਗਿਆਨ ਦਾ ਪ੍ਰਗਟ ਹੋ ਚੁੱਕਿਆ। ਹਨੇਰੇ ਦੀ ਕੀ ਔਕਾਤ ਆ? ਚਾਨਣ ਦੇ ਗੜੀ ਖਲੋ ਸਕਦਾ? ਬਿਲਕੁਲ। ਪਰ ਜਿੱਥੇ ਦੀਪਕ ਨਹੀਂ ਜਾਏਗਾ, ਉੱਥੇ ਹਨੇਰੇ ਦੀ ਪੂਰੀ ਪਾਵਰ ਹੈ। ਹਾਂਜੀ ਨਿਜੋਤ। ਔਰ ਬਿਲਕੁਲ ਦੇਖ ਲਓ ਬਈ, ਸਟਾਰਟਿੰਗ ਜਰਨੀ ਕਰਨੀ ਆ ਤੇ ਆਪਾਂ ਨੂੰ ਬ੍ਰਹਮ ਗਿਆਨ ਲੈਣਾ ਪਊਗਾ, ਸ਼ਬਦ ਬ੍ਰਹਮ ਲੈਣਾ ਪਊਗਾ। ਉਸ ਤੋਂ ਬਗੈਰ ਗੱਲ ਬਣ ਨਹੀਂ ਸਕਦੀ, ਕਿਉਂਕਿ ਆਪਾਂ ਤਾਂ ਹਨੇਰੇ 'ਚ ਬੈਠੇ ਆ ਨਾ, ਆਪਾਂ ਨੂੰ ਕੀ ਪਤਾ ਹੈ? ਸ਼ਬਦ ਬ੍ਰਹਮ ਨੇ ਆਪਣੇ ਅੰਦਰ ਜਿਹੜਾ ਹੈਗਾ ਟਣਕਾਉਣਾ ਹੈ ਬਾਈ। ਜਿਹੜਾ ਸੁੱਤਾ ਪਿਆ ਹੈ, ਜਿਹੜਾ ਸੁੱਤਾ ਪਿਆ ਹੁੰਦਾ ਇਨਸਾਨ ਜਿਹੜਾ ਹੈਗਾ, ਉਹ ਜਿਹੜਾ ਜਾਗਦਾ, ਘੋੜਾ ਜਿਹੜਾ ਸੁੱਤਾ ਪਿਆ ਰਹਿੰਦਾ ਸਾਰੀ ਉਮਰ, ਜਿਹੜਾ ਘੋੜਾ ਜਿਹੜਾ ਹੈਗਾ ਉਹ 2 ਟਾਈਮ ਤੇ ਜਾਗਦਾ ਹੈ। ਘੋੜਾ ਜਦ ਚਾਰਾ ਖਾਂਦਾ, ਉਹਦੇ ਦੰਦ ਦੇ ਥੱਲੇ ਜਦ ਕੋਈ ਰੋੜ ਰਾੜ ਆ ਜਾਂਦਾ ਤੇ ਛੋਲੇ ਚੱਬਦਾ ਤੇ ਉਦੋਂ ਜਾਗਦਾ। ਇੱਕ ਜਾਗਦਾ ਜਦ ਉਹਦਾ ਜਿਹੜਾ ਲੜਾਈ ਦੇ ਮੈਦਾਨ ਦੇ ਵਿੱਚ ਘੋੜਾ ਜਾਗਦਾ ਹੈ। ਫਿਰ ਤੇ ਉਸੇ ਤਰੀਕੇ ਦੇ ਨਾਲ ਜਦ ਆਪਾਂ ਨੂੰ ਜਿਹੜਾ ਹੈਗਾ ਕੋਈ ਬ੍ਰਹਮ ਗਿਆਨੀ ਜਿਹੜੇ ਹੈਗੇ ਉਹ ਟਣਕਾਉਂਦੇ ਆਪਾਂ ਨੂੰ ਜਿਹੜੇ ਹੈਗੇ, ਤਾਂ ਆਪਾਂ ਨੀਂਦ ਚੋਂ ਜਾਗਦੇ ਆ ਪਾਏ। ਤੇ ਅਗਲਾ ਸ਼ਬਦ ਹੁਣ ਲਈਏ ਰਵਿਦਾਸ ਜੀ ਦਾ। ਬ੍ਰਹਮ ਗਿਆਨੀ ਕਹਿੰਦੇ ਹੁੰਦੇ ਕੌਣ ਆ? ਕੀ ਹੁੰਦੇ ਆ ਇਹ? ਜਿਹੜੇ ਹੈਗੇ ਸੰਤ ਹੁੰਦੇ ਆ, ਇਹ ਜਿਹੜੇ ਬ੍ਰਹਮ ਗਿਆਨੀ ਆ, ਜਿਨ੍ਹਾਂ ਨੇ ਯਾਤਰਾ ਕਰ ਲਈ ਆ, ਕਹਿੰਦੇ ਕੌਣ ਆ ਇਹ? ਆਸਾ ਸੰਤ ਤੁਝੀ ਤਨ ਸੰਗਤ ਪ੍ਰਾਣ। ਕਹਿੰਦੇ ਸੰਤ ਜਿਹੜੇ ਹੈਗੇ ਆ, ਹੇ ਮਾਲਕਾ, ਜਿਹੜੇ ਬ੍ਰਹਮ ਗਿਆਨੀ ਹੈਗੇ ਆ, ਇਹ ਤਾਂ ਤੇਰਾ ਸਰੀਰ ਹੈਗਾ, ਤੂੰ ਬੋਲਦਾ ਹੈ ਇਹਨਾਂ ਦੇ ਵਿੱਚ। ਮਾਲਕ ਨੇ ਬੋਲਣਾ ਹੈ ਤੇ ਕਿਵੇਂ ਬੋਲੂਗਾ? ਮਾਲਕ ਨੇ ਆਪਾਂ ਨੂੰ ਸਹੀ ਰਸਤਾ ਦਿਖਾਉਣਾ ਹੈ ਤੇ ਕਿਵੇਂ ਦਿਖਾਊਗਾ? ਸਹੀ ਗਿਆਨ ਦੇਣਾ ਤੇ ਕਿਵੇਂ ਦਿਖਾਊਗਾ? ਮਾਲਕ ਥੋੜੀ ਨਾ, ਪਰਮਾਤਮਾ ਤਾਂ ਰੂਪ ਨਾ, ਰੇਖ ਨਾ, ਰੰਗ ਕੁਛ, ਤ੍ਰੈਗੁਣ ਤੇ ਭਿੰਨਿਆ। ਉਹਨੇ ਜਿਹੜਾ ਸੰਤਾਂ ਦੇ ਥਰੂ, ਬ੍ਰਹਮ ਗਿਆਨੀਆਂ ਦੇ ਥਰੂ ਹੀ ਆਪਾਂ ਨੂੰ ਦਿਖਾਉਣਾ ਹੈ। ਹੁਣ ਦੇਖੋ ਰਵਿਦਾਸ ਜੀ ਦਾ ਬੋਲ ਰਹੇ ਆਪਾਂ ਨੂੰ, ਰਵਿਦਾਸ ਜੀ ਆਪਾਂ ਨੂੰ ਗਿਆਨ ਦੇ ਰਹੇ ਪੂਰਾ ਦਾ ਪੂਰਾ। ਸੰਤ ਤੁਝੀ ਤਨ, ਤੁਝੀ ਮਤਲਬ ਤੇਰਾ। ਸੰਤ ਕੀ ਹੈਗੇ? ਕਹਿੰਦੇ ਤੇਰਾ ਸਰੀਰ ਹੈਗੇ ਮਾਲਕਾ। ਸੰਤਾਂ ਦੇ ਵਿੱਚ ਤੂੰ ਹੀ ਤਾਂ ਹੈਗਾ। ਸੰਗਤ ਪ੍ਰਾਣ, ਉਹਨਾਂ ਦੀ ਸੰਗਤ, ਸੰਤਾਂ ਦੀ ਸੰਗਤ ਤੇਰੇ ਪ੍ਰਾਣ ਆ, ਤੇਰੇ ਪ੍ਰਾਣ ਆ ਸੰਤਾਂ ਦੇ ਵਿੱਚ। ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ, ਔਰ ਸਤਿਗੁਰੂ ਦਾ ਬ੍ਰਹਮ ਗਿਆਨ ਜਾਣਦੇ ਆ ਸੰਤ ਜਿਹੜੇ ਹੈਗੇ। ਹੇ ਪ੍ਰਕਾਸ਼ ਰੂਪ ਦੇਵਾ ਦੇਵ, ਉਹ ਤਾਂ ਬਿਲਕੁਲ ਪ੍ਰਕਾਸ਼ਿਤ ਹੈਗੇ ਆ। ਉਹਨਾਂ ਦੇ ਅੰਦਰ ਤਾਂ ਜਿਹੜਾ ਹੈਗਾ ਗਿਆਨ ਦਾ ਦੀਵਾ ਪੂਰਾ ਪੂਰੀ ਫੁੱਲ ਸਵਿੰਗ 'ਚ ਜਲ ਰਿਹਾ ਹੈ, ਬ੍ਰਹਮ ਗਿਆਨ ਦਾ। ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ, ਸੰਤ ਚੀ ਸੰਗਤ ਸੰਤ ਕਥਾ ਰਸ। ਕਹਿੰਦੇ ਮਾਲਕਾ ਦੇਖ, ਪਹਿਲਾ ਮੈਨੂੰ ਜਿਹੜਾ ਹੈਗਾ, ਮੈਨੂੰ ਸੰਤਾਂ ਦੀ ਸੰਗਤ ਚਾਹੀਦੀ ਆ। ਪਹਿਲੀ ਗੱਲ
ਫਿਰ ਮੈਨੂੰ ਉਹਨਾਂ ਦਾ ਗਿਆਨ ਚਾਹੀਦਾ, ਉਹਨਾਂ ਦੀ ਕਥਾ ਜੋ ਕੁਛ ਉਹ ਬੋਲ ਰਹੇ ਆ, ਜੋ ਉਹਨਾਂ ਦਾ ਗਿਆਨ ਹੈਗਾ, ਮੈਨੂੰ ਉਹ ਚਾਹੀਦਾ ਹੈ। ਮੈਨੂੰ ਉਹ ਰਸ ਚਾਹੀਦਾ ਹੈ, ਸੰਤ ਕਥਾ ਰਸ। ਵੀ ਸੰਤ ਜਿਹੜੇ ਕੀ ਕਹਿਣਾ ਚਾਹੁੰਦੇ, ਨਿਕਲਣ ਦੇ ਵਾਸਤੇ ਕੀ ਦੱਸ ਰਹੇ ਆ, ਉਹ ਕੀ ਕੰਮ ਕਰਨਾ ਹੈ ਤੇ ਕੀ ਛੱਡਣਾ ਹੈ। ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਓ। ਹੇ ਮਾਲਕਾ, ਤੂੰ ਮਾਲਕ ਹੈਗਾ ਆ, ਮੈਨੂੰ ਸੰਤਾਂ ਦਾ ਪ੍ਰੇਮ ਮਾਝੇ ਮਤਲਬ ਮੈਨੂੰ ਸੰਤਾਂ ਦੇ ਨਾਲ ਪ੍ਰੇਮ ਦੇ ਬਸ। ਹੇ ਪ੍ਰਕਾਸ਼ ਰੂਪ, ਹੇ ਮੇਰੇ ਮਾਲਕਾ, ਤੂੰ ਮੈਨੂੰ ਸੰਤਾਂ ਦਾ ਪ੍ਰੇਮ ਦੇ। ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਓ। ਕਿਉਂਕਿ ਸੰਤ ਤੁਝੀ ਤਨ ਸੰਗਤ ਪ੍ਰਾਣ। ਕਹਿੰਦੇ ਸੰਤ ਜਿਹੜੇ ਹੈਗੇ ਤੇਰਾ ਹੀ ਤਨ ਹੈਗੇ ਆ, ਔਰ ਉਹਨਾਂ ਦੀ ਸੰਗਤ ਜਿਹੜੇ ਪ੍ਰਾਣ, ਜਿਹੜੇ ਕਿਸੇ ਨੂੰ ਜਿਹੜਾ ਮਰੇ ਹੋਏ ਨੂੰ ਪ੍ਰਾਣ ਪਾ ਦੋ ਕਿਸੇ 'ਚ, ਉਹ ਆ ਉਹਨਾਂ ਦੀ ਸੰਗਤ। ਕਿਉਂਕਿ ਉਹਨਾਂ ਦੇ ਕੋਲ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਉਹ ਤਾਂ ਸੰਤ ਜਿਹੜੇ ਹੈਗੇ ਬ੍ਰਹਮ ਗਿਆਨੀ ਕੀ ਜਾਣਦੇ, ਕਹਿੰਦੇ ਉਹਨਾਂ ਦੇ ਕੋਲ ਸਤਿਗੁਰੂ ਦਾ ਗਿਆਨ ਹੈਗਾ, ਉਹਨਾਂ ਕੋਲ ਬ੍ਰਹਮ ਗਿਆਨ ਹੈਗਾ, ਉਹ ਪ੍ਰਕਾਸ਼ ਰੂਪ ਹੈਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਸਾਧ ਸੰਗਤ ਜੀ, ਇੱਥੇ ਜਿਹੜੇ ਬ੍ਰਹਮ ਗਿਆਨੀ ਆ ਉਹਨਾਂ ਦੇ ਬਾਰੇ ਦੱਸਿਆ ਗਿਆ। ਹੁਣ ਆ ਜਿਹੜੀ ਆਪਾਂ ਬ੍ਰਹਮ ਗਿਆਨੀਆਂ ਦੀ ਬਾਣੀ ਪੜ੍ਹ ਰਹੇ ਹਾਂ, ਇਹ ਬਾਣੀ ਵੀ ਤੇ ਉਹਨਾਂ ਬ੍ਰਹਮ ਗਿਆਨੀਆਂ ਦੀ ਨਹੀਂ ਜਿਨ੍ਹਾਂ ਨੇ ਆਪਣਾ ਸਬਕ ਪੂਰਾ ਕਰ ਲਿਆ। ਹੁਣ ਸਾਨੂੰ ਵੀ ਦੱਸ ਕੇ ਗਏ ਨੇ ਬਿਲਕੁਲ ਕਿ ਵੀ ਤੁਸੀਂ ਵੀ ਆਪਣਾ ਸਬਕ ਪੂਰਾ ਕਰ ਲਿਆ, ਅਸੀਂ ਤੇ ਏਦਾਂ ਕੀਤਾ ਜੋ ਉਹਨਾਂ ਨੇ ਸਾਨੂੰ ਨਿਰਦੇਸ਼ ਦਿੱਤੇ ਆ। ਜੇਕਰ ਆਪਾਂ ਓਦਾਂ ਹੀ ਜੀਵਨ ਚਲਾਉਂਦੇ ਆ ਤੇ ਅਸੀਂ ਮੁਕਤ ਹੋ ਜਾਣਾ, ਆਟੋਮੈਟਿਕਲੀ ਹੋ ਜਾਣਾ। ਕੁਝ ਸੋਚਣ ਵਿਚਾਰਨ ਦੀ ਲੋੜ ਨਹੀਂ ਹੈ। ਆਪ ਜੀ ਨੇ ਇੱਕ ਤੁਕ ਸੁਣੀ ਹੋਣੀ ਹੈ, ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਬਾਣੀ ਕਹੇ ਸੇਵਕ ਜਨ ਮਾਨੇ ਤੇ ਪ੍ਰਤੱਖ ਗੁਰ ਨਿਸਤਾਰੇ। ਸਹੀ ਹੈ ਨਾ ਜੀ ਸਾਹਿਬ? ਹਾਂ, ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਔਰ ਗੁਰਬਾਣੀ ਜਿਹੜਾ ਲਫ਼ਜ਼ ਹੈਗਾ, ਇਹ ਇੱਕ ਵਰਡ ਨਹੀਂ ਹੈਗਾ। ਗੁਰਬਾਣੀ ਇੱਕ ਵਰਡ ਨਹੀਂ ਹੈ, ਗੁਰ ਅਲੱਗ ਹੈ, ਕਿਉਂਕਿ ਰਾਰੇ ਦੇ ਪੈਰ ਦੇ ਵਿੱਚ ਔਂਕੜ ਲੱਗੀ ਹੋਈ ਹੈ। ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ, ਇਸ ਤਰ੍ਹਾਂ ਹੈਗਾ। ਹਾਂਜੀ ਵਿੱਚ ਹਾਂ ਠੀਕ ਹੈ। ਹੁਣ ਬਾਣੀ ਦਾ ਮਤਲਬ ਉਹ ਹੁੰਦਾ ਵਾ ਕਿ ਜਿਹੜੀ ਬਾਣੀ ਸਾਨੂੰ ਵਹਿਮਾਂ ਭਰਮਾਂ ਤੋਂ, ਅਗਿਆਨ ਤੋਂ, ਅਵਿਦਿਆ ਤੋਂ ਮੁਕਤ ਕਰ, ਗਿਆਨ ਦਾ ਤੋਂ ਜਿਹੜੀ ਬਾਣੀ ਹੁੰਦੀ ਆ, ਉਹ ਬਾਣੀ ਨੂੰ ਸਮਝਣ ਦਾ ਇੱਕ ਤਰੀਕਾ ਹੁੰਦਾ। ਤੁਸੀਂ ਸਧਾਰਨ ਤੌਰ ਤੇ ਜਿੱਦਾਂ ਜੇ ਚੀਜ਼ ਨੂੰ ਨਹੀਂ ਜਾਣਦੇ, ਆਪਾਂ ਉਹਦੇ ਬਾਰੇ ਪੜਾਂਗੇ ਤੇ ਕਿੱਥੋਂ ਪਤਾ ਲੱਗੂ। ਉਸ ਚੀਜ਼ ਨੂੰ ਸਮਝਣ ਦੇ ਲਈ ਇਸੇ ਲਈ ਸੰਗਤ ਕਰਨੀ ਚਾਹੀਦੀ। ਸੰਗਤ ਦੇ ਵਿੱਚ ਜਿਹੜਾ ਨਾ ਭਰਮ, ਅਗਿਆਨ, ਵਹਿਮ ਇਹ ਖਤਮ ਹੁੰਦੇ ਆ, ਗਿਆਨ ਪ੍ਰਗਟ ਹੁੰਦਾ। ਜਿੱਦਾਂ ਆਪਾਂ ਸਕੂਲਾਂ 'ਚ ਜਾ ਕੇ ਵਿਦਿਆ ਪੜ੍ਹਦੇ ਹਾਂ ਨਾ, ਗਿਆਨ ਪ੍ਰਾਪਤ ਕਰਦੇ ਹਾਂ, ਤੇ ਜਦੋਂ ਸਾਨੂੰ ਸਰਟੀਫਿਕੇਟ ਮਿਲ ਜਾਂਦਾ ਹੈ, ਉਹ ਸਰਟੀਫਿਕੇਟ ਲੈ ਕੇ ਸਾਨੂੰ ਨੌਕਰੀ ਮਿਲ ਜਾਂਦੀ ਹੈ। ਸਾਰਿਆਂ ਨੂੰ ਥੋੜੀ ਨੌਕਰੀਆਂ ਮਿਲਦੀਆਂ, ਉਹ ਤੇ ਉਹਨਾਂ ਨੂੰ ਮਿਲਦੀਆਂ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ। ਸਹੀ ਹੈ ਜੀ ਸਾਹਿਬ? ਬਿਲਕੁਲ। ਇਹ ਵੀ ਕੁਦਰਤ ਨੇ ਏਦਾਂ ਹੀ ਨਿਯਮ ਬਣਾਇਆ ਹੈ। ਪਰਮਾਤਮਾ ਚਾਹੁੰਦਾ ਹੈ ਐਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਕਰੋ। ਤੁਸੀਂ ਵੀ ਕਰੋ, ਆਪ ਕਰਾਓ, ਲੋਕਾਂ ਨੂੰ ਪਹਿਲਾਂ ਪ੍ਰਾਪਤ ਕਰੋ। ਜਦੋਂ ਤੱਤ ਤੁਹਾਨੂੰ ਮਿਲ ਗਿਆ, ਤੁਹਾਡੀ ਜਾਗ ਲੱਗ ਗਈ, ਫਿਰ ਤੁਸੀਂ ਗਾਂ ਵੰਡੋ ਉਹਨੂੰ। ਪਰਮਾਤਮਾ ਵੀ ਤੇ ਏਦਾਂ ਹੀ ਚਾਹੁੰਦਾ ਕਿ ਉਹਦਾ ਨਾਮ ਜਿਹੜਾ ਅੱਗੇ ਵੰਡਿਆ ਜਾਵੇ। ਇਹ ਏਦਾਂ ਹੀ ਬਣਾਇਆ ਵਾ ਪ੍ਰਕਿਰਤੀ ਨਿਯਮ। ਇਹ ਕੱਲਾ ਬੰਦਾ ਮਤਲਬ ਕੱਲਾ ਹੀ ਆ। ਉਹ ਕਹਿੰਦੇ ਆ ਕਿ ਤਾਂ ਮੇਰੀ ਵਿਚਾਰ ਹੋਵੇ। ਆਹ ਦੀ ਕਥਾ ਵੀ ਉਹ ਵੀ ਪਰਮਾਤਮਾ ਸੁਣਦਾ ਪਿਆ ਸਾਡੀ, ਚਾਹੇ ਜਿੱਦਾਂ ਦੀ ਮਰਜ਼ੀ ਆ। ਇਹ ਤੇ ਖੁਸ਼ ਆ, ਕਿਉਂਕਿ ਉਹਦਾ ਨਾਮ ਜੇ ਆਪਾਂ ਲੈਣ ਵਾਲੇ ਨਹੀਂ ਲਿਆਵਾਂਗੇ ਤੇ ਉਹ ਵੀ ਤੇ ਇੱਕ ਬੜੀ ਵੱਡੀ ਅਜੀਬ ਜੀ ਗੱਲ ਹੋ ਜਾਏ। ਕਿਉਂਕਿ ਫਿਰ ਪ੍ਰਕਿਰਤੀ ਦਾ ਫਾਇਦਾ ਕੀ? ਫਿਰ ਬ੍ਰਹਮ ਗਿਆਨੀ ਕਿੱਥੋਂ ਹੋਣਗੇ? ਜਿਹੜੇ ਪਹਿਲੇ ਬ੍ਰਹਮ ਗਿਆਨੀ ਆਏ ਉਹ ਤੇ ਚਲ ਗਏ, ਉਹਨਾਂ ਤੇ ਆਪਣਾ ਇਮਤਿਹਾਨ ਪਾਸ ਕੀਤਾ, ਉਹਦੇ ਚਲੇ ਗਏ। ਹੁਣ ਇਮਤਿਹਾਨ ਤੇ ਸਾਡਾ ਹੈ। ਹੁਣ ਸਾਡਿਆਂ ਚੋਂ ਵੀ ਕਈਆਂ ਨੇ ਬ੍ਰਹਮ ਗਿਆਨੀ ਬਣਨਾ। ਕਿਉਂ ਬਣਨਾ? ਜਿਹੜੇ ਪੜ੍ਹਨਗੇ ਉਹਨਾਂ ਹੀ ਬਣਨਾ, ਜਿਨ੍ਹਾਂ ਨੇ ਜੀਵਨ ਨੂੰ ਚੁੱਕਣਾ ਉਹ ਬਣਨਗੇ। ਤੇ ਜਿਹੜੇ ਸਕੂਲੇ ਹੀ ਨਹੀਂ ਗਏ, ਦਾਖਲਾ ਨਹੀਂ ਲਿਆ, ਬਾਣੀ ਨੇ ਕੀ ਕਿਹਾ ਸਮਝਿਆ ਹੀ ਨਹੀਂ, ਵਿਚਾਰ ਹੀ ਨਹੀਂ ਕੀਤੀ, ਉਹਨੇ ਵਿਚਾਰੇ ਨੇ ਕਿੱਥੋਂ ਬਣਨਾ? ਤੋ ਜਿਹੜਾ ਕਰੂਗਾ ਉਹੀ ਬਣੇਗਾ, ਉਹਦਾ ਜੀਵਨ ਉੱਚਾ ਹੋਏਗਾ। ਦੇਖੋ ਪਤਾ ਕੀ ਹੈ, ਜਿੰਨਾ ਚਿਰ ਤੱਕ ਕਰਮ ਹੈ ਉਹਨਾਂ ਚਿਰ ਤੱਕ ਫਲ ਜ਼ਰੂਰ ਮਿਲੇਗਾ, ਔਰ ਜਿੰਨਾ ਚਿਰ ਤੱਕ ਜੀਵ ਹੈਗਾ, ਕਹਿਣ ਤੋਂ ਭਾਵ ਕਿ ਕਰਮਾਂ ਨੂੰ ਕਰਨ ਵਾਲਾ, ਉਹਨਾਂ ਚਿਰ ਤੱਕ ਜੀਵਨ ਵੀ ਰਹੇਗਾ। ਜੀਵਨ ਤੇ ਜੀਵ ਦਾ ਬਹੁਤ ਵੱਡਾ ਕਨੈਕਸ਼ਨ ਹੈ। ਜੀਵ ਦਾ ਮਤਲਬ ਜਿਹੜਾ ਜਿੰਦਾ ਹੈ, ਨਿਰਜੀਵ ਜਿਹੜਾ ਮਤਲਬ ਜਿੱਤ ਜਾਨ ਨਹੀਂ ਹੈਗੀ। ਹੁਣ ਜਦੋਂ ਸਰੀਰ ਦੇ ਅੰਦਰ ਜੀਵ ਹੁੰਦਾ ਹੈ ਤੇ ਸਰੀਰ ਕੰਮ ਕਰਦਾ ਹੈ,
ਪਰ ਜਦੋਂ ਸਰੀਰ ਸ਼ਾਂਤ ਹੋ ਜਾਂਦਾ ਹੈ, ਠੰਡਾ ਪੈ ਜਾਂਦਾ ਹੈ, ਉਦੋਂ ਜੀਵ ਕੀ ਕਰਦਾ ਹੈ? ਸਰੀਰ ਦਾ ਤਿਆਗ ਕਰ ਦਿੰਦਾ ਹੈ, ਆਪਣੀ ਅਗਲੀ ਯਾਤਰਾ ਤੇ ਨਿਕਲ ਜਾਂਦਾ ਹੈ। ਹੁਣ ਇੱਥੇ ਆਪਾਂ ਨੂੰ ਇਹ ਸਮਝਣ ਦੀ ਲੋੜ ਆ, ਸੰਗਤ ਦੀ ਗੱਲ ਉਹਨਾਂ ਨੇ ਸਮਝਾਈ ਹੈ ਤੇ ਉਹ ਕਹਿੰਦੇ ਆ ਕਿ ਜਦੋਂ ਤੁਸੀਂ ਗਿਆਨ ਦੀ ਸੰਗਤ ਕੀਤੀ, ਦੇਖੋ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਸਮਝ ਲੈਂਦੇ ਹਾਂ ਤੇ ਆਪਾਂ ਕਈ ਵਾਰੀ ਆਪਾਂ ਟੀਚਰਾਂ ਕੋਲ ਜਾਂਦੇ ਆ, ਆਪਾਂ ਪਤਾ ਕੀ ਕਹਿੰਦੇ ਇਹਨਾਂ ਨੂੰ ਕਿ ਆਹ ਜਿਹੜਾ ਸਵਾਲ ਆ ਮੇਰੇ ਕੋਲ ਨਿਕਲ ਨਹੀਂ ਰਿਹਾ, ਸਹੀ ਹੈ ਨਾ ਜੱਟ ਸਾਹਿਬ? ਬਿਲਕੁਲ। ਉਹ ਸਾਡੀ ਮਦਦ ਕਰ ਦੋ। ਉਹ ਕਹਿੰਦਾ ਲਿਆ ਬਈ ਇੱਕ ਕਾਪੀ ਲਿਆ, ਇੱਕ ਪੈਨ ਲਿਆ ਤੇ ਮੈਂ ਤੈਨੂੰ ਸਮਝਾ ਦਿੰਦਾ। ਤੁਸੀਂ 2-3 ਵਾਰੀ ਉਹਦਾ ਸਿਰ ਖਾਧਾ, ਉਹਨੇ ਟੀਚਰ ਨੇ ਤੁਹਾਨੂੰ ਜ਼ੋਰ-ਜ਼ਾਰ ਲਾ ਕੇ ਤੁਹਾਨੂੰ ਉਹ ਜਿਹੜਾ ਫਾਰਮੂਲਾ ਦੱਸ ਦੇਣਾ ਹੈ ਕਿ ਬਈ ਤੇਰਾ ਸਵਾਲ ਕੱਢਣ ਦਾ ਜਿਹੜਾ ਤਰੀਕਾ ਹੈ ਨਾ, ਟੋਟੇ ਆਹ ਫਾਰਮੂਲਾ ਵਿੱਚ ਲਾ ਲਾ, ਆਪਣੇ ਆਪ ਹੀ ਸਵਾਲ ਨਿਕਲ ਜਾਏਗਾ। ਸਹੀ ਹੈ ਨਾ ਜੱਟ ਸਾਹਿਬ? ਬਿਲਕੁਲ ਠੀਕ ਹੈ ਜੀ। ਹੁਣ ਬਾਣੀ ਦੇ ਵਿੱਚ ਆਪਾਂ ਨੂੰ ਕੇਵਲ ਫਾਰਮੂਲੇ ਦੇ ਰਹੇ ਨੇ ਵੀ ਆਹ ਜਿਹੜੀਆਂ ਚੀਜ਼ਾਂ ਲਾ ਲੋਗੇ ਤਾਂ ਤੁਹਾਡਾ ਜਿਹੜਾ ਨਾ ਆਠਾ ਬਣ ਜਾਏਗਾ, ਕੋਈ ਪ੍ਰੋਬਲਮ ਨਹੀਂ ਆਵੇਗੀ। ਹਾਂਜੀ ਨਿੱਜਰ ਸਾਹਿਬ ਅਗਲੀ ਤੋਂ ਬੋਲੋ। ਹਾਂ, ਇਹਦੇ ਵਿੱਚ ਨਾ ਆ ਜਿਹੜਾ ਸ਼ਬਦ ਆਪਾਂ ਲੈ ਰਹੇ ਹਾਂ, ਇਹਦੇ ਵਿੱਚ ਰਵਿਦਾਸ ਜੀ ਜਿਹੜੇ ਹੈਗੇ ਆ ਰਿਕੁਆਇਰਮੈਂਟ, ਮਿਨੀਮਮ ਰਿਕੁਆਇਰਮੈਂਟ ਜਿਹੜੇ ਹੈਗੇ ਆ ਹਾਂ ਭਗਤੀ ਮਾਰਗ ਦੇ ਉੱਤੇ ਚੱਲਣ ਦੇ ਵਾਸਤੇ, ਮਾਲਕ ਪਰਮਾਤਮਾ ਦੇ ਵੱਲ ਨੂੰ ਯਾਤਰਾ ਕਰਨ ਦੇ ਵਾਸਤੇ, ਜਿਹੜਾ ਹੈਗਾ ਲਿਵ ਵਾਲੀ ਯਾਤਰਾ ਕਰਨ ਦੇ ਵਾਸਤੇ ਮਿਨੀਮਮ ਰਿਕੁਆਇਰਮੈਂਟ ਕੀ ਹੈਗੀ ਆ, ਉਹ ਮਾਲਕ ਪਰਮਾਤਮਾ ਨੂੰ ਕਹਿ ਰਹੇ ਆ ਵੀ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਇਸ ਰਸਤੇ ਤੇ, ਆਹ ਚੀਜ਼ਾਂ ਮਿਨੀਮਮ ਮੈਂ ਮੰਗ ਰਿਹਾ ਤੇਰੇ ਕੋਲੋਂ, ਮੈਂ ਤੇਰੀ ਭਗਤੀ ਕਰਨਾ ਚਾਹੁੰਦਾ, ਦੇਣੀਆਂ ਤੂੰ ਹੈਗੀਆਂ। ਕਿਉਂਕਿ ਮੈਨੂੰ ਨਹੀਂ ਪਤਾ ਜਿਹੜਾ ਹੈਗਾ ਵੀ ਬ੍ਰਹਮ ਗਿਆਨੀ ਮੈਂ ਕਿੱਥੋਂ ਲੱਭਦਾ ਫਿਰੂੰਗਾ, ਬ੍ਰਹਮ ਗਿਆਨ ਮੈਂ ਕਿੱਥੋਂ ਲੱਭੂੰਗਾ, ਮੈਨੂੰ ਕੀ ਪਤਾ ਮੇਰੇ ਕੋਲ ਕਿਹੜਾ ਮੈਗਨੇਟ ਹੈਗਾ ਜਿਹਦੇ ਨਾਲ ਮੈਂ ਦੇਖ ਲੂੰਗਾ ਵੀ ਆਹ ਬ੍ਰਹਮ ਗਿਆਨੀ ਹੈਗਾ, ਆਹ ਬੜਾ ਵਧੀਆ ਕੱਪੜੇ ਪਾਏ ਆ, ਬੜਾ ਵਧੀਆ ਜਿਹੜਾ ਹੈਗਾ ਇਹਦਾ ਸਹਾਰਾ ਜਿਹੜਾ ਹੈਗਾ ਦਾ ਭੇਖ ਹੈਗਾ, ਵੇਸ਼ ਹੈਗਾ, ਮੈਂ ਤਾਂ ਫਸ ਜੂੰਗਾ ਇਹਦੇ ਵਿੱਚ। ਕਹਿੰਦੇ ਮੈਨੂੰ ਜਿਹੜਾ ਹੈਗਾ ਆਹ ਮਿਨੀਮਮ ਰਿਕੁਆਇਰਮੈਂਟਸ ਹੈਗੀ। ਪਹਿਲੀ ਰਿਕੁਆਇਰਮੈਂਟ ਮੰਗੀ ਹੈ ਇਹਨਾਂ ਨੇ ਬਈ ਸੰਤਾਂ ਦੀ ਸੰਗਤ ਚਾਹੀਦੀ ਹੈ ਮੈਨੂੰ, ਸੰਤ ਤੁਝੀ ਤਨ ਸੰਗਤ ਪ੍ਰਾਣ ਸਤਿਗੁਰ ਗਿਆਨ ਜਾਣੇ ਸੰਤ ਦੇਵਾ ਦੇਵ। ਕਿਉਂ ਚਾਹੀਦੀ ਆ? ਕਿਉਂਕਿ ਉਹ ਸਤਿਗੁਰ ਗਿਆਨ ਹੈ ਉਹਨਾਂ ਦੇ ਕੋਲ ਬ੍ਰਹਮ ਗਿਆਨ ਹੈਗਾ, ਜਿਹਦੇ ਨਾਲ ਮੈਂ ਤੇਰੇ ਵੱਲ ਦੀ ਯਾਤਰਾ ਹੋਣੀ ਹੈ ਮੇਰੀ। ਸੰਤ ਜੀ ਸੰਗਤ, ਸੰਤ ਕਥਾ ਰਸ, ਉਹਨਾਂ ਦੀ ਸੰਗਤ ਤੇ ਉਹਨਾਂ ਦੀ ਕਥਾ ਦੇ ਵਿੱਚ ਰਸ ਹੈ ਜਿਹੜਾ ਮੈਨੂੰ ਜਿਹੜਾ ਹੈਗਾ ਤੇਰੇ ਵੱਲ ਨੂੰ ਲੈ ਕੇ ਜਾਂਦਾ, ਮੈਨੂੰ ਉਹ ਸੰਗਤ ਚਾਹੀਦੀ ਹੈ। ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ, ਮੇਰੇ ਅੰਦਰ ਪ੍ਰੇਮ ਵੀ ਦਈ, ਬਈ ਇਹ ਨਹੀਂ ਕਿ ਮੈਂ ਐਵੇਂ ਹੀ ਜਿਹੜਾ ਰੂਟੀਨ ਵਾਂਗੂ ਕਰੀ ਜਾਵਾਂ ਇਹਨੂੰ। ਕਹਿੰਦੇ ਮੈਂ ਪਿਆਰ ਦੇ ਨਾਲ ਉਹਨਾਂ ਦੀ ਸੰਗਤ ਕਰਾਂ, ਮੇਰੇ ਅੰਦਰ ਪਿਆਰ ਦਈ, ਇਸ ਬ੍ਰਹਮ ਗਿਆਨ ਦੇ ਵਾਸਤੇ ਮੇਰੇ ਅੰਦਰ ਪਿਆਰ ਦਈ, ਹੇ ਪ੍ਰਕਾਸ਼ ਰੂਪ ਮਾਲਕਾ ਰਹਾਓ। ਹੁਣ ਅੱਗੇ ਰਿਕੁਆਇਰਮੈਂਟ ਕੀ ਹੈਗੀ? ਸੰਤ ਆਚਰਣ ਸੰਤ ਚੋ ਮਾਰਗ, ਸੰਤ ਚ ਓਲਗ ਓਲਗਣੀ। ਦੇਖ ਮਾਲਕਾ, ਮੈਨੂੰ ਸੰਤਾਂ ਦਾ ਆਚਰਣ ਵੀ ਲੈਣਾ ਹੈ, ਮੈਂ ਉਹਨਾਂ ਵਰਗਾ ਬਣਨਾ ਹੈ, ਉਹਨਾਂ ਨੂੰ ਕਾਪੀ ਕਰਨਾ ਹੈ। ਮੈਂ ਸੰਤ ਚੋ ਮਾਰਗ, ਜੋ ਮਾਰਗ ਸੰਤ ਦੱਸ ਰਹੇ ਮੈਂ ਉਸ ਮਾਰਗ ਤੇ ਚੱਲਣਾ ਹੈ। ਸੰਤ ਚ ਓਲਗ ਓਲਗਣੀ, ਮੈਂ ਸੰਤਾਂ ਦੇ ਦਾਸਾਂ ਦਾ ਵੀ ਦਾਸ ਬਣਨਾ ਹੈ, ਸੰਤਾਂ ਦੇ ਦਾਸਾਂ ਦਾ ਦਾਸ ਬਣਾ ਕੇ ਰੱਖੀ ਮੈਨੂੰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਸਭ ਤੋਂ ਪਹਿਲਾਂ ਉਹ ਡਿਮਾਂਡ ਰੱਖ ਰਹੇ ਨੇ, ਉਹ ਕਹਿੰਦੇ ਸੰਗਤ ਚਾਹੀਦੀ ਹੈ। ਹਾਂ ਦੇਖੋ ਸੰਗਤ ਵੀ ਕੀ ਆਮ ਸੰਗਤ ਥੋੜੀ ਮੰਗ ਰਹੇ, ਉਹ ਕਹਿੰਦੇ ਮੈਨੂੰ ਏਦਾਂ ਦੀ ਸੰਗਤ ਦਿਓ ਜਿਹਦੇ ਨਾਲ ਮੇਰੇ ਅੰਦਰ ਜਿਹੜਾ ਰਸ ਪੈਦਾ ਹੋ ਜਾਏ। ਹਾਂ ਕਿਉਂਕਿ ਉਹ ਤਾਂ ਰਸ ਨਹੀਂ ਪੈਦਾ ਹੋਣਾ, ਸੰਗਤ ਤੋਂ ਬਿਨਾਂ ਤੁਹਾਡੇ ਅੰਦਰ ਉਹ ਰਸ ਹੀ ਨਹੀਂ, ਤੁਹਾਨੂੰ ਚੰਗਾ ਨਹੀਂ ਲੱਗਣਾ ਪਰਮਾਤਮਾ। ਦੇਖੋ ਪੈਕਿੰਗ ਜਿਹੜੀ ਉਹ ਸੰਗਤ ਹੀ ਕਰਦੀ ਹੈ, ਪਰਮਾਤਮਾ ਨੂੰ ਪੈਕ ਕਰਕੇ ਵੇਚਦੇ ਨੇ ਜੱਜ ਸਾਹਿਬ। ਉਹਦਾ ਤੇ ਵੇਖਦਾ ਨਹੀਂ ਹੈ, ਪੈਕਿੰਗ ਕਰਕੇ ਚੁੱਕ ਕੇ ਲੈ ਆਉਂਦਾ ਬੰਦਾ। ਫਿਰ ਉਹ ਜਦੋਂ ਪੈਕਿੰਗ ਵੇਖ ਕੇ ਬੰਦਾ ਅਟਰੈਕਟ ਹੁੰਦਾ। ਤੁਸੀਂ ਵੇਖੋ ਪਹਿਲਾਂ ਬੁੱਕ ਦੀ ਕਵਰ ਵੇਖ ਕੇ ਆਪਾਂ ਜੱਜ ਕਰਦੇ ਹਾਂ, ਅੰਦਰੋਂ ਕਿਤਾਬ ਵਧੀਆ ਹੋਊਗੀ। ਤੇ ਇਹ ਹੁਣ ਕਈਆਂ ਕੋ ਪੈਕਿੰਗ ਤੇ ਬੜੀ ਵਧੀਆ ਹੁੰਦੀ ਆ, ਉਹ ਮਾਲ ਅੰਦਰ ਕੁਝ ਨਹੀਂ ਹੁੰਦਾ। ਪਰ ਜਿੱਥੇ ਪੈਕਿੰਗ ਵੀ ਵਧੀਆ ਤੇ ਮਾਲ ਅੰਦਰ ਵਧੀਆ ਹੋਵੇ ਨਾ, ਉਹ ਚੀਜ਼ ਹੈ ਕੰਮ। ਹੁਣ ਲੋਕੀ ਕੀ ਕਰਦੇ ਆ ਕਿ ਬ੍ਰਾਂਡਿੰਗ ਬੜੀ ਕਰ ਦਿੰਦੇ ਆ, ਪਰ ਵਿੱਚ ਤੇ ਖੱਦਰ ਹੁੰਦਾ, ਖੱਦਰ ਭੰਡਾਰ ਹੁੰਦਾ। ਉਹਦੇ ਨਾਲ ਜੀਵਨ 'ਚ ਰਸ ਨਹੀਂ ਆਵੇਗਾ। ਆਹ ਜਿਹੜਾ ਰਸ ਦੀ ਗੱਲ ਕਰਦੇ ਆ ਨਾ, ਇਹਦਾ ਮਤਲਬ ਕਿ ਇਹ ਰਸ ਉੱਥੇ ਹੋਣਾ ਜਿੱਥੇ ਪਦਾਰਥ ਅੰਦਰੋਂ ਤੇ ਬਾਹਰੋਂ ਸੇਮ ਹੈ। ਜਿਹੜਾ ਲੇਵਲ ਲਾਇਆ ਨਾ, ਉਹ ਲੇਵਲ ਦਾ ਮਾਲ ਵੀ ਅੰਦਰ ਹੈਗਾ, ਓਰੀਜਨਲ ਮਾਲ। ਠੀਕ ਹੈ ਜੀ, QC ਵੱਲੋਂ ਚੈੱਕ ਕੀਤਾ ਗਿਆ। ਹੁਣ ਇਹ ਕਹਿੰਦੇ ਆ ਕਿ ਜਿਹੜਾ ਉਹ ਸੰਗਤ ਦੋ, ਸੰਗਤ ਏਦਾਂ ਦੀ ਹੋਵੇ ਕਿ ਮੇਰੇ ਅੰਦਰ ਉਹਨਾਂ ਦੀ ਕਥਾ ਸੁਣ ਕੇ ਰਸ ਪੈਦਾ ਹੋ ਜਾਏ।
ਮਨ ਨੇ ਕਥਾ ਸੁਣਨੀ ਹੈ ਤੁਹਾਡੇ ਨੇ, ਔਰ ਮਨ ਸਧਾਰਨ ਕਥਾ ਦੇ ਨਾਲ ਨਹੀਂ ਜੋ ਪ੍ਰਮਾਤਮਾ ਲੈ ਜਾਂਦਾ। ਹਾਂ ਕਹਿੰਦੇ ਸੰਤ ਪ੍ਰੇਮ, ਕਹਿੰਦੇ ਸੰਤ ਪ੍ਰੇਮ ਮਾਝੇ ਦੀਜੇ, ਕਹਿੰਦੇ ਮੈਨੂੰ ਪਿਆਰ ਦੇ ਸੰਤਾਂ ਦੇ ਨਾਲ। ਹਾਂ ਕਿਉਂਕਿ ਉਦਾਂ ਤੇ ਉਹ ਚੰਗਾ ਹੀ ਨਹੀਂ ਲੱਗਦੇ। ਉਹ ਕਹਿਣਗੇ ਬਈ ਆ ਵੇਖ ਤੂੰ ਛੱਡ ਦੇ ਪੈਸਾ ਆ ਲਾ, ਉਹ ਕਹਿੰਦਾ ਕਿਹੜਾ ਕੀ ਕਹਿ ਜਿਓ ਪੈਸਾ ਛੱਡਦਾ। ਉਹਨੇ ਅੱਖਾਂ ਟੱਡ ਕੇ ਵੇਖਣਾ, ਹਾਂ ਬਾਬਾ ਜੀ ਸੇਵਾ ਸੁਵਾ ਚਾਹੀਦੀ ਤੇ ਲੈ ਜਾ ਕਰੋ। ਬਾਕੀ ਜਿਹੜਾ ਕੰਮ ਹੈ ਨਾ ਤੁਸੀਂ ਜਿਹੜਾ ਕਹਿਣ ਤੇ ਛੱਡਦੇ, ਇਹ ਕੰਮ ਤੇ ਬਹੁਤ ਵਧੀਆ, ਮੈਨੂੰ ਬੜਾ ਮਜ਼ਾ ਆਉਂਦਿਆ। ਪਰ ਸੰਤ ਕਹਿੰਦੇ ਆ ਕਿ ਵੀ ਨਹੀਂ, ਇਹ ਕੰਮ ਤੈਨੂੰ ਚੰਗਾ ਤੇ ਲੱਗਦਾ ਹੈ, ਪਰ ਤੈਨੂੰ ਤਾਂ ਦੂਜਾ ਰੂਪ ਨਹੀਂ ਦਿਖ ਰਿਹਾ, ਇਹ ਤੇ ਬੀਜ ਹੈਗੇ ਨੇ, ਤੂੰ ਬੀਜ ਰਿਹਾ। ਜਿੱਦਾਂ ਉਹ ਕੰਧੇ ਨੂੰ ਪਤਾ ਨਾ ਹੋਏ, ਅਗਿਆਨ ਦੇ ਵਾਸਤੇ ਕੋਈ ਵੀ, ਹੁਣ ਕਿਸ਼ਤੀ ਜਿਹੜੀ ਚ ਆਪਾਂ ਬੈਠੇ ਆ, ਆਪਾਂ ਭਾਵੇਂ ਸੋਨੇ ਦੇ ਪੱਥਰ ਚੁੱਕ ਕੇ ਵਿੱਚ ਰੱਖੀ ਜਾਂਦੇ ਆ, ਡੁੱਬ ਜਾਣੀ ਆ ਕਿਸ਼ਤੀ, ਡੁੱਬ ਜਾਏਗੀ। ਬਿਲਕੁਲ, ਉਹ ਜਿੰਨੇ ਜ਼ਿਆਦਾ ਪੱਥਰ ਹੈ ਨਾ ਉਹਨਾਂ ਗਹਿਰਾ ਥੱਲੇ ਜਾਣਾ ਆਪਾਂ। ਬਿਲਕੁਲ। ਔਰ ਸੋਨਾ ਜਿਹੜਾ ਹੈਗਾ ਗੋਰਖੀ ਸਾਹਿਬ, ਸੋਨਾ ਜਿਹੜਾ ਹੈਗਾ ਕਾਫੀ ਹੈ, ਉਹਦੀ ਗ੍ਰੈਵਿਟੀ ਜ਼ਿਆਦਾ ਹੁੰਦੀ ਹੈ, ਜਿਹੜਾ ਹੈਗਾ ਉਹਨੇ ਤਾਂ ਡੋਬ ਹੀ ਦੇਣਾ ਹੈ। ਹਾਂ ਇਸ ਕਰਕੇ ਕਹਿੰਦੇ ਆ ਕਿ ਬਾਣੀ ਚ ਕਹਿੰਦੇ ਆ ਮਾਇਆ ਧਾਰੀ ਅਤ ਅੰਨਾ ਬੋਲਾ। ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਕਹਿੰਦੇ ਅੰਨਾ ਵੀ ਹੈ, ਬੋਲਾ ਵੀ ਹੈ, ਸ਼ਬਦ ਸੁਣ ਹੀ ਨਹੀਂ ਸਕਦਾ। ਕਹਿੰਦੇ ਇੰਨਾ ਰੋਲਾ ਘਚੋਲਾ ਹੈ ਉਹਦੇ ਅੰਦਰ ਕਿ ਸੁਣ ਹੀ ਨਹੀਂ ਸਕਦਾ ਸ਼ਬਦ। ਉਹਦੇ ਅੰਦਰ ਇੰਨੇ ਵਿਚਾਰ ਨੇ ਪਦਾਰਥਾਂ ਨੂੰ ਲੈ ਕੇ, ਤੁਹਾਡਾ ਗਿਆਨ ਕਿਤੇ ਉਹਦੇ ਲਾਗੇ ਨਹੀਂ ਲੱਗਣਾ। ਹਾਂ ਹੁਣ ਠੀਕ ਹੈ, ਤੁਸੀਂ ਗਿਆਨ ਲੈ ਕੇ ਜਾਓਗੇ, ਉਹ ਕਹਿੰਦਾ ਕਿ ਰੱਬ ਵੇਂਦਾ ਪਿਆ, ਉਹ ਕਹਿੰਦਾ ਰੱਬ ਤੇ ਗੁਰਦੁਆਰੇ ਮੰਦਿਰਾਂ ਚ ਬੈਠਾ, ਇੱਥੇ ਨਹੀਂ ਹੈਗਾ, ਕਿਉਂਕਿ ਇੱਥੇ ਹੋਊ ਤੇ ਟੈਨਸ਼ਨ ਵੱਧ ਜਾਣੀ ਆ ਨਾ। ਬਿਲਕੁਲ। ਇਸ ਕਰਕੇ ਲੋਕਾਂ ਨੇ ਉਹਨੂੰ ਛੋਟੇ ਛੋਟੇ ਕਮਰੇ ਚ ਕੈਦ ਕੀਤਾ ਹੈ। ਘਰ ਦੀ ਛੋਟਾ ਜਿਹਾ ਕਮਰਾ ਬਣਾ ਕੇ ਕਹਿੰਦੇ ਕਿ ਬਾਬਾ ਜੀ ਦਾ ਕਮਰਾ ਹੈ, ਇੱਥੇ ਬਾਬਾ ਜੀ ਰਹਿੰਦੇ, ਦੂਜੇ ਕਮਰੇ ਚ ਨਹੀਂ ਹੁੰਦੇ। ਠੀਕ ਹੈ ਨੀ ਜਿਸਦਾ ਪਤਾ ਬਹੁਤ ਚਲਾਕ ਹੈ। ਤੇ ਅੱਗੇ ਦੇਖ ਲਓ ਕਿ ਹਾਲੇ ਵੀ ਕਹਿੰਦੇ ਹਾਲੇ ਹੋਰ ਚੀਜ਼ ਚਾਹੀਦੀ ਹੈ ਮੈਨੂੰ, ਹਾਲੇ ਹੋਰ ਵੀ ਚਾਹੀਦਾ ਹੈ ਭਾਈ। ਸੰਤ ਦਾ ਦੇਖ ਲਓ, ਸੰਤ ਦੀ ਸੰਗਤ, ਸੰਤ ਦੀ ਕਥਾ ਰਸ ਤੇ ਪ੍ਰੇਮ ਸੰਤ ਦਾ, ਇਹ ਮੰਗ ਰਹੇ ਆ ਰਹਾਓ। ਇਸ ਤੋਂ ਅੱਗੇ ਦੇਖੋ ਸ਼ਬਦ ਦੇ ਵਿੱਚ ਨਾ ਦੋ ਲਾਈਨਾਂ ਦਾ ਇੱਕ ਬੰਦ ਹੈਗਾ, ਆ ਇੱਕੋ ਹੀ ਲਾਈਨ ਦਾ ਬੰਦ ਹੈਗਾ। ਕਹਿੰਦੇ ਸੰਤ ਆਚਰਣ ਸੰਤ ਚੋ ਮਾਰਗ, ਸੰਤ ਚ ਓਲਗ ਓਲਗਣੀ। ਇੰਨਾ ਇੱਕੋ ਹੀ ਲਾਈਨ ਦੇ ਵਿੱਚ ਸਾਰਾ ਗਿਆਨ ਦੇਤਾ ਉਹਨਾਂ ਨੇ। ਕਹਿੰਦੇ ਸੰਤ ਦਾ ਆਚਰਣ ਔਰ ਸੰਤ ਦਾ ਹੀ ਰਸਤਾ ਮੈਨੂੰ ਚਾਹੀਦਾ ਹੈ, ਜੋ ਸੰਤ ਕਹਿ ਰਹੇ ਆ, ਔਰ ਮੈਨੂੰ ਸੰਤਾਂ ਦੇ ਨੌਕਰਾਂ ਦਾ ਨੌਕਰ ਬਣਾ ਦੀ, ਉਹਨਾਂ ਦੇ ਦਾਸਾਂ ਦਾ ਦਾਸ ਬਣਾ ਕੇ ਰੱਖੀ। ਹਾਲੇ ਬਸ ਨਹੀਂ ਹੈ, ਕਹਿੰਦੇ ਔਰ ਇੱਕ ਮੰਗੋ ਭਗਤ ਚਿੰਤਾਮਣ। ਕਹਿੰਦੇ ਇੱਕ ਹੋਰ ਮੈਨੂੰ ਭਗਤੀ ਵੀ ਚਾਹੀਦੀ ਆ, ਹੇ ਮੇਰੇ ਮਾਲਕਾ ਮੈਨੂੰ ਭਗਤੀ ਵੀ ਚਾਹੀਦੀ ਆ। ਚਿੰਤਾਮਣ ਕਹਿੰਦੇ ਆ ਜਿਹੜਾ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੁੰਦਾ ਆ। ਕਹਿੰਦੇ ਇੱਕ ਹੋਰ ਮੈਨੂੰ ਭਗਤੀ ਵੀ ਚਾਹੀਦੀ ਆ। ਔਰ ਇੱਕ ਮੰਗੋ ਭਗਤ, ਤੱਤੇ ਦੀ ਸਿਆਰੀ ਆ, ਜਿੱਥੇ ਤੱਤੇ ਦੀ ਸਿਆਰੀ ਆਏ ਉਹ ਭਗਤੀ ਆ, ਤੇ ਜਿੱਥੇ ਤੱਤਾ ਮੁਕਤ ਆਏ ਉਹ ਭਗਤ ਹੈਗਾ, ਭਗਤ ਕਰਨ ਵਾਲਾ। ਜਿੱਥੇ ਤੱਤੇ ਨੂੰ ਔਂਕੜ ਆਏ ਉਹ ਇੱਕ ਪਰਟੀਕੂਲਰ ਭਗਤ ਹੈਗਾ, ਭਗਤੀ ਕਰਨ ਵਾਲਾ। ਤੇ ਜਿੱਥੇ ਤੱਤੇ ਦੀ ਬਿਹਾਰੀ ਆਏ ਉਹ ਵੀ ਭਗਤੀ ਹੈਗੀ। ਔਰ ਇੱਕ ਮੰਗੋ ਭਗਤ ਚਿੰਤਾਮਣ, ਜਣੀ ਲਖਾਵੋ ਅਸੰਤ ਪਾਪੀ ਸਣ। ਕਹਿੰਦੇ ਇੱਕ ਹੋਰ ਚੀਜ਼ ਆ ਮਾਲਕਾ ਦੇਖ, ਮੈਨੂੰ ਬਿਲਕੁਲ ਜਿਹੜਾ ਹੈਗਾ, ਜਿਹੜੇ ਅਸੰਤ ਬੰਦੇ ਹੈਗੇ, ਮਾੜੀ ਸੰਗਤ ਵਾਲੇ ਹੈਗੇ, ਪਾਪੀ ਹੈਗੇ ਆ, ਉਹਨਾਂ ਦੀ ਸੰਗਤ ਨਾ ਦਈ ਮੈਨੂੰ। ਜਣੀ ਲਖਾਵੋ, ਮੈਨੂੰ ਨਾ ਲਖਾਈ, ਮੈਨੂੰ ਨਾ ਉਹਨਾਂ ਦੀ ਸੰਗਤ ਦਈ। ਆ ਵੀ ਮੈਨੂੰ ਤੇਰੇ ਕੋਲ ਇੱਕ ਜਿਹੜੀ ਡਿਮਾਂਡ ਆ ਮੇਰੀ, ਜਣੀ ਲਖਾਵੋ ਅਸੰਤ ਪਾਪੀ ਸਣ। ਜਣੀ ਇਹ ਜਿਹੜਾ ਹੈਗਾ ਇੱਧਰ ਦਾ ਹੈਗਾ, ਆਪਣੇ ਜਿਹੜੇ ਹੈਗੇ ਜਿਹੜੇ ਰਾਜਸਥਾਨ ਵੱਲ ਦਾ ਵਰਡ ਹੈਗਾ ਜਣੀ। ਬਿਲਕੁਲ ਕਹਿੰਦੇ ਮੈਨੂੰ ਆ ਨਹੀਂ ਚਾਹੀਦਾ। ਆ ਕਿਹੜੇ ਆ ਗਏ ਜੀ? ਮਨਵੀਰ ਜੀ ਬੰਦ ਕਰ ਦਿਓ ਪਲੀਜ਼। ਦੇਖੋ ਤੁਸੀਂ ਰੁਕਾਵਟ ਪਾਤੀ। ਜਣੀ ਲਖਾਵੋ ਅਸੰਤ ਪਾਪੀ ਸਣ। ਕਹਿੰਦੇ ਮੈਨੂੰ ਜਿਹੜਾ ਹੈਗਾ ਅਸੰਤ ਬੰਦੇ ਜਿਹੜੇ ਹੈਗੇ, ਮਾੜੀ ਸੋਚ ਵਾਲੇ ਬੰਦੇ ਜਿਹੜੇ ਹੈਗੇ ਆ, ਉਹਨਾਂ ਦੀ ਸੰਗਤ ਨਾ ਦਈ। ਹਾਂਜੀ ਵੀਰ ਜੀ। ਹਾਂ ਠੀਕ ਹੈ ਜੀ। ਵੇਖੋ ਉੱਪਰ ਉਹਨਾਂ ਨੇ ਡਿਮਾਂਡ ਕੀਤੀ ਹੈ, ਪਹਿਲਾ ਜਿਹੜਾ ਕਹਿੰਦੇ ਨਾ ਕਿ
ਜਿਹੜੀ ਕਥਾ ਚਾਹੀਦੀ ਆ, ਸੰਗਤ ਉੱਥੋਂ ਦੀ ਚਾਹੀਦੀ ਆ, ਉਹ ਸੰਗਤ ਚਾਹੀਦੀ ਹੈ ਜਿਹੜੇ ਮੇਰੇ ਅੰਦਰ ਅਗਿਆਨ ਆ, ਭਰਮ ਆ, ਹਾਂ, ਉਹਨੂੰ ਮੇਰੇ ਸਾਹਮਣੇ ਪ੍ਰਗਟ ਕਰੇ ਤੇ ਮੈਂ ਬੜੀ ਆਰਾਮ ਦੇ ਨਾਲ ਫਿਰ ਕਥਾ ਸੁਣ ਕੇ ਉਹਨਾਂ ਦਾ ਤਿਆਗ ਕਰਦਾ। ਮਨ ਤੁਹਾਡਾ ਬਿਨਾਂ ਤਸਦੀਕ ਕੀਤਿਆਂ ਕਿਸੇ ਚੀਜ਼ ਨੂੰ ਤਿਆਗ ਨਹੀਂ ਕਰੇਗਾ। ਠੀਕ ਨਹੀਂ ਜੀ ਸਾਹਿਬ? ਬਿਲਕੁਲ। ਬਾਣੀ ਦਾ ਪ੍ਰੂਫ ਚਾਹੀਦਾ, ਇਹਨੂੰ ਛੱਡਣ ਦੇ ਲਈ ਕੋਈ ਚੀਜ਼ ਚਾਹੀਦੀ ਉਹਨੂੰ। ਹੁਣ ਬਾਣੀ 'ਚ ਲਿਖਿਆ ਫਲਾਨੀ ਚੀਜ਼ ਸਹੀ ਨਹੀਂ ਆ, ਇਹਨੇ ਛੱਡ ਦੇਣੀ, ਪਰ ਜਦੋਂ ਕੋਈ ਦੱਸੂਗਾ ਹੀ ਨਹੀਂ ਤੇ ਇਹਨੂੰ ਕਿੱਥੋਂ ਪਤਾ ਲੱਗੂਗਾ? ਹੁਣ ਦੱਸਣ ਦੇ ਲਈ ਸੰਗਤ ਵੀ ਏਦਾਂ ਦੀ ਚਾਹੀਦੀ ਜਿਹੜੀ ਤੁਹਾਨੂੰ ਦੱਸੇ। ਠੀਕ ਹੈ, ਹੁਣ ਇੱਥੇ ਕਰ ਕਹਿੰਦੇ ਸੰਤ ਦਾ ਆਚਰਣ ਚਾਹੀਦਾ ਮੈਨੂੰ, ਉਹਦਾ ਜਿਹੜਾ ਚਰਿੱਤਰ ਹੈ ਨਾ ਸੰਤਾਂ ਵਰਗਾ ਚਾਹੀਦਾ ਮੈਨੂੰ। ਬਿਲਕੁਲ। ਆਪ ਨਹੀਂ ਕਹਿੰਦੇ ਮੈਂ ਪੈਦਾ ਕਰ ਲੂੰਗਾ, ਕਹਿੰਦੇ ਮੈਨੂੰ ਦੋ। ਦੇਖੋ ਹੁਣ ਮੰਗ ਰਹੇ ਨੇ, ਫਿਰ ਕਹਿੰਦੇ ਮਾਰਗ ਉਹ ਦੋ ਕਿ ਜਿਹੜੇ ਸੰਤ ਦੇ ਮਾਰਗ। ਕਹਿੰਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਹਾਂ ਹੈ, ਉਹ ਕਹਿੰਦੇ ਆ ਕਿ ਮੈਨੂੰ ਸੰਤਾਂ ਦਾ ਮਾਰਗ ਦੋ। ਹੁਣ ਸੰਤ ਦਾ ਮਾਰਗ ਕਿਹੜਾ? ਧਰਮ ਦੀ ਪੌੜੀ। ਧਰਮ ਦੀ ਪੌੜੀ ਕੀ ਆ? ਜ਼ਿੰਦਗੀ 'ਚ ਕੇਵਲ ਸਹੀ ਕਰਨਾ ਵਾ। ਹਾਂ, ਸਹੀ ਕਰਨਾ, ਬਿਲਕੁਲ ਸਹੀ ਹੈ। ਤੁਸੀਂ ਵੱਡੀ ਚੀਜ਼ ਮੰਗ ਰਹੇ ਨੇ ਅਗਲੇ। ਦੇਖੋ ਇੱਕ ਉਹ ਕਹਿੰਦੇ ਆ ਕਿ ਮੈਨੂੰ ਆਚਰਣ ਦੋ, ਉੱਚਾ ਆਚਰਣ। ਹੁਣ ਬਾਣੀ ਤੇ ਕਹਿੰਦੇ ਤੇ ਬਾਣੀ ਤੇ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਇਹ ਫਿਰ ਸਾਰੇ ਸੰਤ ਹੀ ਹੈਗੇ ਆ ਜਿਹੜੇ ਰਾਮ ਰਾਮ ਕਰਦੇ ਫਿਰਦੇ। ਫਿਰ ਉਹਨਾਂ ਨੂੰ ਉਹ ਕਿਹਨਾਂ ਨੂੰ ਕਿਹਾ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੇ? ਫਿਰ ਕਹਿੰਦੇ ਸੰਤ ਦਾ ਮਾਰਗ ਧਰਮ ਦੀ ਪੌੜੀ, ਉਹ ਧਰਮ ਤੇ ਚੱਲ ਰਿਹਾ। ਮੈਨੂੰ ਉਹ ਵੀ ਦੋ, ਮੈਨੂੰ ਧਰਮ ਦੋ ਆਪਣੇ ਜੀਵਨ 'ਚ, ਉਹ ਜਿਹੜਾ ਮਾਰਗ ਦੋ ਤੇ ਫਿਰ ਉਹ ਚੱਲਾਂਗਾ ਮੈਂ। ਫਿਰ ਅਗਲੇ ਬੰਨੇ ਕੀ ਕਹਿ ਰਹੇ ਨਿੱਜਰ ਸਾਹਿਬ? ਉਹ ਤੁਕ ਬੋਲ ਦੋ। ਔਰ ਇੱਕ ਮੰਗੋ ਭਗਤ ਚਿੰਤਾਮਣ। ਕਹਿੰਦੇ ਮੈਨੂੰ ਇੱਕ ਹੋਰ ਚਾਹੀਦੀ, ਭਗਤੀ ਚਾਹੀਦੀ ਆ, ਭਗਤੀ ਚਾਹੀਦੀ ਆ ਮੈਨੂੰ, ਧਿਆਨ ਸਿਮਰਨ ਚਾਹੀਦਾ ਹੈ। ਹੇ ਚਿੰਤਾਮਣ, ਕਹਿੰਦੇ ਹੈ ਮੇਰੀਆਂ ਇੱਛਾਵਾਂ ਪੂਰਨ ਕਰਨ ਵਾਲਿਆ, ਸਾਰਿਆਂ ਦੀ ਇੱਛਾਵਾਂ ਪੂਰਨ ਕਰਨ ਵਾਲਿਆ, ਜਣੀ ਲਖਾਵੋ ਅਸੰਤ ਪਾਪੀ ਸਣ। ਜਣੀ ਲਖਾਵੋ, ਬਿਲਕੁਲ ਨਾ ਮੈਨੂੰ ਦਰਸ਼ਨ ਕਰਾਈ, ਮਿਹਰ ਕਰੀ ਮੇਰੇ ਉੱਤੇ ਵੀ ਅਸੰਤ ਲੋਕਾਂ ਦੀ, ਪਾਪੀ ਲੋਕਾਂ ਦੀ ਮੈਨੂੰ ਸੰਗਤ ਨਾ ਦੇਈ। ਹਾਂਜੀ ਵੀਰ ਜੀ। ਹਾਂਜੀ, ਫੇਰ ਦੇਖੋ ਜੀ, ਉਹ ਫਿਰ ਅਗਲੇ ਬੰਨੇ ਵੇਖੋ ਕੀ ਮੰਗ ਰਹੇ ਨੇ। ਉਹ ਕਹਿ ਰਹੇ ਨੇ ਕਿ ਮੈਨੂੰ ਇਹ ਮੇਰੇ ਪ੍ਰਮਾਤਮਾ, ਇੱਛਾ ਦੀਆਂ ਪੂਰਤੀਆਂ ਕਰਨ ਵਾਲੇ ਮੇਰੇ ਪਿਤਾ, ਮੈਨੂੰ ਭਗਤੀ ਦੇ। ਹਾਂ, ਭਗਤੀ ਦੇ। ਫਿਰ ਕਹਿੰਦੇ ਕਿ ਮੈਨੂੰ ਮਾੜੀ ਸੰਗਤ ਤੋਂ ਵੀ ਬਚਾ। ਬਿਲਕੁਲ। ਇਹ ਨਹੀਂ ਕਹਿੰਦੇ ਕਿ ਮੈਂ ਮਤਲਬ ਮਾੜੀ ਸੰਗਤ ਤੋਂ ਬਚ ਸਕਦਾ, ਕਹਿੰਦੇ ਇਹ ਵੀ ਤੇਰਾ ਕੰਮ ਹੈ। ਦੇਖੋ ਡਿਮਾਂਡਾਂ ਕੀ ਕਰ ਰਹੇ ਨੇ ਰੱਬ ਕੋਲ। ਔਰ ਦੇਖ ਲਓ ਗੋਰਖੀ ਸਾਹਿਬ, ਮੈਂ ਤਾਂ ਹੈਰਾਨ ਹੋ ਗਿਆ, ਕਦੀ ਆਪਾਂ ਇਸ ਤਰ੍ਹਾਂ ਕਦੀ ਮੰਗ ਰਹੇ ਹਾਂ ਮਾਲਕ ਕੋਲੋਂ? ਕਦੀ ਮੰਗਿਆ? ਮਾਲਕ ਕਹਿੰਦਾ ਤੇਰੇ ਵੱਲੋਂ ਤਾਂ ਮੇਰੇ ਕੋਲ ਇੱਕ ਵੀ ਵਾਊਚਰ ਨਹੀਂ ਆਇਆ। ਬੰਦਾ ਮੰਗਦਾ ਕਿੱਥੇ ਭਾਜੀ? ਮੰਗਦੇ ਆਪਾਂ ਜਿਹੜੇ ਪੁੱਤਰ ਦੇ ਧੀਆਂ ਦੇ ਜਿਹੜਾ ਮੇਰਾ ਕੰਮ, ਮੇਰਾ ਲੋਹਾ ਲੰਗੜ ਜਿਹੜਾ ਟਰੱਕ ਲਿਆ ਏ, ਰਾਸ ਆ ਜਾਏ ਮੇਰਾ, ਆਹ ਕੰਮ ਕਰਦੀ, ਘਰ ਦੇ ਵੱਡਾ। ਉਹ ਤੇ ਕਹਿੰਦੇ ਘੁੰਗੜ ਕੱਢ ਕੇ ਬੈਠੇ ਤੂੰ। ਕੱਲ ਪਰਸੋਂ ਦੀ ਬਾਣੀ ਕਹਿੰਦੇ ਕਹਿੰਦੇ ਘੁੰਗੜ ਕੱਢਿਆ ਕਿਤੇ ਲਈ? ਪਰਮਾਤਮਾ ਦੇ ਵੱਲੋਂ। ਕਿਤੇ ਪਰਮਾਤਮਾ ਦੀ ਅੱਖ 'ਚ ਅੱਖ ਨਾ ਪੈ ਜਾਏ। ਬਸ ਬਸ ਬਸ, ਏਦਾਂ ਦੇ ਬੰਦੇ ਆਪਾਂ। ਪਰ ਮੰਗ ਕੀ ਰਹੇ? ਦੇਖਿਆ ਨਾਸ਼ਵਾਨ ਚੀਜ਼, ਨਸ਼ਵਰ ਚੀਜ਼। ਦੇਖੋ ਜਿਹੜੀ ਚੀਜ਼ ਆਪਾਂ ਕੁਛ ਲਿਆਏ ਆ ਨਾਲ ਨਾ, ਅੱਛਾ ਕੋਈ ਲੈ ਕੇ ਗਿਆ ਨਾਲ ਨਾ, ਕਰਮਾਂ ਦਾ ਫਲ ਜ਼ਰੂਰ ਲੈ ਕੇ ਜਾਂਦੇ ਆਪਾਂ। ਦੁਨੀਆ 'ਚ ਜਿਹੜਾ ਵੀ ਬੰਦਾ ਜਾਂਦਾ ਹੈ ਨਾ, ਜਦੋਂ ਬੰਦਾ ਡੈਥ ਬੈੱਡ ਤੇ ਹੁੰਦਾ ਨਾ, ਬੰਦਾ ਮਰਨ ਕਿਨਾਰੇ ਪਹੁੰਚਦਾ ਹੈ ਨਾ, ਫਿਰ ਬੜਾ ਅਫਸੋਸ ਕਰਦਾ, ਉਹ ਇਹ ਕੀ ਕੀਤਾ? ਉਹ ਕਹਿੰਦਾ ਇਹ ਕੀ ਕੀਤਾ? ਪਰ ਉਹਨੂੰ ਇਹ ਵੀ ਪਤਾ ਸੀ ਗ੍ਰੰਥਾਂ ਨੇ ਤੇ ਬਹੁਤ ਰੌਲਾ ਪਾਇਆ, ਪਰ ਮੈਂ ਹੀ ਨਹੀਂ ਸੁਣੀ। ਔਰ ਗੋਰਖੀ ਦਾ ਇੱਕ ਚੀਜ਼ ਹੋਰ ਮੈਂ ਦੇਖੀ ਆ, ਪ੍ਰੈਕਟੀਕਲ ਹੈਗੀ ਆ। ਜਿਹੜੇ ਦੇਖ ਲਓ ਜਿੰਨਾ ਵੀ ਜਿਹੜਾ ਹੈਗਾ ਆਪਣੇ ਜਿਹੜੇ ਆ ਨਾ, ਜਿੰਨੇ ਰਿਸ਼ਤੇਦਾਰ ਆ, ਸਗੇ ਧੀਆਂ ਪੁੱਤ ਜਿਹੜੇ ਹੈਗੇ, ਜਿੰਨੇ ਵੀ ਆਪਣੇ ਜਿਹੜੇ ਕਲੋਜ਼ੈਸਟ ਹੈਗੇ, ਜਿਹੜੇ ਆਖਰੀ ਬੰਦਾ ਜਦ ਜਿਹੜਾ ਹੈਗਾ ਮਰਨ ਲੱਗਦਾ ਹੈ, ਜਦ ਉਹ ਜਿਹੜਾ ਉਹਨੂੰ ਸੁਰਤ ਨਹੀਂ ਰਹਿੰਦੀ, ਉਦੋਂ ਮੈਂ ਦੇਖਦਾ ਹਾਂ ਵੀ ਉਦੋਂ ਜਿਹੜੇ ਹੈਗੇ ਉਹਨਾਂ ਦੇ ਹੱਥ ਦੇ ਵਿੱਚ ਅੰਗੂਠਿਆਂ ਦੇ ਉੱਤੇ ਜਿਹੜੀ ਇਹ ਸ਼ਾਹੀ ਲੱਗੀ ਹੁੰਦੀ ਆ, ਬਈ ਉਹ ਜਾ ਕੇ ਜਿਹੜੇ ਹੈਗੇ ਫਟਾਫਟ ਬਈ ਕਿਤੇ ਆ ਜਿਹੜਾ ਦੂਜਾ ਜਿਹੜਾ ਹੈਗਾ ਇਹ ਵੱਡਾ ਨਾ ਲੈ ਲੈ, ਛੋਟਾ ਨਾ ਲੈ ਲੈ, ਕਿਤੇ ਕੁੜੀ ਦੇ ਨਾਂ ਨਾ ਕਰ ਦੇ, ਫਟਾਫਟ ਅੰਗੂਠੇ ਲਵਾ ਲੈਂਦੇ। ਹਾਂਜੀ ਹਾਂ, ਦੇਖ ਲਓ ਤੁਸੀਂ, ਪਤਾ ਕੀ ਹੁੰਦਾ, ਜਿਹੜਾ ਆਪਾਂ ਧਨ ਇਕੱਠਾ ਕੀਤਾ ਹੈ ਨਾ, ਹੁਣ ਵੇਖੋ ਉਹ ਕਈਆਂ ਦੇ ਜੀਵਨ ਦੇ ਵਿੱਚ ਉਹ ਪਤਾ ਕਿੰਨਾ ਸੰਤਾਪ ਦੁੱਖ ਲੈ ਕੇ ਆਉਂਦਾ। ਕਿਉਂਕਿ ਬਰਾਬਰ ਵੰਡ ਨਹੀਂ ਹੋਣੀ।
ਤੁਸੀਂ ਕੁਝ ਵੀ ਬਣਾ ਕੇ ਵੇਖ ਲਓ, ਇੱਕ ਬੰਦੇ ਨੇ ਕਹਿਣਾ ਮੈਂ ਬਰਾਬਰ ਨਹੀਂ ਮਿਲਿਆ, ਮੈਂ ਕਿੱਥੋਂ ਵੰਡ ਲਓਗੇ ਤੁਸੀਂ ਬਰਾਬਰ? ਜਾਂ ਤੇ 2 ਰੁਪਈਏ ਹੁਣ ਇੱਕ ਉਹਨੂੰ ਦੇ ਦਿਓ ਤੇ ਇੱਕ ਉਹਨੂੰ ਦੇ ਦਿਓ। ਇਹ ਆ ਕਿ ਜ਼ਮੀਨ ਜਮੂਨ ਵੇਚ ਕੇ ਹਾਂ ਪੈਸੇ ਬਣਾ ਲਓ, ਪੈਸੇ ਵੰਡ ਦਿਓ, ਫਿਰ ਬਰਾਬਰ ਵੰਡਿਆ। ਤੇ ਜੇ ਤੁਸੀਂ ਪ੍ਰਾਪਰਟੀ ਨੂੰ ਵੰਡਣ ਜਾਓਗੇ ਉਹ ਨਿਰੀ ਕਲੇ, ਔਰ ਉਹ ਕਈਆਂ ਦੇ ਘਰ ਉਹ ਬੜੇ ਦੁੱਖਾਂ ਦਾ ਕਾਰਨ ਬਣਦੀ ਨਿੱਜਰ ਸਾਹਿਬ। ਬਿਲਕੁਲ ਹੈ ਹੀ ਹੈ, ਇਹ ਹੈ ਹੀ। ਮਾਇਆ ਜੇਵੜ ਦੁੱਖ ਨਾ ਕੋਈ, ਇਹਦੇ ਬਰਾਬਰ ਦਾ ਤਾਂ ਦੁੱਖ ਹੀ ਕੋਈ ਨਹੀਂ ਆ, ਆਪਾਂ ਜਿਹਨੂੰ ਸੁੱਖ ਸਮਝ ਕੇ ਬੈਠੇ ਹੋਏ ਆ। ਹਾਂ, ਇਸ ਕਰਕੇ ਸਾਧ ਸੰਗਤ ਜੀ ਬਸ ਆਪਾਂ ਨੂੰ ਇਸ ਚੀਜ਼ ਨੂੰ ਦੇਖਣ ਦੀ ਲੋੜ ਆ ਕਿ ਦੇਖੋ ਪਤਾ ਕੀ ਹੈ, ਕੰਮ ਸਾਰੇ ਆਉਣੇ ਆ, ਪਰ ਪ੍ਰਮਾਤਮਾ ਕੋਲ ਜਿਹੜੀ ਚੀਜ਼ ਮੰਗਣੀ ਚਾਹੀਦੀ ਆ ਉਹ ਆਪਾਂ ਮੰਗਦੇ ਨਹੀਂ। ਆਪ ਬਾਣੀ ਪੜੋ, ਬਾਣੀ ਦੇ ਵਿੱਚ ਉਹ ਪਤਾ ਪਰਮਾਤਮਾ ਕੋ ਕੀ ਮੰਗਣ ਦੇ, ਦੇਖ ਲਓ ਉਹ ਪੈਸਾ ਮੰਗਣ ਦੇ ਨਾ, ਉਹਨਾਂ ਨੂੰ ਨਹੀਂ ਲੋੜ ਪੈਸੇ ਦੀ। ਆਪ ਜਦ ਸੋਚੋ, ਆਪਾਂ ਨੇ ਕੋਈ ਸੋਖੀ ਬੜੇ ਆ, ਜਿਹੜਾ ਬੰਦਾ ਇੱਕ ਬਿਲਕੁਲ ਹੀ ਗਰੀਬ ਬੰਦਾ ਵਾ, ਜੁੱਤੀਆਂ ਗੰਢ ਰਿਹਾ, ਉਹ ਪੈਸੇ ਕਿਉਂ ਨਹੀਂ ਮੰਗ ਲੈਂਦਾ ਰੱਬ ਤੋਂ? ਜਿੱਦਾਂ ਬਿਲਕੁਲ ਸਹੀ ਗੱਲ ਹੈ। ਉਹਨੂੰ ਨਹੀਂ ਲੋੜ ਆਪਣੇ ਬੱਚਿਆਂ ਨੂੰ ਪਾਲਣਾ, ਉਹ ਕੋਈ ਨਹੀਂ ਕਹਿ ਰਿਹਾ ਕਿ ਬਈ ਮੈਨੂੰ ਦੇ ਦਿਓ, ਮੈਨੂੰ ਘਰ ਦੇ ਦਿਓ, ਮਹਿਲ ਦੇ ਦਿਓ, ਮੈਨੂੰ ਕੋਠੀ ਪਾ ਦਿਓ, ਮੈਨੂੰ ਨੌਕਰ ਦੇ ਦਿਓ। ਆ ਬਾਣੀ ਵੇਖ ਲਓ ਕਿੰਨੀ ਬਾਣੀ ਆ, ਇੱਕ ਵੀ ਡਿਮਾਂਡ ਕਰਦੇ। ਇਹਦੇ ਨੋਟਿਸ ਕੀਤਾ, ਇੱਕ ਵੀ ਲਾਈਨ ਲਿਖੀ ਉੱਤੇ ਨਾ ਵੀ ਦੇ ਦਿਓ ਸਾਨੂੰ, ਤੇ ਲਿਆ ਵੀ ਘਰ ਇੱਥੇ ਮਹਿਲ ਪਾ ਦਿਓ, ਮਹਿਲ ਦੇ ਵਿੱਚ ਰਹਿਣਾ ਮੈਂ। ਜੇ ਡਿਮਾਂਡ ਮੰਗਣਗੇ ਬਿਲਕੁਲ ਛੋਟੀ ਜੀ ਡਿਮਾਂਡ, ਉਹ ਵੀ ਪਤਾ ਕੀ, ਰੋਟੀ ਪਾਣੀ ਬਾਅਦ, ਦਾਲ ਫੁਲਕਾ ਬਸ, ਉਸ ਤੋਂ ਬਾਅਦ। ਪਰ ਸਾਡੀਆਂ ਲਿਸਟਾਂ, ਮੈਂ ਨਾ ਗੁਰਦੁਆਰੇ ਮੈਂ ਜਾ ਕੇ ਵੇਖਦਾ ਨਾ, ਮੈਂ ਤੇ ਬੜੀ ਦੂਰੋਂ ਮੱਥਾ ਟੇਕ ਕੇ ਤੇ ਦੂਰੋਂ ਹੀ ਬਹਿ ਜਾਂਦਾ, ਪਰ ਕਈ ਬੰਦੇ ਮੱਥਾ ਥੱਲੇ ਲਾ ਲੈਂਦੇ ਧਰਤੀ ਤੇ, ਪਤਾ ਨਹੀਂ 5-5 6-6 ਮਿੰਟ ਕੀ ਮੰਗੀ ਜਾਂਦੇ ਉਸ ਤੋਂ। ਲਿਸਟ ਬੜੀ ਲੰਮੀ ਆ, ਉਹ ਕਹਿੰਦੇ ਸਾਰਾ ਲੈ ਕੇ ਜਾਣਾ ਇੱਕੋ ਵਾਰੀ, ਰੁਪਈਆ 10 ਚੜਾਏ ਹੁੰਦੇ ਆ। ਬਾਬਾ ਵੀ ਸੋਚਦਾ ਨਾ ਵਾ, ਇਹ ਡਿਮਾਂਡਾਂ ਇੰਨੀਆਂ ਜ਼ਿਆਦੀਆਂ ਲਿਸਟਾਂ, ਪਰ ਬੰਦਾ ਦੇਖ ਲਓ ਪਦਾਰਥ ਹੀ ਮੰਗੀ ਜਾਂਦਾ, ਪਦਾਰਥ ਹੀ ਮੰਗੀ ਜਾਂਦਾ। ਹਾਂਜੀ ਨਿਜੋ ਸਾਹਿਬ, ਅੱਗੇ ਹੁਣ ਆਖਰੀ ਲਾਈਨ ਹੈਗੀ ਆ, ਆਖਰੀ ਲਾਈਨ ਚ ਨਿਚੋੜ ਕੱਢ ਰਹੇ ਰਵਿਦਾਸ ਜੀ। ਰਵਿਦਾਸ ਭਣੈ ਜੋ ਜਾਣੈ ਸੋ ਜਾਣ। ਰਵਿਦਾਸ ਜੀ ਕਹਿੰਦੇ ਆ ਕਿ ਆਖਰੀ ਦੇ ਵਿੱਚ ਮੈਂ ਇੱਕ ਨੁਕਤਾ ਦੇ ਰਿਹਾ ਭਾਈ, ਬੋਲ ਰਿਹਾ ਆ, ਗਿਆਨ ਦੇ ਰਿਹਾ ਆ। ਜਿਹੜਾ ਗਿਆਨ ਸਮਝ ਲਊਗਾ ਉਹਨੂੰ ਮੈਂ ਸਮਝੂੰਗਾ ਵੀ ਇਹ ਜਿਹੜਾ ਹੈਗਾ, ਇਹ ਜਿਹੜਾ ਬੁੱਧੀਮਾਨ ਹੈਗਾ, ਇਹ ਜਾਣਕਾਰ ਹੈਗਾ ਭਾਈ। ਰਵਿਦਾਸ ਭਣੈ ਸੋ ਜਾਣੈ, ਜੋ ਜਾਣੈ ਸੋ ਜਾਣ। ਜਿਹੜਾ ਜਾਣ ਲਊਗਾ ਉਹ ਬੁੱਧੀਮਾਨ ਹੈ, ਉਹ ਜਾਣਕਾਰ ਹੈਗਾ। ਕਿ ਸੰਤ ਅਨੰਤੈ ਅੰਤਰ ਨਾਹੀ, ਕਹਿੰਦੇ ਦੇਖ ਲਾ, ਜਿਹੜੇ ਬ੍ਰਹਮ ਗਿਆਨੀ ਔਰ ਪਰਮਾਤਮਾ ਜਿਹੜਾ ਅਨੰਤ ਹੈਗਾ, ਉਹਦੇ ਵਿੱਚ, ਸੰਤਾਂ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਅੰਤਰ ਨਹੀਂ ਹੈਗਾ ਕੋਈ। ਸੰਤ ਅਨੰਤ ਹੈ, ਅੰਤਰ ਨਾਹੀ। ਆਹ ਜਿਹੜੀ ਚੀਜ਼ ਸਮਝ ਗਿਆ ਜਿਹੜਾ ਇਨਸਾਨ, ਉਹਨੂੰ ਮੈਂ ਸਮਝੂੰਗਾ ਵੀ ਬੁੱਧੀਮਾਨ ਹੈਗਾ, ਇਹ ਜਾਣਕਾਰ ਹੈਗਾ, ਇਹ ਸੂਝਵਾਨ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਦੇਖ ਲਓ ਹੁਣ ਸੰਤਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ ਤੇ ਉਹ ਕਹਿੰਦੇ ਕਿ ਸਮਝ ਲਓ ਕਿ ਪਰਮਾਤਮਾ ਦੀ ਬਾਣੀ, ਪਰਮਾਤਮਾ ਜੀ ਕਹਿ ਰਿਹਾ ਹੈ। ਉਹ ਜਦੋਂ ਬੰਦਾ, ਦੇਖੋ ਪਤਾ ਕੀ ਹੁੰਦਾ ਕਿ ਜਦੋਂ ਜਿੰਨਾ ਚਿਰ ਤੱਕ ਹਮ ਹੈਗੇ ਨਾ, ਉਹਨਾਂ ਚਿਰ ਤੇ ਪਰਮਾਤਮਾ ਨਹੀਂ ਹੈਗਾ। ਇਹ ਸੰਤ ਬੰਦਾ ਉਦੋਂ ਹੀ ਬਣਦਾ ਵਾ ਜਦੋਂ ਬੰਦਾ ਆਤਮ ਤੱਤ ਚ ਲੀਨ ਹੋ ਜਾਂਦਾ ਹੈ। ਚੇਤਨ ਅਵਸਥਾ ਨੂੰ ਕਹਿੰਦੇ ਆ ਆਪਾਂ ਸੰਤ। ਜਿਹਨੇ ਕੀ ਕੀਤਾ, ਇੱਕ ਘਾਲਣਾ ਘਾਲੀ, ਇੱਕ ਇਮਤਿਹਾਨ ਦਿੱਤਾ, ਉਹ ਤੋਂ ਫਿਰ ਪਾਸ ਹੋ ਗਿਆ, ਉਹ ਨਿੱਜ ਘਰ ਚਲ ਗਿਆ, ਮਤਲਬ ਆਤਮਾ ਤੱਤ ਚ ਲੀਨ ਹੋ ਗਿਆ। ਔਰ ਜਿਹੜਾ ਇੱਕਦਮ ਪ੍ਰਕਿਰਤੀ ਦੇ ਬੰਧਨਾਂ ਤੋਂ, ਉਹਦੀਆਂ ਜਿਹੜੀਆਂ ਉਹਦੀਆਂ ਕੁਝ ਚੀਜ਼ਾਂ ਮਾੜੀਆਂ ਨੇ, ਜਿੱਦਾਂ ਮਤਲਬ ਭੋਗ ਨੇ, ਉਹਨਾਂ ਤੋਂ ਮੁਕਤ ਕਰ ਲਿਆ ਆਪਣੇ ਆਪ। ਉਹ ਸਵੈ ਦੇ ਵਿੱਚ ਜਿਹੜਾ ਵੀ ਅਸਤ ਹੋ ਗਿਆ, ਉਹੀ ਬੰਦਾ ਸੰਤ ਹੈ। ਫਿਰ ਉਹ ਸੰਤ ਜਿਹੜਾ ਹੁੰਦਾ ਫਿਰ ਬਾਣੀ ਦਾ ਉਚਾਰਨ ਕਰਦਾ ਹੈ। ਜਿਹੜੀ ਬਾਣੀ ਆਪਾਂ ਪੜ੍ਹ ਰਹੇ ਹਾਂ ਸਾਰੀ ਸੰਤਾਂ ਦੀ ਤੇ ਬਾਣੀ, ਇਹ ਪ੍ਰਮਾਤਮਾ ਦਾ ਹੀ ਬਾਣੀ ਹੈ। ਜੇ ਪ੍ਰਮਾਤਮਾ ਨੇ ਸਾਨੂੰ ਸੁਣਾ ਦੇਣਾ ਹੈ, ਪ੍ਰਮਾਤਮਾ ਖੁਦ ਹੀ ਆ ਕੇ ਬੋਲਣ ਹੋ ਰਿਹਾ। ਪ੍ਰਮਾਤਮਾ ਬਹੁਤ ਵਿਸ਼ਾਲ ਹੈ। ਪ੍ਰਮਾਤਮਾ ਕੀ ਕਰਦਾ ਹੈ ਕਿ ਜਦੋਂ ਕੋਈ ਬੰਦਾ ਉਹਦੀ ਬੰਦਗੀ ਕਰਦਾ ਹੈ, ਭਗਤੀ ਕਰਦਾ ਹੈ, ਫਿਰ ਪ੍ਰਮਾਤਮਾ ਉਹਦੇ ਰਾਹੀਂ ਬੋਲਦਾ ਹੈ। ਇਹ ਵੀ ਸੱਚ ਹੈ। ਚੰਗਿਆਈ ਦੇ ਨਾਲ ਜੋੜਦਾ ਹੈ, ਬੁਰਾਈ ਤੋਂ ਤੋੜਦਾ ਹੈ, ਕਿਉਂਕਿ ਪ੍ਰਮਾਤਮਾ ਖੁਦ ਨਹੀਂ ਬੋਲਦਾ, ਨਾ ਹੀ ਪ੍ਰਮਾਤਮਾ ਨੂੰ ਬੋਲਣ ਦੀ ਲੋੜ, ਕਿਉਂਕਿ ਪ੍ਰਮਾਤਮਾ ਕੋਈ ਬੰਦਾ ਥੋੜੀ ਹੈਗਾ ਨਿਜਰ ਸਾਹਿਬ, ਇੱਕ ਜਗ੍ਹਾ ਤੇ ਬੈਠਾ। ਹਾਂ,
ਪਰ ਜਿੱਥੇ ਵੀ ਚੰਗਿਆਈ ਹੋ ਰਹੀ ਹੈ, ਜਿੱਥੇ ਉਹ ਪ੍ਰਗਟ ਕਰ ਰਹੇ, ਹੁਣ ਬਾਣੀ ਵੇਖੋ ਗ੍ਰੰਥ ਸਾਹਿਬ ਦੇ ਵਿੱਚ ਬ੍ਰਹਮ ਗਿਆਨੀ ਜਿਹੜੇ ਆਪਾਂ ਨੂੰ ਬੋਲ ਕੇ ਗਏ ਨੇ, ਸਮਝਾ ਕੇ ਗਏ ਨੇ ਕਿ ਜੇਕਰ ਅਸੀਂ ਸੋਚੀਏ ਇੱਕ ਸੰਤ ਬੋਲ ਗਏ ਨੇ, ਬਾਬੇ ਬੋਲ ਗਏ ਨੇ, ਉਹ ਪ੍ਰਮਾਤਮਾ ਹੀ ਬੋਲ ਕੇ ਗਿਆ। ਹਾਂ, ਗਿਆਨ ਕਿੱਥੋਂ ਹੋਣਾ? ਤੁਹਾਨੂੰ ਮੈਨੂੰ ਗਿਆਨ ਕਿੱਥੋਂ ਮਿਲੂਗਾ? ਇਹ ਬਾਣੀ ਦੇ ਵਿੱਚ ਗਿਆਨ ਹੈਗਾ ਤਾਂ ਉਹੀ ਤਾਂ ਪ੍ਰਗਟ ਹੋ ਰਿਹਾ। ਬਿਲਕੁਲ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਹਾਂ, ਹੁਣ ਜਿਹੜੀ ਬਾਣੀ ਕਹਿੰਦੇ ਖਸਮ ਦੀ ਬਾਣੀ, ਮਤਲਬ ਇਹੋ ਹੀ ਆ ਕਿ ਹੁਣ ਇਹਦੇ 'ਚ ਮੈਂ ਕੁਝ ਜੋੜਿਆ ਨਹੀਂ ਆ। ਜੋ ਸਹੀ ਹੈ ਤੇ ਮੈਂ ਕਹਿ ਰਿਹਾ ਸਹੀ ਆ, ਇਹ ਗਲਤ ਤੇ ਮੈਂ ਗਲਤ ਕਹਿ ਰਿਹਾ। ਸਹੀ ਹੈ ਨਾ ਸਾਹਿਬ? ਹਾਂਜੀ ਬਿਲਕੁਲ ਸਹੀ ਹੈ ਜੀ, ਬਿਲਕੁਲ ਠੀਕ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ, ਬਹੁਤ ਵਧੀਆ ਜੀ, ਬਹੁਤ ਕਮਾਲ ਹੈ ਜੀ ਅੱਜ ਤਾਂ। ਹਾਂ ਬਸ ਠੀਕ ਹੈ ਸਾਧ ਸੰਗਤ ਜੀ, ਇਸੇ ਤਰ੍ਹਾਂ ਧਿਆਨ ਕਰੋ, ਮਿਹਨਤ ਕਰੀ ਜਾਓ, ਬਸ ਕੁਛ ਨਹੀਂ ਚਿੰਤਾ ਕਰਨ ਦੀ ਲੋੜ। ਨਿਰਵਿਚਾਰ ਹੋ ਕੇ ਆਪਣੇ ਆਪ 'ਚ ਸਥਿਰ ਹੋ ਜਾਇਆ ਕਰੋ ਤੇ ਜੀਵਨ ਆਪਣੇ ਆਪ ਹੀ ਬਦਲ ਜਾਣਾ ਹੈ। ਕੁਛ ਕਰਨ ਦੀ ਲੋੜ ਨਹੀਂ। ਪਰਮਾਤਮਾ ਨੂੰ ਪਤਾ ਹੈ ਸਾਡੇ ਲਈ ਕੀ ਚੰਗਾ ਹੈ। ਜਿਹੜੀ ਚੀਜ਼ ਚੰਗੀ ਆ ਸਾਨੂੰ ਆਪਣੇ ਆਪ ਹੀ ਮਿਲਦੀ ਜਾਣੀ ਆ, ਤੇ ਜਿਹੜੀ ਚੀਜ਼ ਸਾਡੇ ਲਈ ਨਹੀਂ ਚੰਗੀ ਉਹ ਰੱਬ ਨੇ ਸਾਨੂੰ ਦੇਣੀ ਨਹੀਂ। ਇੱਕ ਸਿੰਪਲ ਜੀ ਗੱਲ ਯਾਦ ਰੱਖਣੀ। ਬਾਕੀ ਲੱਗਦਾ ਤਾਂ ਹੈ ਕਿ ਸਾਡੇ ਤੋਂ ਲੋਕੀ ਅੱਗੇ ਲੰਘ ਗਏ, ਕੋਈ ਅੱਗੇ ਨਹੀਂ ਲੰਘਿਆ। ਆਪਾਂ ਸਾਰੇ ਇੱਕ ਸਰਕਲ 'ਚ ਘੁੰਮ ਰਹੇ ਹਾਂ। ਆਪਾਂ ਘੁੰਮੀ ਜਾਓਗੇ ਨਾ, ਉਹ ਏਦਾਂ ਹੀ ਧਰਤੀ ਦੇ ਆਲੇ ਦੁਆਲੇ ਬੰਦੇ ਘੁੰਮ ਰਹੇ ਆ। ਪਰ ਬੰਦਾ ਸੋਚਦਾ ਮੈਂ ਅੱਗੇ ਲੰਘ ਗਿਆ, ਮੈਂ ਪਤਾ ਨਹੀਂ ਕਿੱਥੇ ਚਲ ਗਿਆ। ਬੰਦਾ ਕਿੱਥੇ ਨਹੀਂ ਗਿਆ, ਉੱਥੇ ਬੈਠਾ। ਤੇ ਜਿੰਨਾ ਬੰਦਾ ਗਲਤ ਤਰੀਕੇ ਨਾਲ ਜੀਵਨ ਬਤੀਤ ਕਰਦਾ, ਬੰਦਾ ਉਹਨਾਂ ਪਿੱਛੇ ਚੱਲ ਜਾਂਦਾ। ਤੋ ਜੀਵਨ ਜਿਹੜਾ ਹੈਗਾ ਹੈ ਉਹ ਹੈਗਾ ਸੱਚ। ਸੱਚ ਨੂੰ ਆਪਣੇ ਜੀਵਨ 'ਚ ਲੈ ਕੇ ਆਓ, ਪਲੀਜ਼ ਉਹਨੂੰ ਪ੍ਰਗਟ ਕਰੋ। ਸੱਚ ਨੂੰ ਪ੍ਰਗਟ ਕਰਨਾ ਪਊਗਾ, ਸੱਚ ਦੇ ਵਿੱਚ ਇਸ਼ਨਾਨ ਕਰਨਾ ਪਊਗਾ। ਉਹਦਾ ਗੱਲ ਨਹੀਂ ਬਣੇਗੀ, ਬਿਲਕੁਲ ਨਹੀਂ ਬਣੇਗੀ, ਕਿਉਂਕਿ ਰਿਕੁਆਇਰਮੈਂਟ ਬਹੁਤ ਹਾਈ ਹੈ। ਜਿੰਨਾ ਚਿਰ ਤੱਕ ਸੱਚ ਨੂੰ ਆਪਾਂ ਜੀਵਨ 'ਚ ਨਹੀਂ ਲੈ ਕੇ ਆਉਂਦੇ ਨਾ, ਉਹਨਾਂ ਚਿਰ ਤੱਕ ਸਾਡੇ ਜੀਵਨ 'ਚ ਜਿਹੜਾ ਦੋ ਚੀਜ਼ਾਂ ਨੇ ਮੇਨ, ਇੱਕ ਮਨ ਆ ਤੇ ਇੱਕ ਚਿੱਤ ਆ, ਇਹ ਦੋਵੇਂ ਨਸ਼ਟ ਨਹੀਂ ਜੋ ਹੋਣੇ। ਕਿਉਂਕਿ ਸੰਸਕਾਰ ਜਦੋਂ ਪੈਦਾ ਕਰ ਰਿਹਾ, ਇਹ ਦੋਵੇਂ ਰਹਿਣਗੇ। ਜਦੋਂ ਆਪਾਂ ਸੱਚ ਤੇ ਚੱਲਣਾ ਸ਼ੁਰੂ ਕਰਤਾ, ਆਟੋਮੈਟਿਕਲੀ ਹੀ ਬਲੈਕ ਆਊਟ ਹੋ ਜਾਣਾ ਸਾਰਾ। ਇਹ ਚਿੱਤ ਵੀ ਨਸ਼ਟ ਹੋ ਜਾਣਾ। ਚਿੱਤ ਤੋਂ ਭਾਵ ਚਿੱਤਰਗੁਪਤ, ਜਿਹੜਾ ਸਾਡੇ ਚੰਗੇ ਤੇ ਮਾੜੇ ਕਰਮਾਂ ਨੂੰ ਲਿਖਦਾ। ਚੰਗੇ ਕਰਮ ਵੀ ਆਪਾਂ ਜੇ ਹੰਕਾਰ ਦੇ ਵਿੱਚ ਕਰਦੇ ਹਾਂ, ਉਹ ਵੀ ਫਲੀਭੂਤ ਹੋਣ, ਉਹਨਾਂ ਨੂੰ ਫਲ ਲੱਗਣਗੇ, ਚੰਗੇ ਫਲ ਲੱਗਣ। ਉਹਨਾਂ ਨੂੰ ਭੋਗਣ ਵਾਸਤੇ ਫੇਰ ਜਨਮ ਲੈਣਾ ਪਊਗਾ। ਤੋਂ ਕਹਿਣ ਤੋਂ ਭਾਵ ਆ ਆਪਾਂ ਅਕਰਮ ਅਵਸਥਾ 'ਚ ਜਾਣਾ ਹੈ, ਜਿੱਥੇ ਆਪਾਂ ਨਾ ਚੰਗੇ ਕਰਮ ਕਰਨੇ ਆ ਨਾ ਬੁਰੇ ਕਰਮ ਕਰਨੇ ਆ। ਆਪਾਂ ਕਰਤਾ ਭਾਵ ਤੋਂ ਮੁਕਤ ਹੋ ਜਾਣਾ, ਔਰ ਉਹ ਹੋ ਜਾਂਦਾ ਹੈ ਬੰਦਾ। ਤੁਸੀਂ ਹੌਲੀ ਹੌਲੀ ਜਦੋਂ ਸੱਚ ਦਾ ਪੱਲਾ ਫੜਿਆ, ਥੋੜਾ ਜਿਹਾ ਲਿਆਓ ਸੱਚ ਨੂੰ, ਕਰ ਆਟੋਮੈਟਿਕਲੀ ਹੀ ਸੱਚ ਨੇ ਤੁਹਾਨੂੰ ਆ ਕੇ ਚਿੰਬੜ ਜਾਣਾ। ਠੀਕ ਹੈ ਨਾ ਜੀ ਸਾਹਿਬ? ਬਹੁਤ ਵਧੀਆ ਗੋਪੀ ਸਾਹਿਬ। ਹਾਂਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ।